ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਕਬੀਰ ਜੀ। ਆਪੇ ਪਾਵਕ ਆਪੇ ਪਵਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਲੜੀਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, ਗੌੜੀ ਰਾਗ ਦੀ ਭਗਤ ਬਾਣੀ ਵਿੱਚ ਕਬੀਰ ਸਾਹਿਬ ਜੀ ਦਾ ਪਾਵਨ ਸ਼ਬਦ, ਜਿਸ ਦਾ ਪਾਠ ਆਪ ਜੀ ਨੇ ਸਰਵਣ ਕਰ ਲਿਆ। ਇਹ ਸ਼ਬਦ ਕਬੀਰ ਸਾਹਿਬ ਜੀ ਨੇ ਜਿਸ ਪ੍ਰਕਾਰ ਉਚਾਰਨ ਕੀਤਾ, ਉਹਦੀ ਵਿਚਾਰ ਆ ਰਹੀ ਹੈ, ਸੁਣੋ ਜੀ। ਗੌੜੀ ਕਬੀਰ ਜੀ। ਗੌੜੀ ਰਾਗ ਦੇ ਅੰਦਰ ਕਬੀਰ ਸਾਹਿਬ ਜੀ ਨੇ ਉਸ ਵੇਲੇ ਸ਼ਬਦ ਉਚਾਰਨ ਕੀਤਾ, ਕਾਂਸੀ ਦੇ ਵਿੱਚ ਜਿੱਥੇ ਆਪ ਜੀ ਦਾ ਘਰ ਸੀ, ਉਹਦੇ ਸਾਹਮਣੇ ਇੱਕ ਬੇਸਵਾ ਨੇ ਮਕਾਨ ਬਣਾ ਕੇ ਉਹਦੇ ਚੋਂ ਨੇ ਵਿਚਾਰ ਦਾ ਅੱਡਾ ਬਣਾਇਆ ਹੋਇਆ ਸੀ। ਇੱਧਰ ਸਤਸੰਗ ਹੁੰਦਾ ਸੀ, ਉਧਰ ਸ਼ਰਾਬਾਂ ਉੱਡਦੀਆਂ ਸੀ, ਵਿਚਾਰ ਹੁੰਦਾ ਸੀ। ਬੇਸਵਾ ਗਮਨ ਕਰਨ ਵਾਲੇ ਲੋਕਾਂ ਨੂੰ ਬੜੀ ਤਕਲੀਫ ਹੁੰਦੀ ਵੀ ਇੱਥੇ ਢੋਲਕੀਆਂ ਚੈਣੇ ਛੈਣੇ ਖੜਕਦੇ ਰਹਿੰਦੇ ਨੇ। ਇਹਦੇ ਨਾਲ ਹੌਲੀ ਹੌਲੀ ਉਹਦੀ ਗਾਹਕੀ ਘਟ ਗਈ। ਬੇਸਵਾ ਬੜੀ ਔਖੀ ਹੋਈ, ਅੰਦਰ ਤੋਂ ਨਫ਼ਰਤ ਕਰਨ ਲੱਗੀ ਕਬੀਰ ਸਾਹਿਬ ਨਾਲ ਕਿ ਮੇਰਾ ਧੰਦਾ ਹੀ ਰੋਕ ਦਿੱਤਾ ਹੈ। ਹਾਲਾਂਕਿ ਉਹਨਾਂ ਨੇ ਕੁਛ ਨਹੀਂ ਕਦੇ ਕਿਸੇ ਨੂੰ ਕਿਹਾ। ਤੇ ਉਹਨਾਂ ਦਾ ਤਾਂ ਇਹ ਖਿਆਲ ਸੀ ਕਿ ਜਿਵੇਂ ਕਸਾਈਆਂ ਦੇ ਕੋਲ ਜਿਸ ਦਾ ਘਰ ਹੋਵੇ, ਉਹ ਕਹਿੰਦਾ ਵੀ ਤੈਨੂੰ ਕੀ ਇਸ ਗੱਲ ਦਾ, ਜਿਹੜੇ ਕਰਨਗੇ ਉਹੀ ਭਰਨਗੇ। ਕਬੀਰ ਸਾਹਿਬ ਸਬਰ ਸੰਤੋਖ ਵਿੱਚ ਉਹਨੇ ਆਪਣੇ ਇੱਕ ਮਿੱਤਰ ਨੂੰ ਕਹਿ ਕੇ ਕਬੀਰ ਸਾਹਿਬ ਦੇ ਛਪਰੇ ਨੂੰ ਅੱਗ ਲਵਾ ਦਿੱਤੀ। ਕਬੀਰ ਸਾਹਿਬ ਉਸ ਵੇਲੇ ਸਮਾਧੀ 'ਚ ਬੈਠੇ ਸੀ। ਹੁਣ ਅੱਗ ਜਿਸ ਵੇਲੇ ਭੜਕੀ, ਕਬੀਰ ਦੇ ਸ਼ਿਸ਼ਾਂ ਨੇ, ਸਤਸੰਗੀਆਂ ਨੇ ਰੌਲਾ ਪਾ ਦਿੱਤਾ, ਕਬੀਰ ਜੀ ਛਪਰੇ ਨੂੰ ਅੱਗ ਲੱਗ ਗਈ ਹੈ। ਕਬੀਰ ਜੀ ਆਪਣੇ ਆਨੰਦ ਵਿੱਚ ਬੈਠੇ ਰਹੇ। ਤੇ ਜਿਸ ਵੇਲੇ ਕਬੀਰ ਸਾਹਿਬ ਜੀ ਨੂੰ ਫਿਰ ਉਹਨਾਂ ਨੇ ਕਿਹਾ, ਕਬੀਰ ਜੀ ਅੱਗ ਜਿਹੜੀ ਹੈ ਉਹ ਬੜੀ ਜ਼ੋਰਾਂ ਤੇ ਹੋ ਗਈ ਹੈ, ਪਰ ਉਹਨੂੰ ਫੁਰਨਾ ਤੱਕ ਵੀ ਨਹੀਂ ਕੋਈ ਮਹਿਸੂਸ ਹੋਇਆ। ਜਦੋਂ ਪਰਮੇਸ਼ਰ ਨੇ ਕਬੀਰ ਸਾਹਿਬ ਦਾ ਨਿਸ਼ਚਾ ਦੇਖ ਲਿਆ, ਤਾਂ ਕਬੀਰ ਸਾਹਿਬ ਜੀ ਦੇ ਛਪਰੇ ਤੋਂ ਪਵਨ ਦੇਵਤਾ ਨੂੰ ਕਹਿ ਕੇ ਅੱਗ ਸਾਰੀ ਬੇਸਵਾ ਦੇ ਘਰ ਛੱਡ ਦਿੱਤੀ। ਬੇਸਵਾ ਦੇ ਮਕਾਨ ਨੂੰ ਅੱਗ ਲੱਗ ਗਈ। ਫਿਰ ਬੇਸਵਾ ਨੂੰ ਸੁਰਤ ਆਈ ਵੀ ਉਹ ਮੈਂ ਜਿਹੜਾ ਪਾਪ ਕੀਤਾ ਸੀ। ਨੱਠ ਕੇ ਕਬੀਰ ਸਾਹਿਬ ਦੇ ਚਰਨਾਂ ਵਿੱਚ ਆ ਗਈ, ਕਹਿਣ ਲੱਗੇ ਕਬੀਰ ਜੀ ਮੈਨੂੰ ਬਖਸ਼ ਲਓ, ਇੱਕੋ ਹੀ ਮੇਰਾ ਮਕਾਨ ਹੈ, ਮੈਂ ਹੈ ਤਾਂ ਪਾਪਣ, ਪਰ ਤੁਹਾਡਾ ਧਰਮ ਹੈ ਜਿਹੜਾ ਸ਼ਰਨ ਆਉਂਦਾ ਉਹਨੂੰ ਤੁਸੀਂ ਬਖਸ਼ ਦਿੰਦੇ ਹੋ, ਮੈਨੂੰ ਬਖਸ਼ ਲਓ। ਕਬੀਰ ਸਾਹਿਬ ਜੀ ਕਹਿਣ ਲੱਗੇ ਵੀ ਗੱਲ ਇੱਕ ਹੈ ਵੀ ਬਖਸ਼ਣ ਵਾਲਾ ਤਾਂ ਹੈ ਪਰਮੇਸ਼ਰ। ਤੇ ਉਹ ਜਿਹੜੀ ਸਾਰੀ ਵਾਰਤਾ ਹੋਈ ਵੀ ਹੈ, ਕਬੀਰ ਸਾਹਿਬ ਜੀ ਆਪਣੇ ਮਗਨ ਬੈਠੇ ਨੇ। ਜਦੋਂ ਉਹ ਵਾਤਾਵਰਨ ਪਹਿਲਾਂ ਆਪਾਂ ਵਿਚਾਰ ਕਰ ਲਈਏ, ਜਦੋਂ ਅੱਗ ਲੱਗੀ ਤਾਂ ਕਬੀਰ ਸਾਹਿਬ ਨੇ ਕੀ ਕਿਹਾ ਸੀ ਆਪਣੇ ਸ਼ਿਸ਼ਾਂ ਨੂੰ। ਬਾਅਦ ਵਿੱਚ ਬੇਸਵਾ ਸ਼ਰਨ ਵਿੱਚ ਆਉਂਦੀ, ਉਹ ਕੀ ਕਹਿੰਦੀ ਹੈ ਬਾਅਦ ਦੀ ਗੱਲ ਹੈ। ਤੇ ਆਪ ਜੀ ਆਨੰਦ ਵਿੱਚ ਬੈਠੇ ਸਨ। ਜਦੋਂ ਉਹਨੇ ਕਿਹਾ ਵੀ ਕਬੀਰ ਸਾਹਿਬ ਅੱਗ ਲੱਗੀ ਹੈ, ਤਾਂ ਕਬੀਰ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ, ਆਪੇ ਪਾਵਕ ਆਪੇ ਪਵਨਾ। ਕਹਿੰਦੇ ਭਾਈ ਤੁਸੀਂ ਅੱਗ ਦੇ ਵਿੱਚ ਵਾਹਿਗੁਰੂ ਨੂੰ ਕਿਉਂ ਨਹੀਂ ਦੇਖ ਰਹੇ, ਪਰਮੇਸ਼ਰ ਨੂੰ। ਪਾਵਕ ਨਾਮ ਹੈ ਅੱਗ ਦਾ, ਅੱਗ ਰੂਪ ਵੀ ਪਰਮੇਸ਼ਰ ਆਪ ਹੀ ਹੈ। ਤੇ ਜਿਹਦੇ ਨਾਲ ਅੱਗ ਭੜਕਦੀ ਹੈ ਉਹ ਹਵਾ, ਪਵਨਾ ਨਾਮ ਹਵਾ ਦਾ ਹੈ, ਹਵਾ ਰੂਪ ਵੀ ਆਪ ਹੀ ਹੈ। ਅੱਗ ਰੂਪ ਹੋ ਕੇ ਫੂਕ ਰਿਹਾ ਹੈ, ਹਵਾ ਰੂਪ ਹੋ ਕਰਕੇ ਉਸ ਨੂੰ ਤੇਜ਼ ਕਰ ਰਿਹਾ ਹੈ। ਇਸ ਕਰਕੇ ਤਾਂ ਪਰਮੇਸ਼ਰ ਦੀ ਖੇਡ ਹੈ। ਕਹਿੰਦੇ ਕਬੀਰ ਜੀ ਸਭ ਕੁਝ ਛੱਡਦਾ ਜਾ ਰਿਹਾ ਹੈ। ਤਾਂ ਕਬੀਰ ਸਾਹਿਬ ਜੀ ਫਿਰ ਉੱਤਰ ਵਿੱਚ ਕਹਿੰਦੇ ਭਾਈ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣੋ। ਜਾ ਰਹਿ ਖਸਮ ਤਾਂ ਰਾਖੈ ਕਵਨ। ਜੇਕਰ ਖਸਮ ਮਾਲਕ ਪਰਮਾਤਮਾ ਹੀ ਮਕਾਨ ਨੂੰ ਸਾੜਨਾ ਚਾਹੇ, ਜਿਹਨੂੰ ਸਾੜਨਾ ਚਾਹੇ, ਤਾਂ ਫਿਰ ਰਾਖੈ ਕਵਨ ਕੌਣ ਹੈ ਫਿਰ ਉਸ ਵੇਲੇ ਵਿਚਾਰ ਕਰਨ ਵਾਲਾ। ਸੇਵਕ ਕਹਿਣ ਲੱਗੇ ਕਬੀਰ ਸਾਹਿਬ ਜੀ ਤੁਸੀਂ ਤਾਂ ਉੱਠ ਕੇ ਖੜੇ ਹੋ ਜਾਓ, ਮਕਾਨ ਤਾਂ ਸੜੂਗਾ ਹੀ,
ਵੀ ਤੁਸੀਂ ਆਪਣੇ ਆਪ ਦਾ ਤਾਂ ਵਿਚਾਰ ਕਰ ਲਓ, ਨਹੀਂ ਤਾਂ ਤੁਹਾਡਾ ਸਰੀਰ ਵੀ ਵਿੱਚੇ ਸੜ ਜਾਊਗਾ। ਇਹ ਸੁਣ ਕੇ ਕਬੀਰ ਸਾਹਿਬ ਜੀ ਨੇ ਅਗਲੀ ਤੁਕ ਉਚਾਰੀ, ਰਾਮ ਜਪਤ ਤਨ ਜਰ ਕੀ ਨਾ ਜਾਏ। ਕਹਿੰਦੇ ਭਾਈ ਗੱਲ ਸੁਣੋ, ਰਾਮ ਪਰਮੇਸ਼ਰ ਦਾ ਨਾਮ ਜਪਦਿਆਂ ਹੋਇਆਂ ਤਨ ਸਰੀਰ ਕਿਉਂ ਨਾ ਸੜ ਜਾਏ। ਭਾਵ ਨਾਮ ਜਪਦਿਆਂ ਸਰੀਰ ਸੜ ਜੂਗਾ ਤਾਂ ਵੀ ਭਲਾ ਹੀ ਹੈ, ਪਰ ਮੈਨੂੰ ਕੋਈ ਸੰਸਾ ਨਹੀਂ ਹੈ ਇਹਦਾ। ਰਾਮ ਨਾਮ ਚਿਤ ਰਹਿਆ ਸਮਾਏ। ਸਾਡਾ ਚਿੱਤ ਹਿਰਦਾ ਜਿਹੜਾ ਰਾਮ ਪਰਮੇਸ਼ਰ ਦੇ ਨਾਮ ਦੇ ਵਿੱਚ ਸਮਾ ਰਿਹਾ ਹੈ, ਮਿਲ ਰਿਹਾ ਹੈ। ਇਹ ਕਹਿਣ ਲੱਗੇ ਕਬੀਰ ਸਾਹਿਬ ਜੀ, ਇੱਕ ਹੋਰ ਪ੍ਰੇਮੀ ਕਾਹਲੀ ਨਾਲ ਬੋਲਿਆ, ਕਹਿੰਦੇ ਘਰ ਦਾ ਕੁਝ ਤਾਂ ਵਿਚਾਰ ਕਰ ਲਓ, ਨਾ ਆਪਣੇ ਸਰੀਰ ਦਾ ਵਿਚਾਰ ਕਰ ਰਹੇ ਹੋ, ਤੁਸੀਂ ਸਾਰਾ ਕੁਝ ਹੀ ਛੱਡਣਾ, ਇਹ ਤੇ ਵੀ ਸਭ ਕੁਝ ਛੱਡ ਜਾਏਗਾ। ਉਸ ਵੇਲੇ ਕਬੀਰ ਸਾਹਿਬ ਜੀ ਨੇ ਉੱਤਰ ਦਿੱਤਾ, ਰਹਾਉ ਅਸਾਈ ਦੇ ਕੇ ਫਰਮਾਉਂਦੇ ਹਨ, ਕਾ ਕੋ ਜਰੈ ਕਾਹੇ ਹੋਏ ਹਾਨ। ਹੇ ਭਾਈ, ਕਾਂ ਕਿਸ ਦਾ ਕੋ ਕੁਝ ਸੜ ਰਿਹਾ ਹੈ, ਕੀ ਜਲ ਰਿਹਾ ਹੈ, ਕਾਹੇ ਕਿਸ ਦੀ ਕੋਈ ਹਾਨੀ ਹੋ ਰਹੀ ਹੈ, ਮੈਨੂੰ ਤਾਂ ਇਉਂ ਦਿਖਦਾ ਹੈ। ਨਟ ਵਟ ਖਿਲੈ ਸਾਰਿਗ ਪਾਨ। ਇਹ ਤਾਂ ਪਰਮਾਤਮਾ ਨਟ ਦੀ ਨਿਆਈ ਹੈ। ਨਟ ਹੁੰਦਾ ਤਮਾਸ਼ਾ ਕਰਨ ਵਾਲਾ, ਤੇ ਉਹ ਨਟ ਜਿਹੜਾ ਨਾ ਕਈ ਤਰ੍ਹਾਂ ਦੇ ਖੇਡਾਂ ਕਰ ਰਿਹਾ ਹੈ। ਨਟ ਨੂੰ ਪੋਲਾ ਬੋਲਣਾ, ਵਟ ਨੂੰ ਅਧਿਕ ਸਹਿਤ ਬੋਲਣਾ। ਨਟ ਵਟ ਖੇਲੈ ਸਾਰੰਗ ਪਾਨ, ਜਿਹਦੇ ਹੱਥਾਂ ਵਿੱਚ ਧਨੁਸ਼ ਹੈ, ਪਾਨ ਹੱਥਾਂ ਦਾ ਨਾਮ ਹੈ। ਕਹਿੰਦੇ ਉਹ ਇੱਕ ਖੇਡ ਖੇਡ ਰਿਹਾ ਹੈ ਨਟ ਬਣ ਕੇ। ਉਹ ਇਸ ਪ੍ਰਕਾਰ ਦੀ ਉਹਦੀ ਆਪਣੀ ਖੇਡ ਹੈ। ਜਦੋਂ ਕਬੀਰ ਸਾਹਿਬ ਜੀ ਦਾ ਐਸਾ ਇਹ ਕੋਸ ਦਾ ਪ੍ਰੀਖਿਆ ਸੀ ਕਬੀਰ ਸਾਹਿਬ ਦੀ, ਉਹਦੇ ਪੂਰੇ ਉਤਰ ਗਏ। ਪਰਮੇਸ਼ਰ ਨੇ ਪੌਣ ਦੇਵਤਾ ਨੂੰ ਹੁਕਮ ਕੀਤਾ, ਉਹ ਛਪਰੇ ਤੋਂ ਉਹ ਤਾਂ ਐਵੇਂ ਅੱਗ ਚਮਤਕਾਰਾ ਹੀ ਦਿਖਾਇਆ ਸੀ ਅੱਗ ਨੇ। ਕਬੀਰ ਸਾਹਿਬ ਜੀ ਦੇ ਛਪਰੇ ਵਾਲੀ ਅੱਗ ਜਿਹੜੀ ਹੈ ਉਹ ਸਾਰੀ ਵੇਸਵਾ ਦੇ ਘਰ ਨੂੰ ਲੱਗੀ। ਫਿਰ ਵੇਸਵਾ ਭੱਜੀ ਹੈ, ਦੌੜ ਕੇ ਆਈ, ਕਬੀਰ ਸਾਹਿਬ ਜੀ ਦੇ ਚਰਨ ਫੜ ਲਏ, ਬਚਾ ਲਓ, ਮੈਂ ਪਾਪਣ ਹਾਂ, ਮੇਰਾ ਸਭ ਕੁਝ ਸੜ ਜਾਏਗਾ, ਭੁੱਖੀ ਮਰ ਜਾਵਾਂਗੀ। ਤੇ ਕਬੀਰ ਸਾਹਿਬ ਜੀ ਵੇਸਵਾ ਨੂੰ ਕਹਿਣ ਲੱਗੇ ਕਿ ਮੈਨੂੰ ਇਹ ਸਮਝ ਨਹੀਂ ਆਈ ਹੈ, ਤੇ ਬੀਬੀ ਤੂੰ ਕਿਉਂ ਇਸ ਤਰ੍ਹਾਂ ਕਰਲਾਪ ਕਿਉਂ ਕਰ ਲਈਆਂ। ਤੇ ਉਸ ਵੇਲੇ ਕਿਹਾ, ਕਾ ਕੋ ਜਰੈ ਕਾਹੇ ਹੋਏ ਹਾਨ। ਕਿਸ ਦਾ ਕੁਝ ਸੜ ਰਿਹਾ ਹੈ, ਕਿਹਦੀ ਕੋਈ ਹਾਨੀ ਹੋ ਰਹੀ ਹੈ। ਨਟ ਵਟ ਖਿਲੈ ਸਾਰਿਗ ਪਾਨ। ਇਹ ਤਾਂ ਸਾਰੰਗ ਪਾਨ, ਸਾਰੰਗ ਨਾਮੇ ਧਨੁਸ਼ ਨੂੰ ਹੱਥਾਂ ਵਿੱਚ ਪਕੜਨ ਵਾਲਾ ਪਰਮੇਸ਼ਰ ਹੈ। ਉਹ ਨਟ ਬਾਜੀਗਰ ਹੈ, ਤੇ ਉਹ ਜਿਵੇਂ ਨਟ ਵਟ ਬਾਜੀਗਰ ਨੂੰ ਕਹਿੰਦੇ ਨੇ ਜਿਹਨੇ ਬਾਜੀ ਪਾਉਣੀ ਹੁੰਦੀ ਹੈ, ਇਸ ਕਰਕੇ ਉਹ ਆਪਣੇ ਕਈ ਤਰ੍ਹਾਂ ਦੇ ਰੂਪ ਬਟਾ ਕੇ ਜਿਹੜਾ ਬਦਲ ਕੇ ਖੇਡਾਂ ਖੇਡਦਾ ਹੈ। ਇਹ ਉਹਨੇ ਆਪਣੀ ਖੇਡ ਬਦਲੀ ਹੈ। ਪਹਿਲਾਂ ਮੇਰੇ ਛੱਪੜੀ ਨੂੰ ਅੱਗ ਲੱਗੀ, ਹੁਣ ਤੇਰੇ ਨਟ ਵਟ ਖੇਲ ਹੈ। ਫਿਰ ਬੋਲ ਦੋ ਜੀ, ਨਟ ਵਟ ਖੇਲੈ ਸਾਰਿਗ ਪਾਨ। ਨਟ ਵਟ ਖੇਲੈ ਸਾਰੰਗ ਪਾਨ। ਉਹ ਸਾਰੰਗ ਨਾਮੇ ਧਨਸ਼ੀ ਦੇ ਹੱਥਾਂ 'ਚ ਹੈ, ਉਹ ਖੇਡਾਂ ਖੇਡ ਰਿਹਾ ਹੈ। ਤੇ ਉਹ ਕਹਿਣ ਲੱਗੀ, ਮਹਾਰਾਜ ਤੁਸੀਂ ਦਿਆਲੂ ਹੋ, ਕਿਰਪਾ ਕਰੋ, ਮੈਨੂੰ ਮਰਦੀ ਨੂੰ ਬਚਾਓ। ਇਹ ਮਿੰਨਤਾਂ ਸੁਣ ਕੇ ਕਬੀਰ ਸਾਹਿਬ ਜੀ ਕਹਿਣ ਲੱਗੇ, ਬੀਬੀ ਤੇਰਾ ਤੇ ਮੇਰਾ ਤਾਂ ਝਗੜਾ ਹੀ ਕੋਈ ਨਹੀਂ ਹੈ, ਆਪਣੀ ਕੋਈ ਲੜਾਈ ਨਹੀਂ ਹੈ। ਇਹ ਅਸਲ ਦੇ ਵਿੱਚ ਆਪਣੀਆਂ ਮਿੱਤਰਾਂ ਦੀ ਲੜਾਈ ਹੈ। ਤੇਰੇ ਮਿੱਤਰਾਂ ਨੇ ਮੇਰੇ ਮਕਾਨ ਨੂੰ ਅੱਗ ਲਾ ਦਿੱਤੀ, ਤੇ ਮੇਰੇ ਮਿੱਤਰ ਨੇ ਤੇਰੇ ਘਰ ਨੂੰ ਅੱਗ ਲਾ ਦਿੱਤੀ। ਇਹੋ ਲੜਾਈ ਤਾਂ ਉਹਨਾਂ ਦੋਨਾਂ ਮਿੱਤਰਾਂ ਦੇ ਵਿੱਚ ਹੈ, ਪਰ ਮੇਰਾ ਮਿੱਤਰ ਜਿਹੜਾ ਬਲਵਾਨ ਹੈ, ਤੇਰੇ ਮਿੱਤਰ ਵਿੱਚ ਇਹ ਸ਼ਕਤੀ ਨਹੀਂ ਵੀ ਤੇਰੇ ਮਕਾਨ ਦੀ ਅੱਗ ਬੁਝਾ ਸਕੇ। ਮੇਰੇ ਮਿੱਤਰ 'ਚ ਇਹ ਸ਼ਕਤੀ ਸੀ, ਮੇਰੇ ਮਕਾਨ ਦੀ ਅੱਗ ਬੁਝਾ ਕੇ ਤੇਰੇ ਲਾ ਦਿੱਤੀ। ਮੈਂ ਹੁਣ ਕੀ ਕਰ ਸਕਦਾ। ਕਹਿੰਦੀ ਨਹੀਂ ਕਬੀਰ ਸਾਹਿਬ ਜੀ, ਤੁਹਾਡੇ ਕਰਕੇ ਹੀ ਕਰਿਆ ਨਾ, ਫਿਰ ਜੇ ਤੁਹਾਡਾ ਮਿੱਤਰ ਪਰਮੇਸ਼ਰ ਨੇ ਕਰਿਆ। ਕਹਿਣ ਲੱਗੇ ਉਹ ਸਰਵ ਸ਼ਕਤੀਮਾਨ ਹੈ। ਹਾਂ, ਇੱਕ ਗੱਲ ਹੋ ਸਕਦੀ ਹੈ, ਮੇਰੀ ਰੱਖਿਆ ਵੀ ਤਾਂ ਪਰਮਾਤਮਾ ਹੀ ਕਰਦਾ। ਕਿਉਂ ਕਰਦਾ? ਮੈਂ ਉਹਦੀ ਸ਼ਰਨ ਵਿੱਚ ਹਾਂ, ਤੂੰ ਵੀ ਉਹਦੀ ਸ਼ਰਨ ਵਿੱਚ ਆ ਜਾ। ਬੇਸਵਾ ਵਾਲਾ ਧੰਦਾ ਛੱਡ ਦੇ, ਪਰਨ ਕਰ ਲੈ ਵੀ ਅੱਜ ਤੋਂ ਬਾਅਦ ਇਹ ਗੰਦਾ ਕਰਮ ਨਹੀਂ ਕਰੇਂਗੀ। ਕਹਿੰਦੀ ਮੈਂ ਨੱਕ ਨਾਲ ਲਕੀਰਾਂ ਕੱਢਣ ਨੂੰ ਤਿਆਰ ਹੈ, ਅੱਜ ਤੋਂ ਬਾਅਦ ਮੈਂ ਧੰਦਾ ਇਹ ਛੱਡਿਆ। ਭਜਨ ਕਰੇਂਗੀ? ਕਹਿੰਦੀ ਹਾਂ, ਭਜਨ ਕਰਦੀ ਰਹੂੰਗੀ। ਜਿਹੜੀ ਬਾਕੀ ਦੀ ਜ਼ਿੰਦਗੀ ਹੈ ਸਤਸੰਗ ਕਰੂੰ, ਭਜਨ ਕਰੂੰ, ਪਰ ਮੇਰੇ ਮਕਾਨ ਨੂੰ ਬਚਾ ਦਿਓ। ਕਬੀਰ ਸਾਹਿਬ ਜੀ ਨੇ ਫਿਰ ਉਸ ਵੇਲੇ ਉਸ ਬੇਸਵਾ ਨੂੰ ਉਪਦੇਸ਼ ਦਿੰਦਿਆਂ ਹੋਇਆਂ, ਉਹਨੇ ਜਦੋਂ ਪਰਨ ਕਰ ਲਿਆ
ਤਾਂ ਕਬੀਰ ਸਾਹਿਬ ਮਹਾਰਾਜ ਨੇ ਪਰਮੇਸ਼ਰ ਦੇ ਅੱਗੇ ਬੇਨਤੀ ਕੀਤੀ ਕਿ हे ਭਗਵਾਨ ਜੀ ਕਿਰਪਾ ਕਰੋ। ਕਬੀਰ ਸਾਹਿਬ ਦੀ ਰਸਨਾ ਤੋਂ ਨਿਕਲਿਆ। ਫਿਰ ਕਹਿੰਦੇ ਨਾ ਤੂੰ ਸੜੇਂਗੀ ਨਾ ਤੇਰਾ ਮਕਾਨ ਸੜੇਗਾ ਜੇ ਤੂੰ ਰੱਬ ਦੀ ਸ਼ਰਨ ਵਿੱਚ ਆ ਗਈ, ਕਿਉਂਕਿ ਮੇਰਾ ਮਕਾਨ ਨਹੀਂ ਸੜਿਆ, ਮੈਂ ਨਹੀਂ ਸੜਿਆ, ਉਹਦੀ ਸ਼ਰਨ ਵਿੱਚ ਹੈ। ਪਰ ਤੂੰ ਆਪਣੇ ਬਚਨ ਦੀ ਪੱਕੀ ਰਹੀ। ਪਰ ਇੱਕ ਗੱਲ ਦਾ ਨਿਸ਼ਚਾ ਕਰ, ਕਹੋ ਕਬੀਰ। ਕਹੋ ਕਬੀਰ ਅੱਖਰ ਦੋਏ ਭਾਖ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਇਹ ਦੋ ਅੱਖਰ ਰਾਰਾ ਤੇ ਮੰਮਾ ਰਾਮ, ਹਾਹਾ ਤੇ ਰਾਰਾ ਹਰ, ਇਹਨੂੰ ਭਾਖ ਉਚਾਰਨ ਕਰ, ਸਿਮਰਨ ਕਰਨ ਲੱਗ ਜਾ। ਹੁਣੇ ਸਿਮਰਨ ਅੱਜ ਤੋਂ ਹੀ ਕਰਨਾ ਸ਼ੁਰੂ ਕਰ ਦੇ ਤੂੰ। ਫਿਰ ਤੂੰ ਦੇਖ ਉਸ ਪਰਮਾਤਮਾ ਦੀ ਖੇਡ। ਹੋਏਗਾ ਖਸਮ ਤਾਂ ਲੇਗਾ ਰਾਖ। ਇਹ ਸਾਧ ਸਮਝੀ ਸੰਪਰਦਾਇ ਵਿਦਵਾਨਾਂ ਨੇ ਤਾਂ ਅਰਥ ਜਿਹੜਾ ਪੂਰੇ ਪ੍ਰਕਰਨ ਅਨੁਸਾਰ ਕੀਤੇ ਹੈ ਮਹਾਂਪੁਰਸ਼ਾਂ ਨੇ, ਪਰ ਜਿਹੜੇ ਨਵੇਂ ਵਿਦਵਾਨ ਉਹ ਸ਼ੰਕਾ ਖੜਾ ਕਰਨ ਵਾਲਾ ਅਰਥ ਕਰ ਦਿੰਦੇ ਆ। ਉਹ ਆਪਾਂ ਬਾਅਦ ਚ ਵਿਚਾਰ ਕਰ ਲੈਣੇ ਆ। ਪ੍ਰਕਰਨ ਚਲਿਆ ਆ ਰਿਹਾ ਹੈ, ਉਹਦੇ ਅਨੁਸਾਰ ਕਬੀਰ ਸਾਹਿਬ ਜੀ ਕਹਿੰਦੇ ਨੇ ਹੋਏਗਾ ਖਸਮ। ਜੇ ਤੇਰਾ ਖਸਮ ਮਾਲਕ ਦੇ ਉੱਤੇ ਹੋਏਗਾ ਨਿਸ਼ਚਾ, ਤੇਰਾ ਹੋਏਗਾ ਵਿਸ਼ਵਾਸ, ਤਾਂ ਫੇ ਕੀ ਹੋਏਗਾ? ਤਾਂ ਲਏਗਾ ਰਾਖ। ਉਹ ਵਿਸ਼ਵਾਸ ਵਾਲਿਆਂ ਦੀ ਰੱਖਿਆ ਕਰਦਾ ਹੈ। ਹੋਏਗਾ ਖਸਮ, ਬੋਲ ਦੋ ਦੁਬਾਰੇ। ਹੋਏਗਾ ਖਸਮ ਤਾਂ ਲੇਗਾ ਰਾਖ। ਤੇ ਜੇ ਤੂੰ ਨਿਸ਼ਚਾ ਕਰੇਗੀ ਖਸਮ ਦੇ ਉੱਤੇ, ਹੋਏਗਾ ਨਿਸ਼ਚਾ ਤੇਰਾ ਖਸਮ ਮਾਲਕ ਦੇ ਉੱਤੇ, ਲਏਗਾ ਰਾਖ, ਜ਼ਰੂਰ ਰੱਖਿਆ ਕਰੇਗਾ। ਇੱਕਦਮ ਉਸੇ ਵੇਲੇ ਕਬੀਰ ਸਾਹਿਬ ਦੇ ਬਚਨਾਂ ਦੀ ਬਰਕਤ ਦੇਖੋ। ਮੂਲੇ ਧਾਰ ਮੀਂਹ ਐਸਾ ਵਰਸਿਆ ਕਿ ਉਹ ਅੱਗ ਪਤਾ ਨਹੀਂ ਜਿਵੇਂ ਲੱਗੀ ਨਹੀਂ ਹੁੰਦੀ, ਉਹ ਤਾਂ ਇੱਕ ਪਰਮਾਤਮਾ ਨੇ ਦਿਖਾਇਆ ਹੀ ਸੀ ਚਮਤਕਾਰ। ਨਹੀਂ ਅੱਗ ਲੱਗੀ ਤੋਂ ਬਾਅਦ ਸਵਾਦ ਰਹਿ ਜਾਂਦੀ ਹੈ, ਉਹ ਚਮਤਕਾਰ ਹੀ ਦਿਖਾਇਆ ਪਰਮਾਤਮਾ ਨੇ, ਉੱਥੇ ਕੁਝ ਵੀ ਨਹੀਂ ਹੈ। ਉਦੋਂ ਬਾਅਦ ਵਿਸ਼ਵਾਸ ਸਾਰੀ ਜ਼ਿੰਦਗੀ ਆਪਣਾ ਮਾੜਾ ਧੰਦਾ ਛੱਡ ਕੇ ਕਬੀਰ ਸਾਹਿਬ ਜੀ ਦੀ ਸ਼ਿਸ਼ ਬਣੀ, ਸਤਸੰਗਣ ਬਣੀ ਤੇ ਰੱਬ ਦੇ ਨਾਂ ਦਾ ਪ੍ਰਚਾਰ ਕਰਦੀ ਰਹੀ, ਲੋਕਾਂ ਨੂੰ ਦੱਸਦੀ ਰਹੀ ਕਿ ਮੇਰਾ ਜੀਵਨ ਇਹੋ ਜਿਹਾ ਸੀ। ਨਾਮ ਦੀਆਂ ਬਰਕਤਾਂ ਇਹੋ ਜਿਹੀਆਂ ਹੁੰਦੀਆਂ ਹਨ। ਇਸ ਕਰਕੇ ਇਹਦੇ ਉੱਤੇ ਸਾਧ ਸੰਗਤ ਜੀ ਇੱਕ ਥੋੜੀ ਜਿਹੀ ਵਿਚਾਰ ਹੈ। ਇਹ ਭਾਈ ਕਾਹਨ ਸਿੰਘ ਨਾਭਾ ਜਿਨ੍ਹਾਂ ਨੇ ਮਹਾਨ ਕੋਸ਼ ਲਿਖਿਆ ਹੈ, ਬੜੀ ਮਿਹਨਤ ਕੀਤੀ ਹੈ। ਮਹਾਰਾਜਾ ਨਾਭਾ ਨੇ ਨਾਲ ਬੜੀ ਭਾਰੀ ਉਹਨਾਂ ਨੂੰ ਸਹਾਇਤਾ ਕਰਕੇ ਖਰਚ ਕਰਕੇ ਲਿਖਾਇਆ। ਉਹਦੇ ਵਿੱਚ ਕਿਤੇ ਕਿਤੇ ਵੱਡੀਆਂ ਵੱਡੀਆਂ ਗਲਤੀਆਂ ਵੀ ਭਾਈ ਸਾਹਿਬ ਜੀ ਦੇ ਹਰ ਇੱਕ ਤੋਂ ਹੋ ਸਕਦੀਆਂ ਨਾ, ਪਰ ਉਹਦੇ 'ਚ ਮੈਂ ਤਾਂ ਬੇਨਤੀ ਕਰਨ ਲੱਗਿਆ ਵੀ ਕੱਲ ਨੂੰ ਕੋਈ ਉਸ ਅਰਥ ਨੂੰ ਪੜ੍ਹ ਕੇ ਕਹੇ ਜੀ ਇਹ ਅਰਥ ਇਹ ਸਹੀ ਹੈ। ਉਹਨੇ ਖਸਮ ਦਾ ਅਰਥ ਕੀਤਾ ਦੁਸ਼ਮਣ, ਇਹ ਮਹਾਨ ਕੋਸ਼ 'ਚ ਲਿਖਿਆ। ਉਹ ਕਹਿੰਦਾ ਵੀ ਉਹਨੇ ਮਿਸਾਲ ਦਿੱਤੀ ਹੈ, ਉਹਨੇ ਸਿੱਧ ਕੀਤਾ ਵੀ ਫਾਰਸੀ ਵਿੱਚ ਖਸਮ ਦਾ ਅਰਥ ਬੈਰੀ ਹੈ, ਦੁਸ਼ਮਣ ਹੈ। ਵੀ ਜੇ ਦੁਸ਼ਮਣ ਤੇਰੇ ਵੱਲ ਕੋਈ ਨੁਕਸਾਨ ਕਰਨ ਆਵੇ ਤਾਂ ਪ੍ਰਮਾਤਮਾ ਤੇਰੀ ਰੱਖਿਆ ਕਰੇਗਾ। ਹੁਣ ਕਬੀਰ ਸਾਹਿਬ ਕੋਈ ਮੱਚ ਦੇ ਜੰਗ 'ਚ ਤਾਂ ਖੜੇ ਨਹੀਂ ਸੀ ਵੀ ਜੰਗ ਦਾ ਪ੍ਰਕਰਨ ਹੈ। ਇਹ ਤਾਂ ਹੁੰਦਾ ਨਾ ਵੀ ਕੋਈ ਦੁਸ਼ਮਣਾਂ ਦੇ ਖਤਰੇ ਵਾਲੀ ਗੱਲ ਬਣ ਰਹੀ ਹੈ। ਹੁਣ ਇੱਥੇ ਪ੍ਰਕਰਨ ਦੇ ਅਨੁਸਾਰ, ਕਿਉਂਕਿ ਜੇ ਇਸ ਗੱਲ ਨੂੰ ਮੰਨ ਲਈਏ ਇਹ ਅਰਥ ਨੂੰ ਭਾਈ ਕਾਹਨ ਸਿੰਘ ਨਾਭੇ ਵਾਲੇ ਨੂੰ ਸਹੀ, ਤਾਂ ਕਬੀਰ ਸਾਹਿਬ ਦਾ ਤਾਂ ਨਿਸ਼ਚੈ ਉੱਡ ਜਾਂਦਾ ਵੀ ਇਹ ਖਸਮ ਹੋਊਗਾ, ਰੱਖਿਆ ਕਰ ਲੂਗਾ। ਖਸਮ ਦੁਸ਼ਮਣ ਵੀ ਉਹਦਾ ਅਰਥ ਕਰ ਲਿਆ ਤਾਂ ਲਏਗਾ ਰਾਖ। ਕਬੀਰ ਸਾਹਿਬ ਨੇ ਪਹਿਲਾਂ ਇਹ ਕਹਿ ਦਿੱਤਾ ਆਪੇ ਪਾਵਕ ਆਪੇ ਪਵਨਾ, ਜਾ ਰਿਹਾ ਖਸਮ ਤਾਂ ਰੱਖੇ ਕਵਨ, ਜਾ ਰਿਹਾ ਖਸਮ। ਹੁਣ ਉੱਥੇ ਖਸਮ ਦਾ ਕੀ ਅਰਥ ਕਰਾਂਗੇ ਫਿਰ? ਵੀ ਜਾਲੇ ਦੁਸ਼ਮਣ ਰਾਖੇ ਕਵਨ ਕੌਣ ਰੱਖ ਸਕਦਾ? ਇਹ ਤਾਂ ਨਿਸ਼ਚੈ ਹੀ ਉਲਟ ਪੁਲਟ ਹੋ ਜਾਂਦਾ ਹੈ। ਇਸ ਕਰਕੇ ਇਹ ਸੰਪਰਦਾਇ ਅਰਥ ਜਿਹੜਾ ਹੈ ਪ੍ਰਕਰਨ ਅਨੁਸਾਰ ਕੀਤਾ ਗਿਆ ਹੈ। ਕਿਤੇ ਕਿਤੇ ਹਰ ਇੱਕ ਤੋਂ ਗਲਤੀਆਂ ਹੋ ਸਕਦੀਆਂ ਨੇ। ਇਹ ਪ੍ਰਕਰਨ ਨਾਲ ਢੁਕਦਾ ਅਰਥ ਨਹੀਂ ਭਾਈ ਕਾਹਨ ਸਿੰਘ ਨਾਭਾ ਤੋਂ ਹੋਇਆ, ਇਸ ਕਰਕੇ ਤਾਂ ਇਹ ਨਿਰਣਾ ਕੀਤਾ ਹੈ। ਬਾਕੀ ਉਹਦਾ ਮਹਾਨ ਕਾਰਜ ਹੈ ਜਿਹੜਾ ਵੱਡਾ, ਉਹਨਾਂ ਨੇ ਮਹਾਨ ਕੋਸ਼ ਬਣਾਇਆ, ਸਾਰੇ ਗਿਆਨੀ ਸਿੰਘ ਕੰਮ ਲੈਂਦੇ ਆ, ਧੰਨਵਾਦ ਹੈ ਉਸਦਾ। ਪਰ ਇਹ ਅਰਥ ਸੰਪਰਦਾਇ ਹੀ ਠੀਕ ਜਾਣਨਾ ਜੀ। ਗੌੜੀ ਕਬੀਰ ਜੀ ਦੋ ਪਦੇ। ਕਬੀਰ ਸਾਹਿਬ ਜੀ ਅੱਗੇ ਸ਼ਬਦ ਉਚਾਰਨ ਕਰਦੇ ਨੇ। ਇੱਥੇ ਜਿੱਥੇ ਅੱਖਰਾਂ ਦੇ ਵਿੱਚ ਦੋ ਪਦੇ ਲਿਖਿਆ ਨਾ, ਉੱਥੇ ਪੈਰ ਦੇ ਵਿੱਚ ਇੱਕ ਚਿੰਨ੍ਹ ਪਿਆ, ਅੰਕ ਪਿਆ, ਦੂਸਰਾ ਅੰਕ ਪਿਆ, ਛੋਟਾ ਜਿਹਾ ਬਰੀਕ ਜਿਹਾ। ਤੇ ਉਹ ਦੋ ਪਦੇ ਦੇ ਹੇਠ ਜਿਹੜਾ ਅੰਕ ਹੈ, ਇਹਦਾ ਭਾਵੇਂ ਕਬੀਰ ਸਾਹਿਬ ਜੀ ਦੇ ਦੋ ਪਦਿਆਂ ਵਾਲੇ ਦੋ ਸ਼ਬਦ ਆਉਣਗੇ। ਇੱਕ ਦਾ ਦੋ ਪਦੇ ਦਾ ਅਰਥ ਹੋ ਗਿਆ ਨਾ ਵੀ ਦੋ ਪਦਿਆਂ ਵਾਲਾ ਸ਼ਬਦ ਹੈ। ਫਿਰ ਦੂਏ ਅੰਕ ਦਾ ਮਤਲਬ ਹੈ
ਦੋ ਸ਼ਬਦ ਇਹ ਆਉਣਗੇ। ਪਰਮੇਸ਼ਰ ਦੇ ਸਨਮੁਖ ਬੇਨਤੀ ਕਰਨ ਦੇ ਨਾਲ, ਉਸ ਭਾਵ ਦੇ ਨਾਲ ਬੇਨਤੀ ਪੂਰਵਕ ਬਚਨ ਕਹਿੰਦੇ ਨੇ ਕਬੀਰ ਸਾਹਿਬ ਜੀ, ਹੇ ਵਾਹਿਗੁਰੂ ਨਾਮ ਜੋਗ ਧਿਆਨ ਚਿੱਤ ਲਾਇਆ। ਹੇ ਪਰਮੇਸ਼ਰ, ਮੈਂ ਪਤੰਜਲੀਆਂ ਦੇ ਮਤ ਦੀ ਤਰ੍ਹਾਂ, ਜਿਵੇਂ ਕਹਿੰਦੇ ਜੋਗਾਸ ਚਿਤ ਵਿਰਤੀ ਨਿਰੋਧਾ, ਮੈਂ ਤਾਂ ਇਸ ਤਰ੍ਹਾਂ ਨਾ ਤਾਂ ਮੈਂ ਜੋਗ ਜੁੜਿਆ ਜਿਵੇਂ ਪਤੰਜਲੀਆਂ ਦਾ ਜੋਗ ਹੈ, ਤੇ ਨਾ ਹੀ ਮੈਂ ਜੋਗ ਧਾਰਨ ਕਰਨ ਵਾਲਾ, ਤੇ ਨਾ ਹੀ ਤੁਹਾਡਾ ਧਿਆਨ ਜਿਹੜਾ ਹੈ ਖਿਆਲ ਚਿੱਤ ਦੇ ਵਿੱਚ ਮਨ ਨੂੰ ਲਾਉਣਾ ਕੀਤਾ ਹੈ। ਤੇ ਇਸ ਕਰਕੇ ਜਿਸ ਪ੍ਰਕਾਰ ਮਹਾਰਾਜ ਮੇਰਾ ਕੀ ਬਣੇਗਾ ਕਿ ਮੈਂ ਤਾਂ ਜੋਗ ਤੋਂ ਵੀ ਧਿਆਨ ਤੋਂ ਵੀ, ਤੇ ਇਸ ਕਰਕੇ ਆਪ ਮਹਾਰਾਜ ਕਿਰਪਾ ਕਰੋ। ਬਿਨ ਬੈਰਾਗ ਨਾ ਛੂਟ ਸਮਾਇਆ। ਤੇ ਇਸ ਕਰਕੇ ਤੁਹਾਡਾ ਜਿਹੜੇ ਸਰੂਪ ਦਾ ਧਿਆਨ ਖਿਆਲ ਵਿੱਚ ਚਿੱਤ ਮਨ ਨੂੰ ਲਾਉਣਾ ਕੀਤਾ, ਮੈਂ ਤੁਹਾਡੇ ਧਿਆਨ ਦੇ ਵਿੱਚ ਤੁਹਾਡੇ ਵੱਲ ਚਿੱਤ ਨੂੰ ਲਾਇਆ। ਮੈਂ ਉਹ ਜੋਗੀਆਂ ਵਾਲਾ ਧਿਆਨ ਨਹੀਂ ਦਸਮ ਦੁਆਰ ਦਾ ਹੈ। ਜਾਂ ਫਿਰ ਵਿਦਾਂਤੀਆਂ ਦਾ ਮਤ ਹੈ ਕਿ ਬੈਰਾਗ ਮੋਹ ਤੋਂ ਬਿਨਾ, ਮੋਹ ਤਿਆਗਣ ਤੋਂ ਬਿਨਾ ਜਿਹੜਾ ਹੈ ਉਹ ਬੈਰਾਗ ਤੋਂ ਬਿਨਾ ਮੋਹ ਨਹੀਂ ਤਿਆਗ ਹੁੰਦਾ। ਬਿਨ ਬੈਰਾਗ, ਜਿੰਨਾ ਚਿਰ ਬੈਰਾਗ ਨਹੀਂ, ਮੋਹ ਦਾ ਤਿਆਗ ਨਹੀਂ ਹੋ ਸਕਦਾ। ਉਹ ਭਰਾਮਤਾ ਧਾਰੇ ਤੋਂ ਬਿਨਾ ਮਾਇਆ ਨਹੀਂ ਛੁੱਟ ਸਕਦੀ। ਬਿਨ ਬੈਰਾਗ ਨਾ ਛੂਟ ਸਮਾਇਆ। ਇਸ ਕਰਕੇ ਮਹਾਰਾਜ ਕਿਰਪਾ ਕਰੋ, ਮੈਂ ਤਾਂ ਕੁਝ ਵੀ ਨਹੀਂ ਧਾਰਨ ਕੀਤਾ, ਤੁਹਾਡੇ ਨਾਮ ਨੂੰ ਹੀ ਜੋਗ ਸਮਝਿਆ, ਤੁਹਾਡੇ ਨਾਮ ਨੂੰ ਹੀ ਬੈਰਾਗ ਸਮਝਿਆ ਹੋਇਆ। ਇਉਂ ਕਥਨ ਕੀਤਾ। ਕੈਸੇ ਜੀਵਨ ਹੋਏ ਹਮਾਰਾ। ਫਿਰ ਕਿਹੋ ਜਿਹਾ ਜੀਵਨ ਸਾਡਾ ਜਿਉਣਾ ਹੋਵੇਗਾ, ਕਿਸ ਪ੍ਰਕਾਰ ਹੋਏਗਾ। ਜਬ ਨਾ ਹੋਏ RAM ਨਾਮ ਆਧਾਰਾ। ਜਿੰਨਾ ਚਿਰ ਰਾਮ ਪਰਮੇਸ਼ਰ ਦੇ ਨਾਮ ਦੇ ਅੰਦਰ ਆਧਾਰਾ ਆਸਰਾ ਨਾ ਹੋਵੇ, ਉਹਨਾਂ ਚ ਜ਼ਿੰਦਗੀ ਦਾ ਤਾਂ ਮਰਨਾ ਹੀ ਸਮਝੋ। ਨਾਮ ਦੇ ਆਧਾਰ ਆਸਰਾ ਹੈ। ਆਖਾਂ ਜੀਵਾਂ ਬਿਸਰੈ ਮਰ ਜਾਓ। ਰਹਾਉ ਅਸਾਈ ਦੇ ਕੇ ਫਰਮਾਉਂਦੇ ਹਨ। ਕਹੋ ਕਬੀਰ ਖੋਜੋ ਅਸਮਾਨ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਅਸੀਂ ਅਸਮਾਨ ਆਕਾਸ਼ ਤੱਕ, ਭਾਵ ਸਵਰਗ ਲੋਕ, ਬ੍ਰਹਮ ਲੋਕ ਇਤਿਆਦਿਕ ਖੋਜੋ, ਖੋਜ ਕੇ ਵੇਖਿਆ, ਵਿਚਾਰ ਕੇ ਦੇਖਿਆ ਹੈ। RAM ਸਮਾਨ ਨਾ ਦੇਖੋ ਆਨ। ਰਾਮ ਪਰਮੇਸ਼ਰ ਦੇ ਨਾਮ ਦੇ ਸਮਾਨ ਬਰਾਬਰ ਵੈਰਾਗ, ਜੋਗ ਸਾਧਨ ਇਤਿਆਦਿਕ ਆਨ ਹੋਰ ਕਿਸੇ ਨੂੰ ਨਾ ਦੇਖੋ। ਮੈਂ ਹੋਰ ਨਹੀਂ ਕੋਈ ਤੱਕਦਾ ਹਾਂ, ਇਹੀ ਸਾਧਨ ਸਭ ਤੋਂ ਵੱਡਾ ਹੈ। ਨਾ ਦੇਖੋ ਆਨ, ਕੋਈ ਸਾਧਨ ਨਹੀਂ ਹੈ ਹੋਰ। ਜਾਂ ਦੇਖੋ ਵੇਖਿਆ ਕਿ ਸਭ ਆਨ ਦਵੈਤ ਵਿੱਚ ਹੀ ਲੱਗੇ ਹੋਏ ਨੇ। ਆਨ ਨਾਲ ਦਵੈਤ ਦਾ ਵੀ ਹੁੰਦਾ। ਪਰਮੇਸ਼ਰ ਦੇ ਨਾਮ ਦੇ ਤੁਲ ਹੋਰ ਕੋਈ ਚੀਜ਼ ਨਹੀਂ ਹੈ। ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ। ਨਾਮ ਸਰੋਵਣ ਸਰਬ ਮੈਂ ਭਗਤ ਰਹੇ ਲਿਵਤਾ। ਇਸ ਕਰਕੇ ਨਾਮ ਹੀ ਵੱਡਾ ਸਾਰਿਆਂ 'ਚ। ਗੌੜੀ ਕਬੀਰ ਜੀ। ਗੌੜੀ ਕਬੀਰ ਸਾਹਿਬ ਜੀ ਗੌੜੀ ਰਾਗ ਦੇ ਅੰਦਰ ਇਹ ਸ਼ਬਦ ਉਚਾਰਨ ਕਰਦੇ ਹਨ। ਜਿਹ ਸਿਰ ਰਚ ਰਚ ਬਾਧਤ ਪਾਗ। ਕਬੀਰ ਸਾਹਿਬ ਨੇ ਇਹ ਸ਼ਬਦ ਉਦੋਂ ਉਚਾਰਨ ਕੀਤਾ, ਕਾਂਸ਼ੀ ਦੇ ਵਿੱਚ ਹੀ ਕਬੀਰ ਸਾਹਿਬ ਜੀ ਦਾ ਸੁਭਾਅ ਸੀ ਵੀ ਉਹ ਕੀਰਤਨ ਜਿੱਥੇ ਬੈਠ ਕੇ ਕਰਦੇ, ਕਈ ਵਾਰੀ ਸ਼ਬਦ ਕੀਰਤਨ ਕਰਦੇ, ਇਸ ਤਰ੍ਹਾਂ ਦਾ ਜਿਵੇਂ ਨਗਰ ਕੀਰਤਨ ਹੁੰਦਾ, ਪਰਮਾਤਮਾ ਦਾ ਜਸ ਕਰਦੇ। ਉਹ ਮਿਲ ਕੇ ਜਸ ਕਰਦੇ ਹੋਏ ਤੁਰੇ ਜਾ ਰਹੇ ਸੀ। ਰਸਤੇ 'ਚ ਬੜਾ ਹੰਕਾਰੀ ਪੁਰਸ਼ ਸੀ, ਮੰਜੇ ਤੇ ਬੈਠਾ, ਮੂਹਰੇ ਸ਼ੀਸ਼ਾ ਰੱਖਿਆ ਹੋਇਆ, ਪੋਚ ਕੇ ਪੱਗ ਬੰਨ੍ਹੀ ਜਾਂਦਾ ਹੈ। ਤੇ ਕਬੀਰ ਸਾਹਿਬ ਜੀ ਲੰਘ ਗਏ, ਮੁੜ ਕੇ ਫਿਰ ਉਦੋਂ ਤੱਕ ਉਹ ਪੱਗ ਹੀ ਬੰਨ੍ਹੀ ਗਿਆ ਬੜੀ ਦੇਰ ਤੱਕ, ਤੇ ਉੱਠ ਕੇ ਸਤਿਕਾਰ ਨਹੀਂ ਕੀਤਾ ਸੰਗਤ ਦਾ, ਨਾ ਨਮਸਕਾਰ ਕੀਤੀ, ਬੈਠਾ ਰਿਹਾ। ਹੰਕਾਰੀ ਸੀ ਬਹੁਤ ਵੱਡਾ। ਤੇ ਕੁਝ ਸਮਾਂ ਲੰਘਿਆ, ਉਹਦੇ ਸਵਾਸ ਪੂਰੇ ਹੋ ਗਏ, ਮਰ ਗਿਆ। ਐਸਾ ਦੁਰਾਚਾਰ ਸੀ ਵੀ ਲੋਕਾਂ ਨੇ ਉਹਦਾ ਸੰਸਕਾਰ ਵੀ ਨਹੀਂ ਕੀਤਾ ਆਪਣੇ ਹੱਥੀਂ। ਉਹਨੂੰ ਉੱਥੋਂ ਚੁੱਕ ਕੇ ਬਾਹਰ ਸੱਟਿਆਂ ਦਾ ਵੀ ਕਾਂ ਕੁੱਤੇ ਖਾਣ, ਸਾਰੇ ਨਗਰ ਨੂੰ ਦੁੱਖ ਹੀ ਦਿੰਦਾ ਰਿਹਾ। ਉਹਦਾ ਸੰਬੰਧੀ ਕੋਈ ਨੇੜੇ ਦਾ ਆਇਆ ਨਹੀਂ ਸੀ। ਉਹਨੂੰ ਚੱਕ ਕੇ ਬਾਹਰ ਸੱਟਿਆਂ ਦਾ, ਉੱਥੇ ਜਿਹੜੇ ਕਾਂ ਕੁੱਤੇ ਉਹਦਾ ਮਾਸ ਖਾ ਗਏ। ਪਿੰਜਰ ਪਿਆ, ਜਿਹੜੀ ਖੋਪੜੀ ਪਈ ਸੀ ਉਸ ਦੀ, ਉਹ ਖੋਪੜੀ ਤੇ ਆ ਕੇ ਕਾਂ ਬੈਠ ਗਿਆ। ਗੰਦਗੀ ਦੀ ਭਰੀ ਹੋਈ ਬਿਸਤਾ ਦੀ ਚੁੰਝ ਸਮਾਰ ਕੇ ਖੋਪੜੀ ਦੇ ਨਾਲ ਉਹ ਕਾਂ ਕਲੋਲਾਂ ਜੀਆਂ ਕਰ ਰਿਹਾ। ਕਬੀਰ ਸਾਹਿਬ ਉਧਰੋਂ ਦੇਖਿਆ, ਕਹਿੰਦੇ ਉਹ ਕਿਸੇ ਦਾ ਪਿੰਜਰਾ ਪਿਆ। ਜਾਂ ਅੰਤਰ ਧਿਆਨ ਹੋ ਕੇ ਦੇਖਿਆ ਵੀ ਕਿਹਦਾ ਹੈ,
ਕਹਿੰਦੇ ਅੱਛਾ ਇਹ ਤਾਂ ਉਹੀ ਆ ਜਿਹੜਾ ਸ਼ਕੀਨ ਪੋਚ ਕੇ ਪੱਗਾਂ ਹੀ ਬੰਨ੍ਹੀ ਜਾਂਦਾ ਸੀ ਦੇਰ ਤੱਕ, ਰੱਬ ਦਾ ਨਾਂ ਤਾਂ ਲੈਣਾ ਇੱਕ ਪਾਸੇ ਰਿਹਾ, ਇਹ ਸਤਿਕਾਰ ਵੀ ਨਹੀਂ ਸੀ ਕਰਦਾ ਰੱਬ ਦੇ ਨਾਂ ਲੈਣ ਵਾਲਿਆਂ ਦਾ। ਉਸ ਵੇਲੇ ਕਵੀ ਸਾਹਿਬ ਜੀ ਕਹਿੰਦੇ ਜਿਹੇ ਸਿਰ ਦੁਆਰੇ ਬੋਲੋ ਜੀ। ਜਿਹੇ ਸਿਰ ਰਚ ਰਚ ਬਾਧਤ ਪਾਗ। ਇਹ ਭਾਈ ਜੇ ਸਿਰ ਦੇ ਉੱਤੇ ਰਚ ਕੇ ਸਵਾਰ ਕੇ ਪੱਗ ਨੂੰ ਬੰਨ੍ਹਦਾ ਸੀ, ਸੋ ਸਿਰ ਚੁੰਚ ਸਵਾਰਹਿ ਕਾਗ। ਉਹ ਸਿਰ ਦੇ ਉੱਤੇ ਬਿਸਟਾ ਦੀ ਭਰੀ ਹੋਈ ਚੁੰਝ, ਉਹ ਕਰੰਗ ਦੇ ਉੱਤੇ ਅੱਜ ਇਸ ਨੂੰ ਕਾਂ ਸਵਾਰ ਰਿਹਾ ਹੈ, ਨਾਲੇ ਬਿਸਟਾ ਦੀ ਭਰੀ ਚੁੰਝ ਉਹਨੂੰ ਲਵੇੜ ਰਿਹਾ ਹੈ। ਇਸ ਕਰਕੇ ਅੱਜ ਦੀ ਇਹ ਹਾਲਤ ਹੋ ਗਈ ਹੈ। ਜੇ ਨਾਮ ਜਪਦਾ ਤਾਂ ਸਤਿਕਾਰ ਦੇ ਨਾਲ ਇਹਦਾ ਮਰਨਾ ਵੀ ਹੁੰਦਾ। ਸੋ ਇਸ ਕਰਕੇ ਕਬੀਰ ਸਾਹਿਬ ਜੀ ਨੇ ਵਿਰਾਗਜਨਕ ਉਪਦੇਸ਼ ਦਿੱਤਾ ਹੈ। ਫਿਰ ਬੋਲੋ ਜੀ। ਜਿਹੇ ਸਿਰ ਰਚ ਰਚ ਬਾਧਤ ਪਾਗ। ਹੇ ਜੀਵ, ਤੂੰ ਜਿਸ ਸਿਰ ਉੱਪਰ ਬੜੀਆਂ ਪੋਚ ਕੇ ਪੱਗਾਂ ਬੰਨ੍ਹਦਾ ਹੈ, ਉਸ ਸਿਰ ਨੂੰ ਇਹ ਵੀ ਕਦੇ ਸੁਣ ਲੈ ਤੂੰ ਧਿਆਨ ਨਾਲ। ਸੋ ਸਿਰ ਚੁੰਚ ਸਵਾਰਹਿ ਕਾਗ। ਉਸ ਸਿਰ ਨੂੰ ਕਾਲ ਰੂਪੀ ਕਾਗ ਕਿਹੜਾ ਕਾਲ ਰੂਪੀ ਕਾਂ? ਆਪਣੀ ਇੱਛਾ ਰੂਪੀ ਚੁੰਝ ਦੇ ਤਾਈਂ ਉਹ ਮਿਰਤੂ ਕਰਨ ਰੂਪ ਸਵਾਰੇਗਾ, ਭਾਵ ਤੇਰਾ ਨਾਸ ਕਰੇਗਾ। ਇਸ ਤਨ ਧਨ ਕੋ ਕਿਆ ਗਰਬਈਆ। ਤੇ ਇਸ ਭਾਈ ਤਨ ਸਰੀਰ ਦਾ, ਧਨ ਵਿਭੂਤੀ ਦਾ ਕਿਆ ਗਰਵਈਆ, ਹੰਕਾਰ ਕੀ ਕਰਦਾ ਹੈ ਤੂੰ? ਰਾਮ ਨਾਮ ਕਾਹੇ ਨਾ ਦ੍ਰਿੜੀਆ। ਕਹਿੰਦੇ ਰਾਮ ਦਾ ਨਾਮ, ਇਹਨੂੰ ਭਾਈ ਦ੍ਰਿੜੀਆ ਪਾਠ ਕਰਨਾ, ਦ੍ਰਿੜੀਆ ਨਾ ਬਣ ਜਾਵੇ। ਰਾਮ ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ ਕਾਹੇ ਕਿਉਂ ਨੇ ਦ੍ਰਿੜੀਆ ਪੱਕਾ ਕਿਉਂ ਨਹੀਂ ਕਰਦਾ ਹੈ? ਦ੍ਰਿੜੀਆ ਇਹਨੂੰ ਪੱਕਾ ਕਰ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ। ਤੇ ਨਹੀਂ ਤਾਂ ਫਿਰ ਭਾਈ ਇਹ ਦੇਖ ਲੈ ਤੂੰ ਅੱਗੇ ਹਾਲ ਤੇਰਾ ਕੀ ਹੋਣਾ ਹੈ। ਇਹ ਉਪਦੇਸ਼ ਵਿਰਾਗਜਨਕ ਉਪਦੇਸ਼ ਦਿੱਤਾ। ਇੱਕ ਦਿਨ ਮ੍ਰਿਤੂ ਤਾਂ ਆਉਣੀ ਹੈ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਆ। ਕਹਿਤ ਕਬੀਰ ਸੁਨੋ ਮਨ ਮੇਰੇ। ਭਗਤ ਕਬੀਰ ਸਾਹਿਬ ਜੀ ਮਨ ਨੂੰ ਮੁਖਾਤਬ ਕਰਕੇ ਕਹਿੰਦੇ ਨੇ, ਮੇਰੇ ਮਨਾ, ਹੇ ਪਿਆਰੇ ਮਨ ਮੇਰੇ, ਤੂੰ ਸੁਣਨਾ ਕਰ ਮੇਰੇ ਉਪਦੇਸ਼ ਨੂੰ। ਇਹੀ ਹਵਾਲ ਹੋਏਗੇ ਤੇਰੇ। ਜੇ ਨਾਮ ਨਹੀਂ ਜਪੇਗਾ ਅੰਤ ਨੂੰ ਤੇਰੇ ਸਿਰ ਦਾ ਵੀ ਇਹੋ ਹੀ ਜਿਹੜਾ ਉੱਪਰ ਦੱਸਿਆ ਹੋਇਆ ਇਹ ਹਾਲ ਹੋਣਗੇ। ਜਿਵੇਂ ਫਰੀਦ ਸਾਹਿਬ ਨੇ ਫਰਮਾਨ ਕੀਤਾ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ, ਕੁੰਨੇ ਹੇਠ ਜਲਾਈਐ ਬਾਲਣ ਸੰਦੇ ਥਾਏ। ਇਹ ਹਾਲ ਹੋਏਗਾ ਤੇਰਾ। ਗੌੜੀ ਗੁਆਰੇਰੀ ਕੇ ਪਦੇ 35। ਇੱਥੋਂ ਤੱਕ ਭਗਤ ਕਬੀਰ ਸਾਹਿਬ ਜੀ ਦੇ ਗੌੜੀ ਗੁਆਰੇਰੀ ਜਾਤੀ ਦੇ 35 ਜਿਹੜੇ ਸ਼ਬਦ ਨੇ ਪਦੇ, ਇਹ ਸ਼ਬਦ ਆ ਚੁੱਕੇ ਹਨ। ਅੱਗੇ ਹੁਣ ਅਸ਼ਟਪਦੀ ਸ਼ੁਰੂ ਕਰਦੇ ਤੇ ਅੱਗੇ ਹੁਣ ਫਰਮਾਨ ਕਰਦੇ ਹਨ ਜੀ। ਰਾਗ ਗੌੜੀ ਗੁਆਰੇਰੀ ਅਸ਼ਟਪਦੀ ਕਬੀਰ ਜੀ ਕੀ। ਤੇ ਅੱਗੇ ਰਾਗ ਗੌੜੀ ਹੋਈ ਹੈ, ਗੁਆਰੇਰੀ ਜਾਤੀ ਪਰ ਅਸ਼ਟਪਦੀ ਹੈ। ਇਹਦੇ ਵਿੱਚ ਕਬੀਰ ਸਾਹਿਬ ਜੀ ਦੀ ਉਚਾਰਨ ਕੀਤੀ ਇੱਕ ਅਸ਼ਟਪਦੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦੁੱਤੀ ਓੰਕਾਰ ਸਰਬ ਕਾ ਪ੍ਰਕਾਸ਼ਕ, ਸਤਨਾਮ ਸੋ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਪ੍ਰਾਪਤ ਕਿਵੇਂ ਹੁੰਦਾ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਇਹ 20 ਮੰਤਰ ਉਚਾਰਨ ਕਰਕੇ, ਮੰਗਲ ਰੂਪ ਸ਼ਬਦ ਉਚਾਰਨ ਕਰਕੇ ਗੁਰੂ ਅਰਜਨ ਦੇਵ ਜੀ ਨੇ ਮੰਗਲ ਕੀਤੇ ਸਾਰੇ। ਹੁਣ ਭਗਤ ਕਬੀਰ ਸਾਹਿਬ ਜੀ ਪਾਸ ਇੱਕ ਵਿਸ਼ਈ ਪੁਰਸ਼ ਆਇਆ, ਆ ਕੇ ਕਹਿਣ ਲੱਗਾ, ਕਬੀਰ ਜੀ ਤੁਸੀਂ ਐਵੇਂ ਇੰਨੇ ਔਖੇ ਹੁੰਦੇ ਹੋ, ਤੜਕੇ ਉੱਠਦੇ ਹੋ, ਸੰਗੀਆਂ ਨੂੰ ਠਾਲਦੇ ਹੋ, ਹਰ ਵਕਤ ਤੇ ਭਜਨ ਕਰੀ ਜਾਂਦੇ ਹੋ। ਜਿਹੜਾ ਸੁਖ ਵਿਸ਼ੇ ਆਨੰਦ ਵਿੱਚ ਹੈ ਨਾ, ਜਿਹੜਾ ਸੁਖ ਵਿਸ਼ਿਆਂ ਦੇ ਵਿੱਚ ਹੈ, ਉਹ ਕਿੱਥੇ ਹੈ ਭਗਤੀ ਦੇ ਵਿੱਚ? ਤੁਸੀਂ ਐਵੇਂ ਲੋਕਾਂ ਨੂੰ ਰੱਬ ਪਤਾ ਨਹੀਂ ਹੈ ਖਾਨੀ ਨਹੀਂ ਹੈ, ਤੁਸੀਂ ਲੋਕਾਂ ਨੂੰ ਜਿਹੜੇ ਸੰਸਾਰਕ ਸੁਖ ਨੇ ਉਹਨਾਂ ਤੋਂ ਵੀ ਵਾਂਝੇ ਰੱਖ ਰਹੇ ਹੋ। ਜਿਵੇਂ ਸ਼ਰਾਬੀ ਆ ਕੇ ਕਹਿਣ ਲੱਗਿਆ ਸੀ ਨਾ, ਜੋਗੀ, ਇਹ ਵਿਸ਼ਈ ਆ ਗਿਆ। ਨਸ਼ਈ ਆਉਂਦੇ ਰਹੇ, ਵਿਸ਼ਈ ਆਉਂਦੇ ਰਹੇ, ਜੋਗੀ ਆਉਂਦੇ ਰਹੇ, ਸਾਰੇ ਤਰ੍ਹਾਂ ਦੇ ਉਹ ਵਿਸ਼ਿਆਂ ਦੀ ਉਸਤਤ ਕਰ ਰਿਹਾ। ਤੇ ਭਗਤ ਕਬੀਰ ਸਾਹਿਬ ਜੀ ਨੇ ਬੈਰਾਗਮਈ ਉਪਦੇਸ਼ ਉਸ ਵੇਲੇ ਫਿਰ ਇਹ ਅਸ਼ਟਪਦੀ ਵਿੱਚ ਦਿੱਤਾ ਹੈ। ਸੁਖ ਮੰਗਤ ਦੁੱਖ ਆਗੇ ਆਵੇ। ਤੇ ਕਹਿੰਦੇ ਭਾਈ ਜਿਹੜਾ ਸੁਖ ਵਿਸ਼ੇ ਸੁਖ ਤੂੰ ਮੰਗਦਾ ਹੈ, ਇਹ ਸੁਖ ਦੇ ਨਾਲ ਕਹਿੰਦੇ ਇਹ ਸਮਝ ਲੈ ਵੀ ਦੁੱਖ ਆਗੇ ਆਵੇ। ਜੰਮਣ ਮਰਨ ਦਾ ਦੁੱਖ ਅੱਗੇ ਆ ਰਿਹਾ ਹੈ, ਜੰਮੇਗਾ ਮਰੇਗਾ,
ਦੁੱਖ ਪ੍ਰਾਪਤ ਹੋਣਗੇ। ਇਸ ਕਰਕੇ ਜਿਹੜਾ ਇਹ ਹੈ, ਸੁਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ, ਸੁਖੇ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਇਹ ਤਾਂ ਮਨਮੁਖਤਾ ਵਾਲੀ ਗੱਲ ਹੈ, ਤੁਹਾਨੂੰ ਅਕਲ ਨਹੀਂ ਇਸ ਗੱਲ ਦੀ ਹੈ। ਸੋ ਇਸ ਕਰਕੇ ਐਸੇ ਜਿਹੜੇ ਸੁਖ ਹਨ, ਸੋ ਸੁਖ ਹਮਹੁ ਨਾ ਮੰਗਿਆ ਭਾਵੈ, ਉਹ ਸੁਖ ਜਿਹਦੇ ਚ ਰਾਈ ਜਿੰਨਾ ਸੁਖ ਹੈ, ਮਨ ਜਿੰਨਾ ਦੁੱਖ ਹੈ, ਸਾਨੂੰ ਨਹੀਂ ਉਹ ਮੰਗਿਆ ਹੋਇਆ ਚੰਗਾ ਲੱਗਦਾ। ਤੂੰ ਵੀ ਉਹ ਸੁਖ ਮੰਗਦਾ, ਉਹ ਵਿਸ਼ੇ ਸੁਖ ਸਾਨੂੰ ਤਾਂ ਮੰਗਣਾ ਭਾਵ ਹੈ ਚੰਗਾ ਹੀ ਨਹੀਂ ਲੱਗਦਾ ਹੈ, ਨਾ ਉਹ ਚੰਗਾ ਹੈ। ਦੇਖਿਆ ਅਜੋ ਸੁਰਤ ਸੁਖ ਆਸਾ, ਅਜੋ ਅਜੇ ਸੁਰਤ ਸੁਰਤੀ ਤਾਂ ਵੇਖਿਆ ਵਿਸ਼ਿਆਂ ਦੀ ਜ਼ਹਿਰ ਦੇ ਵਿੱਚ ਹੈ, ਜਾਂ ਜ਼ਹਿਰ ਰੂਪ ਮਾਇਆ ਦੇ ਵਿੱਚ ਲੱਗੀ ਹੋਈ ਹੈ। ਉਹਦੀ ਜਿਹੜੀ ਆਸਾ ਇੱਛਾ ਲੱਗੀ ਹੋਈ ਹੈ, ਉਮੀਦ ਲੱਗੀ ਹੋਈ ਹੈ, ਫਿਰ ਢਿੱਡ ਭਰਦਾ ਵਿਸ਼ਿਆਂ ਦੇ ਨਾਲ। ਇੱਕ ਸਰੂਪ ਨਾਲ ਸੰਬੰਧ ਬਣਾ ਲਿਆ, ਦੂਜੇ ਨਾਲ, ਤੀਜੇ ਨਾਲ, ਸਾਰੀ ਜ਼ਿੰਦਗੀ ਜੇ ਲੱਖ ਇਸਤਰੀਆਂ ਭੋਗ ਕਰੇ ਨਵਖੰਡ ਰਾਜ ਕਮਾਏ। ਇੰਨਾ ਕੁ ਰਾਜ ਮਿਲਿਆ, ਇੰਨੀ ਕੁ ਜ਼ਮੀਨ ਵੀ ਹੈ, ਇੰਨੇ ਕੁ ਪੈਸੇ ਮਿਲ ਜਾਣ, ਕੋਟ ਜੋਰ ਹੈ, ਲੱਖ ਕਰੋੜ ਹੈ, ਮਨ ਨਾ ਹੋਏ, ਪਰਾ ਪਰਾ ਹੀ ਕੋਲੂ ਜੀ ਹੈ। ਇਸ ਪ੍ਰਕਾਰ ਇਹ ਜਿਹੜੀ ਆਸਾ ਉਮੀਦ ਰੱਖੀ ਹੋਈ ਹੈ ਵਿਸ਼ਿਆਂ ਦੀ, ਵੇਖਿਆ ਅਜੋ ਸੁਰਤ ਸੁਖ ਆਸਾ, ਅਜੇ ਸੁਰਤ ਸੁਰਤੀ ਤਾਂ ਵੇਖਿਆ ਵਿਸ਼ਿਆਂ ਦੇ ਵਿੱਚ ਲੱਗੀ ਹੋਈ ਹੈ, ਇਹ ਸੁੱਖਾਂ ਦੀ ਆਸਾ ਉਮੀਦ ਲੱਗੀ ਹੋਈ ਹੈ, ਇਹਦੇ ਚ ਸੁੱਖ ਹੈ। ਜ਼ਹਿਰ ਰੂਪ ਮਾਇਆ ਵਿੱਚ ਇਹ ਆਸਾ ਲੱਗੀ ਹੋਈ ਹੈ ਕਿ ਉਹਦੇ ਵਿੱਚ ਇੱਛਾ ਸੁੱਖ ਦੀ ਰੱਖਦੇ ਹੋ ਵੀ ਇਹਦੇ ਚ ਸੁੱਖ ਮਿਲੇਗਾ, ਪਰ ਮਾਇਆ ਜੀਵ ਦੁੱਖ ਨਹੀਂ, ਸਭ ਥੱਕੇ ਕਰੋ ਕਮਾਏ। ਵਿਸ਼ਿਆਂ ਤੇ ਸੁੱਖ ਨਹੀਂ, ਮਾਇਆ ਚ ਸੁੱਖ ਨਹੀਂ। ਤੇ ਇਸ ਕਰਕੇ ਫਿਰ ਰਾਮ ਦੇ ਵਿੱਚ ਨਿਵਾਸ ਕਿਵੇਂ ਹੋ ਗਏ, ਕਹਿੰਦੇ ਨੇ ਕੈਸੇ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ। ਇਹਨਾਂ ਵਿਸ਼ਿਆਂ ਵਿੱਚ ਲੱਗਣ ਕਰਕੇ ਰਾਜਾ ਪ੍ਰਕਾਸ਼ ਰੂਪ ਰਾਮ ਪਰਮੇਸ਼ਰ ਦੇ ਵਿੱਚ ਨਿਵਾਸਾ ਸਥਿਤੀ ਕਿਵੇਂ ਹੋਏਗੀ, ਨਹੀਂ ਹੋ ਸਕਦੀ ਹੈ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਨੇ, ਇਸ ਸੁਖ ਤੇ ਸਿਵ ਬ੍ਰਹਮ ਡਰਾਨਾ। ਇਹਨਾਂ ਵਿਸ਼ਿਆਂ ਦੇ ਸੁਖ ਤੋਂ ਸ਼ਿਵ ਸ਼ਿਵ ਜੀ, ਬ੍ਰਹਮ ਬ੍ਰਹਮਾ, ਇਹ ਵੱਡੇ ਦੋ ਦੇਵਤੇ ਹੈ। ਵੈਸੇ ਤਿੰਨ ਦੇਵਤੇ ਨੇ, ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਇੱਥੇ ਦੋ ਦੀ ਗੱਲ ਆਈ ਹੈ। ਬ੍ਰਹਮਾ ਸੰਸਾਰ ਨੂੰ ਸਾਜਦਾ ਹੈ ਪਰਮਾਤਮਾ ਦੇ ਹੁਕਮ ਵਿੱਚ, ਸ਼ਿਵ ਜੀ ਲੈ ਕਰਦਾ ਹੈ। ਵੱਡੇ ਜ਼ਿੰਮੇਦਾਰ ਨੇ, ਕਹਿੰਦੇ ਤੂੰ ਜਿਹੜੇ ਵਿਸ਼ੇ ਸੁਖ ਦੀ ਗੱਲ ਕਰਦਾ ਇਹ ਤੋਂ ਇਹ ਦੋਨੇ ਹੀ ਡਰਦੇ ਨੇ। ਆਖੇ ਕਿਵੇਂ ਡਰਦੇ ਨੇ? ਕਹਿੰਦੇ ਜਿਸ ਵੇਲੇ ਸਮੁੰਦਰ ਅੜਕਿਆ ਸੀ, 14 ਰਤਨ ਕੱਢੇ ਸੀ ਦੇਵਤਿਆਂ ਦੈਤਾਂ ਨੇ, ਜਿਨ ਸਮੁੰਦ ਬਿਰੋਲਿਆ ਕਰ ਮੇਰ ਮਧਾਨ, 14 ਰਤਨ ਨਿਕਲੇ। ਉਹਨਾਂ ਦੇ ਜਿੱਥੇ ਅੰਮ੍ਰਿਤ ਲਿਖਿਆ ਉੱਥੇ ਜ਼ਹਿਰ ਵੀ ਨਿਕਲੀ ਸੀ। ਉਹ ਜ਼ਹਿਰ ਨੂੰ ਤਿੰਨੇ ਲੋਕਾਂ ਨੂੰ ਸਾੜਨ ਵਾਲੀ ਸ਼ਕਤੀ। ਭਗਵਾਨ ਵਿਸ਼ਨੂੰ ਜੀ ਨੇ ਕਿਹਾ, ਹੇ ਸ਼ਿਵ ਜੀ, ਤੇਰੀ ਤਪੱਸਿਆ ਵੱਡੀ ਹੈ, ਤੂੰ ਇਹ ਜ਼ਹਿਰ ਨੂੰ ਪੀ ਲੈ, ਨਹੀਂ ਤਾਂ ਕਿੱਥੇ ਰੱਖੀਏ ਤਾਂ ਭਸਮ ਕਰਦੀ ਜਾ ਰਹੀ ਹੈ। ਉਹਨੇ ਰਾ ਅੱਖਰ ਕਹਿ ਕੇ ਜ਼ਹਿਰ ਪੀ ਲਈ ਤੇ ਮਾਂ ਅੱਖਰ ਕਹਿ ਕੇ ਕੰਠ ਦੇ ਵਿੱਚ ਹੀ ਬੰਦ ਕਰਤੀ, ਕੰਠ ਨੀਲਾ ਹੋ ਗਿਆ। ਇਸ ਕਰਕੇ ਕਹਿੰਦੇ ਨਾਮ ਮਹਾਤਮ ਸ਼ੰਕਰ ਜਾਣਤ, ਕੋਰ ਹਲਾਹਲ ਲੀਨ ਪਚਾਈ। ਇਹ ਨਾਮ ਦਾ ਮਹਾਤਮ ਹੈ। ਉਹ ਜਿਸ ਵੇਲੇ ਉਹਨੇ ਇਹ ਵੱਡਾ ਪੁਕਾਰ ਦੇਵਤਿਆਂ ਤੇ ਕੀਤਾ, ਵੱਡੀ ਸਮਾਧੀ ਲਾਉਂਦਾ ਹੈ, ਤਾਂ ਉਹ ਇੱਕ ਦਿਨ ਉਹਨੇ ਭਗਵਾਨ ਵਿਸ਼ਨੂੰ ਜੀ ਨੂੰ ਕਹਿੰਦੇ ਜੀ ਰਤਨਾਂ ਤੇ ਬੜਾ ਝਗੜਾ ਪੈ ਗਿਆ ਸੀ, ਚਲੋ ਜ਼ਹਿਰ ਤਾਂ ਮੈਨੂੰ ਪਿਆਤੀ, ਵੀ ਇਹ ਦੈਤ ਜਿਹੜੇ ਕਿਵੇਂ ਸਹਿਮਤ ਹੋ ਗਏ? ਵੀ ਮੈਂ ਸੁਣਿਆ ਵੀ ਉਸ ਵੇਲੇ ਤੁਸੀਂ ਮੋਹਣੀ ਰੂਪ ਧਾਰਨ ਕਰਕੇ ਉਹਨਾਂ ਨੂੰ ਭਰਮਾ ਲਿਆ ਸੀ, ਦੈਤ ਬੋਲ ਨਹੀਂ ਸਕੇ। ਭਗਵਾਨ ਵਿਸ਼ਨੂੰ ਜੀ ਕਹਿੰਦੇ ਹਾਂ ਸ਼ੰਕਰ ਜੀ ਐਸਾ ਹੀ ਹੈ। ਉਹ ਕਹਿੰਦੇ ਜੀ ਫਿਰ ਮੈਂ ਦੇਖਣਾ ਚਾਹੁੰਦਾ, ਤੁਹਾਡਾ ਮੋਹਣੀ ਰੂਪ ਦੇਖਣਾ ਚਾਹੁੰਦਾ। ਕਹਿੰਦੇ ਸ਼ਿਵ ਜੀ ਨਾ ਦੇਖ ਇਹ ਰੂਪ ਮੇਰਾ। ਕਹਿੰਦੇ ਕਿਉਂ? ਕਹਿੰਦੇ ਤੂੰ ਸਥਿਰ ਨਹੀਂ ਰਹਿ ਸਕੇਗਾ। ਉਹ ਕਹਿੰਦਾ ਨਹੀਂ ਜੀ ਐਡੀ ਕਿਹੜੀ ਗੱਲ ਹੈ। ਕਹਿਣ ਲੱਗੇ ਜਦ ਮੈਨੂੰ ਪਤਾ ਹੀ ਹੈ ਵੀ ਮੋਹਣੀ ਰੂਪ ਆ, ਕਹਿੰਦੇ ਭੁੱਲ ਜਾਏਗਾ ਇਹ ਵੀ ਉਹ ਰੂਪ ਇਹ ਆ ਜਾਏ। ਕਹਿੰਦਾ ਨਹੀਂ ਜੀ ਤੁਸੀਂ ਐ ਨਾ ਕਰੋ, ਮੈਂ ਤੁਹਾਡੇ ਕਿਸੇ ਤੇ ਜ਼ਹਿਰ ਪੀਤੀ ਤੇ ਤੁਸੀਂ ਮੈਨੂੰ ਰੂਪ ਵੀ ਨਹੀਂ ਦਿਖਾ ਸਕਦੇ। ਕਹਿੰਦੇ ਚੰਗਾ ਫਿਰ ਹਾਰ ਸ਼ਿੰਗਾਰ ਕਰਕੇ ਪਾਰਵਤੀ ਨੂੰ ਕੋਲ ਬਿਠਾ ਲੈ ਪਹਿਲਾਂ, ਜੇ ਮਨ ਕਿਤੇ ਡੋਲ ਗਿਆ ਨਾ ਤੇਰੀ ਘਰਵਾਲੀ ਤੇਰੇ ਕੋਲ ਹੋਊਗੀ। ਕਹਿੰਦਾ ਜੀ ਠੀਕ ਹੈ। ਮੈਂ ਜਦੋਂ ਧਾਰਨ ਕੀਤਾ ਮੋਹਣੀ ਰੂਪ, ਉਹਨੂੰ ਦੇਖ ਕੇ ਸ਼ਿਵ ਜੀ ਨੂੰ ਪਾਰਵਤੀ ਤਾਂ ਭੁੱਲਣੀ ਸੀ, ਆਪਣਾ ਆਪ ਵੀ ਭੁੱਲ ਗਿਆ।
ਉਹ ਕਾਮ ਦੇ ਅਧੀਨ ਹੋ ਕੇ ਉਹਦੇ ਪਿੱਛੇ ਪਿੱਛੇ ਨੂੰ ਉਹਨੂੰ ਸਪਰਸ਼ ਕਰਨਾ ਚਾਹੇ, ਬਾਸ਼ਨਾ ਦੇ ਅਧੀਨ ਹੋ ਗਿਆ, ਕਮਲਾ ਹੋ ਜਾਂਦਾ ਕਾਮੀ ਜਿਹੜਾ। ਉਹਨੂੰ ਇਹ ਲੱਗਦਾ ਵੀ ਮੈਨੂੰ ਹੁਣ ਕੋਈ ਨਹੀਂ ਦੇਖ ਰਿਹਾ, ਜਿਵੇਂ ਸ਼ਰਾਬੀ ਨੂੰ ਹੈ। ਉਹ ਮੋਹਣੀ ਰੱਪਾ ਮੂਰੇ ਮੂਰੇ ਜਾਣ ਕੇ ਉਹਨੂੰ ਹਾ ਭਾਵ ਕਰਕੇ ਐਸਾ ਮੋਹਿਤ ਕੀਤਾ ਤਾਂ ਉਹ ਮੂਰੇ ਨੜਦਾ, ਨੇੜੇ ਪਹੁੰਚ ਜਾਂਦਾ, ਹੱਥ ਲੱਗਣ ਨਹੀਂ ਦਿੰਦਾ। ਖੇਡ ਸੀ ਭਗਵਾਨ ਦੀ। ਉਹ ਅਨਿਸਤਰ ਹੋ ਗਿਆ, ਉਹਦਾ ਜਤ ਸਤ ਟੁੱਟ ਗਿਆ। ਉਹ ਕੀ ਹੋਇਆ ਹੈ, ਜਿਵੇਂ ਸੁਪਨੇ ਦੇ ਵਿੱਚ ਸਾਧ ਸੰਗੀ ਦੋਸ਼ ਆ ਜਾਂਦਾ ਹੈ, ਇਸ ਤਰ੍ਹਾਂ ਉਹ ਜਾਗਦੇ ਵੀ ਕਈ ਬੰਦਿਆਂ ਨੂੰ ਇਸ ਤਰ੍ਹਾਂ ਦਾ ਦੋਸ਼ ਆ ਜਾਂਦਾ ਹੈ। ਉਹਦੀ ਬਿੰਦਪਾਤ ਹੋ ਗਈ। ਉਹ ਜਿੱਥੇ ਜਿੱਥੇ ਡਿੱਗੀ, ਪਹਿਲਾਂ ਤਾਂ ਗੋਹੇ ਤੇ ਡਿੱਗੀ, ਉੱਥੋਂ ਕਹਿੰਦੇ ਨੇ ਵੀ ਗੋਰਖਨਾਥ ਪੈਦਾ ਹੋਇਆ ਸ਼ਿਵ ਜੀ ਦੀ। ਤਾਂ ਇਹ ਉਹਨੂੰ ਮੰਨਦੇ ਆ ਵੀ ਸਾਡਾ ਜੀ ਵੱਡਾ ਜਿਹੜਾ ਸ਼ਿਵ ਜੀ ਹੈ। ਸਮੁੰਦਰ ਦੇ ਜੀ ਡਿੱਗੀ, ਉੱਥੇ ਮੱਛਲੀਆਂ ਨਿਕਲੀ, ਕਹਿੰਦੇ ਉੱਥੇ ਮਛੰਦਰਨਾਥ ਪੈਦਾ ਹੋਇਆ ਉਹਦੇ ਪੇਟੋਂ। ਖੂਹ ਦੇ ਵਿੱਚ ਡਿੱਗੀ, ਉੱਥੇ ਪਾਰਾ ਪੈਦਾ ਹੋਇਆ। ਇਹ ਸ਼ਿਵ ਜੀ ਦੀ ਬੰਦਮਾਨ ਹੁੰਦੀ ਹੈ। ਇਹ ਗ੍ਰੰਥਾਂ ਦੇ ਅੰਦਰ ਇਸ ਤਰ੍ਹਾਂ ਦੇ ਲਿਖੇ ਹੈ, ਪਰ ਆਪਾਂ ਤਾਂ ਤੱਤ ਇਹਦੇ ਚੋਂ ਇਹੀ ਕੱਢਣਾ। ਇਹ ਸਾਖੀਆਂ ਸੱਚੀਆਂ ਨੇ, ਇਹ ਝੂਠੀਆਂ ਨੇ। ਸਾਨੂੰ ਕੀ ਲੈਣਾ ਇਹਨਾਂ ਗੱਲਾਂ ਤੋਂ, ਜੇ ਪਿੱਛੋਂ ਚਲੀਆਂ ਆ ਰਹੀਆਂ ਨੇ। ਇੱਥੇ ਪ੍ਰਮਾਣ ਦਿੱਤਾ ਕਬੀਰ ਸਾਹਿਬ ਨੇ, ਇਹ ਸੁੱਖ ਤੋਂ ਤਾਂ ਸ਼ਿਵ ਜੀ ਡਰ ਗਿਆ। ਉਹ ਫਿਰ ਜਸਾਦ ਸੰਜੂ ਦੀ ਇਹੀ ਜੀ ਬੇਪਤੀ ਹੋਈ, ਜਿਹੜਾ ਲੱਕ ਨੂੰ ਚਰਮ ਬੰਨਿਆ ਹੋਇਆ ਸੀ ਮਿਰਗਾਨ, ਮਿਰਗ ਦੀ ਖਲ ਬੰਨੀ ਸੀ ਮਿਰਗਸ਼ਾਲਾ, ਉਹ ਵੀ ਕਿਤੇ ਖੁੱਲ ਖਲ ਗਈ। ਉਹਨੂੰ ਜਾਣ ਕੇ ਮੋਹਣੀ ਰੂਪ ਧਾਰ ਕੇ ਉਹਦੇ ਚੇਲਿਆਂ ਦੇ ਕੋਲ ਘੁਮਾਇਆ ਉਹਨੂੰ, ਵੀ ਦੇਖ ਲਓ ਚੰਗੀ ਤਰ੍ਹਾਂ ਤੁਹਾਡੇ ਇਸ਼ਟ ਦਾ ਕੀ ਹਾਲ ਹੈ। ਬੇਪਤ ਹੋ ਗਿਆ। ਜਦੋਂ ਫਿਰ ਇਸ ਨੂੰ ਬਾਦ ਦੀ ਖੇਡ ਸਮਾਪਤ ਕਰ ਦਿੱਤੀ, ਸ਼ਿਵ ਜੀ ਰੋਇਆ, ਕਹਿਣ ਲੱਗਿਆ ਵਿਸ਼ਨੂੰ ਜੀ ਤੁਸੀਂ ਤਾਂ ਮੇਰਾ ਜਪ ਤਪ ਸਾਰਾ ਨਸ਼ਟ ਕਰਤਾ ਰੂਪ ਧਾਰ। ਕਹਿੰਦੇ ਤੂੰ ਤਾਂ ਹਟਿਆ ਨਹੀਂ ਹੈ, ਮੈਨੂੰ ਕਾਹਤੇ ਦੋਸ਼ ਦਿੰਦਾ ਹੁਣ ਤੂੰ? ਮੈਂ ਤੈਨੂੰ ਕਿਹਾ ਸੀ ਜੇ ਇਹ ਸੁੱਖ ਦੇ ਉੱਤੋਂ, ਇਹ ਸੁੱਖ ਨੇ ਤਾਂ ਸ਼ੰਕਰ ਨੂੰ ਸ਼ਿਵ ਜੀ ਨੂੰ ਡਰਾ ਦਿੱਤਾ। ਉਹ ਉਦੋਂ ਦਾ ਡਰਿਆ ਹੋਇਆ, ਹੁਣ ਤੱਕ ਵਿਸ਼ਿਆਂ ਤੋਂ ਡਰਦਾ ਹੈ। ਕਹਿੰਦਾ ਭਾਈ ਦੇਖਣਾ ਹੀ ਨਹੀਂ ਚਾਹੀਦਾ ਵਿਸ਼ਿਆਂ ਵੱਲ ਨੂੰ, ਦੇਖਾਂਗੇ ਤਾਂ ਹੀ ਉਹ ਦੋਸ਼ ਹੋਊਗਾ। ਸਾਧ ਸੰਗੀ ਜਿਨ੍ਹਾਂ ਨੇ ਬਚਾਅ ਕੀਤਾ ਉਹਨਾਂ ਨੇ ਇਸੇ ਢੰਗ ਨਾਲ ਕੀਤਾ। ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਉਹ ਕਦੇ ਅੱਖ ਭਰ ਕੇ ਦੇਖਿਆ ਨਹੀਂ ਸੀ ਕਰਦੇ। ਜਵਾਨ ਉਮਰ ਦੇ ਜਦੋਂ ਸੰਤਾਂ ਕੋਲ ਸੇਵਾ ਕਰਦੇ, ਇੱਕ ਮਾਈ ਕਹਿੰਦੀ ਬਾਬਾ ਜੀ ਆਹ ਤੁਹਾਡਾ ਸੇਵਕ ਹੈ ਬਾਬੇ ਅਤਰ ਸਿੰਘ, ਕਹਿੰਦੇ ਵੀ ਇਹਦੀਆਂ ਅੱਖਾਂ 'ਚ ਨੁਕਸ ਹੈ ਕੋਈ? ਕਹਿੰਦੇ ਕਿਉਂ ਬੀਬੀ? ਕਹਿੰਦੇ ਇਹ ਕਦੇ ਉੱਪਰ ਦੇਖਦਾ ਹੀ ਨਹੀਂ ਕਿ ਅੱਖਾਂ ਦੇ ਵਿੱਚ ਨੁਕਸ ਕਰਕੇ ਹੋਊਗਾ। ਮਹਾਂਪੁਰ ਕਹਿੰਦੇ ਨਹੀਂ ਭਾਈ, ਇਹ ਦੇਖਣਾ ਹੀ ਨਹੀਂ ਚਾਹੁੰਦਾ। ਇਸ ਕਰਕੇ ਸਾਧ ਸੰਗ ਜੀ ਹੁਣ ਬ੍ਰਹਮ ਹੈ, ਉਹ ਜਗਤ ਦੀ ਉਤਪਤੀ ਕਰਨ ਵਾਲਾ ਜ਼ਿੰਮੇਵਾਰ ਹੈ। ਤੇ ਇੱਕ ਦਿਨ ਐਸਾ ਹੋਇਆ, ਤਪੱਸਿਆ ਕਰਦੇ ਕਰਦੇ ਸੁੰਧ ਤੇ ਵਿਸੁੰਧ ਦੋ ਦੈਤ ਉਹਨਾਂ ਨੇ ਬ੍ਰਹਮਾ ਨੂੰ ਖੁਸ਼ ਕਰਕੇ ਵਰ ਮੰਗਿਆ। ਕਹਿੰਦੇ ਸਾਨੂੰ ਇਹੋ ਜਿਹਾ ਵਰ ਦਿਓ ਵੀ ਸਾਨੂੰ ਕੋਈ ਨਾ ਮਾਰ ਸਕੇ। ਬ੍ਰਹਮਾ ਨੇ ਕਿਹਾ ਤਥਾਸਤੂ, ਤੁਹਾਨੂੰ ਕੋਈ ਨਹੀਂ ਮਾਰ ਸਕੇਗਾ, ਪਰ ਇੱਕ ਗੱਲ ਯਾਦ ਰੱਖਿਓ, ਜੇ ਆਪਸ ਵਿੱਚ ਹੀ ਲੜੋਗੇ ਫਿਰ ਤੁਹਾਡੀ ਮੌਤ ਹੋ ਜਾਏਗੀ। ਉਹਨੇ ਕਿਹਾ ਅਸੀਂ ਲੜਦੇ ਨਹੀਂ ਕਦੇ ਵੀ। ਕਹਿੰਦੇ ਲੜੋਗੇ ਨਹੀਂ ਮਰੋਗੇ ਵੀ ਨਹੀਂ। ਉਹ ਕਹਿੰਦੇ ਫਿਰ ਅਸੀਂ ਤਾਂ ਅਮਰ ਹੋ ਗਏ। ਅਮਰ ਕੋਈ ਰਹਿਣ ਨਹੀਂ ਦੇਣਾ ਪਰਮਾਤਮਾ ਨੇ। ਇਹ ਦੇਵਤਿਆਂ ਨੂੰ ਫਿਰ ਲੱਗੇ ਦੁੱਖ ਦੇਣ, ਪਰਜਾ ਨੂੰ ਦੁੱਖ ਦੇਣ ਲੱਗੇ, ਕਿਉਂਕਿ ਇਹ ਹੋ ਗਿਆ ਨੱਕ 'ਚ ਦਮ ਕਰਤਾ ਸਾਰਿਆਂ ਦੇ। ਸਵਰਗ ਦੇ ਦੇਵਤਿਆਂ ਨੂੰ ਭਜਾ ਲਿਆ ਕਰਨ ਉੱਥੋਂ ਜਾ ਕੇ। ਦੇਵਤੇ ਤੰਗ ਹੋ ਕੇ ਵਿਸ਼ਨੂੰ ਜੀ ਕੋਲ ਗਏ, ਭਗਵਾਨ ਜੀ ਸਾਡੀ ਰੱਖਿਆ ਕਰੋ। ਇਹ ਬ੍ਰਹਮਾ ਨੇ ਤਾਂ ਵਰ ਦੇ ਕੇ ਨਾ ਜਮਾਂ ਹੀ ਪੱਟੀ ਮੇਸ ਕਰਤੀ, ਦੱਸੋ ਹੁਣ ਕਿੱਧਰ ਨੂੰ ਜਾਈਏ? ਉਹ ਟਿਕਣ ਨਹੀਂ ਦਿੰਦੇ, ਮਰਦੇ ਹੈ ਨਹੀਂ ਉਹ ਸਾਡੇ ਕੋਲ। ਵਰ ਦਿੱਤਾ ਹੋਇਆ ਬ੍ਰਹਮਾ ਦਾ। ਤਾਂ ਭਗਵਾਨ ਵਿਸ਼ਨੂੰ ਕਹਿੰਦੇ ਵੀ ਬ੍ਰਹਮਾ ਨੂੰ ਜਾ ਕੇ ਕਹੋ ਜਿਹਨੇ ਇਹ ਕਲੇਸ਼ ਸ਼ੁਰੂ ਕੀਤਾ। ਬ੍ਰਹਮਾ ਦੇ ਕੋਲ ਆ ਕੇ ਕਿਹਾ ਜੀ ਵਿਸ਼ਨੂੰ ਜੀ ਨੇ ਐਂ ਕਿਹਾ ਤੁਹਾਨੂੰ ਭਗਵਾਨ ਜੀ ਨੇ। ਉਹ ਕਹਿਣ ਲੱਗੇ ਵੀ ਫਿਰ ਕੀ ਕੀਤਾ ਜਾਵੇ? ਹੁਣ ਸੋਚਣ ਲੱਗੇ। ਵਿਸ਼ਨੂੰ ਜੀ ਨੇ ਬ੍ਰਹਮਾ ਨੂੰ ਕਿਹਾ ਕਿ ਤੁਸੀਂ ਇਹਨੂੰ ਵਰ ਦਿੱਤਾ, ਹੁਣ ਤੁਸੀਂ ਵੀ ਇਹ ਜਿੱਤੇ ਤਾਂ ਜਾ ਨਹੀਂ ਸਕਦੇ, ਕਰੋ ਕੋਈ ਉਪਾਅ ਹੁਣ ਤੁਸੀਂ। ਬ੍ਰਹਮਾ ਨੇ ਕਿਹਾ ਅੱਛਾ ਜੀ ਫਿਰ ਮੈਂ ਇਉਂ ਕਰਦਾ, ਜੇ ਤੁਹਾਡਾ ਹੁਕਮ ਹੈ। ਸਾਰੀ ਦੁਨੀਆ ਦੀ ਸੁੰਦਰਤਾ ਇੱਕ ਥਾਂ ਤੇ ਇਕੱਠੀ ਕਰਕੇ ਇੱਕ ਔਰਤ ਦਾ ਰੂਪ ਬਣਾਇਆ, ਜਿਵੇਂ ਭਗਵਾਨ ਵਿਸ਼ਨੂੰ ਜੀ ਨੇ ਮੋਹਣੀ ਰੂਪ ਬਣਾਇਆ ਸੀ। ਉਹਦਾ ਨਾਮ ਰੱਖਿਆ ਤਲੋਚਮਾ। ਉਸੇ ਦਾ ਦੂਸਰਾ ਨਾਮ ਹੈ ਸਰੁਸਤੀ। ਉਹ ਸਰੁਸਤੀ ਨਾਮੇ ਲੜਕੀ ਰਚ ਦਿੱਤੀ। ਹੁਣ ਜਿਹੜਾ ਰਚੇ ਪੈਦਾ ਕਰੇ ਹੁੰਦਾ ਤਾਂ ਪਿਤਾ ਹੀ ਹੈ ਉਹ। ਚਲੋ ਇਸ ਦੇ ਬਿੰਦ ਤੋਂ ਨਹੀਂ ਸੀ ਪੈਦਾ ਹੋਈ, ਇਹਦੇ ਘਰ ਵਾਲੀ ਦੇ ਪੇਟ ਤੋਂ ਨਹੀਂ ਸੀ ਪੈਦਾ ਹੋਈ, ਲੇਕਿਨ ਪੈਦਾ ਤਾਂ ਇਸੇ ਨੇ ਕੀਤੀ ਨਾ। ਉਹ ਤਲੋਚਮਾ ਨਾਮ ਦੀ ਲੜਕੀ ਜਿਹੜੀ ਰਚ ਕੇ ਉਹਨੂੰ ਕਿਹਾ ਵੀ ਦੈਤਾਂ ਦੇ ਪਾਸ ਜਾ। ਆਹ ਬਚਨ ਸਿਖਾਤਾ ਵੀ ਇਸ ਤਰ੍ਹਾਂ ਕਹਿਣਾ। ਉਹ ਪਹੁੰਚ ਗਈ ਤੇ ਉਹ ਦੈਤ ਜਿਹੜੇ ਨੇ ਉਹਨਾਂ ਨੇ ਦੇਖਿਆ ਵੀ ਲੜਕੀ ਬੜੀ ਸੁੰਦਰ ਹੈ,
ਤੇ ਆਪਸ ਵਿੱਚ ਹੀ ਉਹਨੂੰ ਪੁੱਛਦੇ ਨੇ ਦੈਤ ਵੀ ਤੂੰ ਕਿਸ ਨੂੰ ਬਰੇਂਗੀ? ਮੇਰੇ ਨਾਲ ਵਿਆਹ ਕਰਾ ਲਿਆ, ਦੂਜਾ ਕਹਿੰਦਾ ਮੇਰੇ ਨਾਲ ਕਰਾ ਲਿਆ, ਦੋਨੇ ਭਾਈ ਸੀ। ਉਹ ਕਹਿੰਦੇ ਵੀ ਦੇਖੋ ਮੈਂ ਬਰੂੰਗੀ ਉਸ ਨੂੰ ਵੀ ਜਿਹੜਾ ਤੁਹਾਡੇ ਦੇ ਵਿੱਚ ਬਲਵਾਨ ਹੋਊਗਾ। ਲੜਾਉਣੇ ਸੀ ਨਾ ਦੋਨੇ, ਹੁਣ ਤੁਸੀਂ ਆਪਣਾ ਬਲ ਦਿਖਾਓ, ਜਿਹੜਾ ਜਿੱਤ ਗਿਆ ਵੀ ਉਹਨੂੰ ਮੈਂ ਬਰ ਲੂੰਗੀ। ਉਹ ਆਪਸ ਵਿੱਚ ਹੀ ਲੜਨ ਲੱਗੇ, ਉਹ ਲੜ ਕੇ ਦੋਨੇ ਹੀ ਮਰ ਗਏ। ਉਹਦੇ ਬਾਰ ਨਾਲ ਉਹਦਾ ਸਿਰ ਵੱਢਿਆ ਗਿਆ, ਉਹਦੇ ਨਾਲ ਉਹਦਾ ਵੱਢਿਆ ਗਿਆ। ਬਰਮਾ ਦਾ ਇਹੀ ਬਚਨ ਸੀ ਵੀ ਜਦੋਂ ਆਪਸ ਵਿੱਚ ਹੀ ਲੜੋਗੇ ਉਦੋਂ ਮਰ ਜਾਓਗੇ। ਉਹ ਜਦੋਂ ਮਾਰ ਕੇ ਵਾਪਸ ਆਈ, ਬਰਮਾ ਦੀ ਸਭਾ ਲੱਗੀ ਹੋਈ ਹੈ, ਉਹਦੇ ਵਿੱਚ ਆ ਕੇ ਬੈਠ ਗਈ। ਬਰਮਾ ਦਾ ਖੁਦ ਹੀ ਮਨ ਉਹਦੇ ਤੇ ਬੇਈਮਾਨ ਹੋ ਗਿਆ। ਉਹ ਦੇਖੀ ਜਾਵੇ ਉਧਰ ਨੂੰ, ਤ੍ਰੈ ਕਾਲੇ ਦੋ ਉਜਲੇ ਪਤਲੇ ਪੰਜ ਪ੍ਰਕਾਰ, ਚਾਰ ਪੁਸ਼ਟ ਦੋ ਇਕੱਠਨਾ, ਇਹ 16 ਸਿੰਗਾਰ। ਇਸ ਤਰ੍ਹਾਂ ਵੀ ਹੈ, ਥੋੜਾ ਜਿਹਾ ਬਦਲ ਕੇ ਵੀ ਹੈ, ਚਾਰ ਪੁਸ਼ਟ ਦੋ ਚੀਕ ਨੇ, ਇਹ 16 ਸਿੰਗਾਰ। ਉਹਨੇ ਦੇਖਿਆ ਵੀ ਬ੍ਰਹਮਾ ਗਲਤੀ ਕਰ ਰਿਹਾ ਹੈ, ਹਾਲਾਂਕਿ ਮੈਨੂੰ ਇਸ ਨੇ ਪੈਦਾ ਕੀਤਾ, ਬਾਪ ਦੀ ਨਿਆਈ ਹੈ। ਉਹ ਸੱਜੇ ਪਾਸੇ ਹੋ ਗਈ, ਉਹਨੇ ਹੋਰ ਮੂੰਹ ਲਾ ਲਿਆ ਸੱਜੇ ਪਾਸੇ ਦੇਖਣ ਨੂੰ। ਉਹ ਖੱਬੇ ਪਾਸੇ ਹੋ ਗਈ, ਤੀਸਰਾ ਹੋਰ ਮੂੰਹ ਲਾ ਲਿਆ। ਉਹ ਪਿੱਛੇ ਜਾ ਬੈਠੀ, ਚੌਥਾ ਮੂੰਹ ਲਾ ਲਿਆ। ਸ਼ਿਵ ਜੀ ਦੇਖਦਾ ਰਿਹਾ ਵੀ ਇਹ ਤਾਂ ਹੱਦੇ ਹੋ ਗਈ ਹੈ। ਇਹ ਕਥਾ ਸੁਣਾ ਰਿਹਾ ਹੈ, ਲੋਕਾਂ ਨੂੰ ਪੜ੍ਹਾ ਰਿਹਾ ਹੈ, ਵਿਦਿਆ ਪੜ੍ਹਾ ਰਿਹਾ ਹੈ ਤੇ ਲੋਕਾਂ ਨੂੰ ਚੰਗੀਆਂ ਗੱਲਾਂ ਦੱਸਦਾ ਹੈ। ਮੈਂ ਸਤਸੰਗ 'ਚ ਬੈਠਾ, ਸ਼ਰਮ ਕਿਸੇ ਦੀ ਵੀ ਨਹੀਂ ਕਰਦਾ। ਉਹ ਫਿਰ ਸ਼ਕਤੀ ਦੇ ਨਾਲ ਤਲੋਚਮਾ ਆਕਾਸ਼ ਨੂੰ ਉੱਡਣ ਲੱਗੀ, ਸਿੱਧੀ ਦੇ ਬਲ ਨਾਲ। ਇਹਨੇ ਪੰਜਵਾਂ ਮੂੰਹ ਲਾ ਲਿਆ। ਸ਼ਿਵ ਜੀ ਕਹਿੰਦਾ ਫਿਰ ਹੁਣ ਤਾਂ ਹੱਦੇ ਹੋ ਗਈ। ਮਾਰਿਆ ਤਸੂਲ ਵੱਢ ਕੇ ਰੱਖਦਾ ਸਿਰ। ਹੁਣ ਉਹ ਸਿਰ ਜਿਹੜਾ ਵੱਢਿਆ, ਕਿਤੇ ਇਹ ਵੀ ਸਾਸ ਨੇ ਲਿਖਿਆ ਵੀ ਇਹ ਸ਼ਿਵ ਜੀ ਦਾ ਮਨ ਵੀ ਕਿਤੇ ਨਾ ਕਿਤੇ ਥੋੜਾ ਜਿਹਾ ਡੋਲ ਗਿਆ ਸੀ। ਉਹ ਕਪਾਲੀ ਹੱਥ ਨੂੰ ਚਿੰਬੜ ਗਿਆ, ਜਿਹਨੂੰ ਗੋਪਾਲ ਮੋਚਨ ਕਹਿੰਦੇ ਨੇ। ਕਪਾਲ ਮੋਚਨ ਹੈ, ਇੱਥੇ ਆ ਕੇ ਉਹਦਾ ਮੋਚਨ ਛੁੱਟਣਾ ਹੋਇਆ ਸੀ। ਕਪਾਲ ਮੋਚਨ ਹੈ ਸੁੱਧ ਸ਼ਬਦ। ਇਸ ਕਰਕੇ ਫਿਰ ਉਸ ਵੇਲੇ ਦਾ ਬ੍ਰਹਮਾ ਜਿਹੜਾ ਇਹ ਵੀ ਡਰ ਰਿਹਾ ਹੈ। ਉਹ ਕਹਿੰਦਾ ਭਾਈ ਦੇਖਣ ਤੋਂ ਹੀ ਦੋਸ਼ ਹੋਇਆ ਮੈਨੂੰ ਵੀ। ਦੂਸਰਾ ਬ੍ਰਹਮਾ ਨੇ ਇੱਕ ਗੱਲ ਨਿਯਮ ਬਣਿਆ ਫਿਰ। ਉਹ ਕਹਿੰਦੇ ਵੀ ਤੁਹਾਡੀ ਭਾਵੇਂ ਸਕੀ ਭੈਣ ਕਿਉਂ ਨਾ ਹੋਵੇ, ਸਕੀ ਧੀ ਕਿਉਂ ਨਾ ਹੋਵੇ, ਇਕੱਲਿਆਂ ਇਕਾਂਤ ਵਿੱਚ ਉਹਦੇ ਕੋਲ ਵੀ ਬੈਠਣ ਦੀ ਮਨਾਹੀ ਕਰ ਦਿੱਤੀ। ਜਦੋਂ ਬ੍ਰਹਮਾ ਨਹੀਂ ਰਹਿ ਸਕਿਆ, ਤੁਸੀਂ ਕਿਤੇ ਕਿਸ ਬਾਗ ਦੀ ਮੂਲੀ ਹੋ, ਅਸੂਲ ਬਣਾ ਦਿੱਤਾ। ਇਸ ਤਰੀਕੇ ਨਾਲ ਅੰਮ੍ਰਿਤਸਰ ਸਾਧ ਸਿੰਘ ਜੀ ਮਹਾਤਮਾ ਸੀ, ਸੰਤ ਸਰਜੀਤ ਸਿਹੋਰੀ, ਉਹਨਾਂ ਦਾ ਇੱਕ ਵਿਦਿਆਰਥੀ ਭਾਈ ਗੁਰਮੇਲ ਸਿੰਘ ਆਪਣੇ ਜਥੇ ਆਇਆ ਸੀ ਪੜ੍ਹਨ। ਉਹ ਕਹਿੰਦੇ ਇੱਕ ਦਿਨ ਅਸੀਂ ਸੰਤਾਂ ਨੂੰ ਪੁੱਛਿਆ ਵੀ ਤੁਹਾਡੀ ਕੀ ਅਵਸਥਾ ਹੈ? ਉਹ ਕਹਿੰਦੇ ਮੇਰੀ ਅਵਸਥਾ ਤਾਂ ਇਹ ਹੈ ਵੀ ਥੋਤੋਂ ਡਰਦਾ ਮੈਂ ਨਹੀਂ ਕੋਈ ਪਾਪ ਕਰਦਾ, ਮੇਤੋਂ ਡਰਦੇ ਤੁਸੀਂ ਨਹੀਂ ਕਰਦੇ, ਬਸ ਇਹੀ ਅਵਸਥਾ ਹੈ। ਸੰਗਤ ਵਿੱਚ ਰਹੋ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਵਾਜ, ਪਾਪਾਂ ਤੋਂ ਕਿਵੇਂ ਬਚਿਆ ਜਾਏ? ਮਹਾਰਾਜ ਕਹਿੰਦੇ ਕਿਲੇ ਦੇ ਅੰਦਰ ਰਹੋ। ਕਹਿੰਦੇ ਜੀ ਕੱਲਾ ਕੱਲਾ ਸਿੱਖ ਕਿਲਾ ਕਿੱਥੋਂ ਬਣਾ ਦੋ? ਕਹਿੰਦੇ ਸਮਝੇ ਨਹੀਂ ਐ ਨਹੀਂ। ਕਹਿੰਦੇ ਸਾਰੇ ਗੁਰਸਿੱਖ ਜਿਹੜੇ ਨਾਮ ਕਮਾਈ ਵਾਲੇ ਹੋਣ, ਨਾਮ ਜਪਣ ਵਾਲੇ, ਉਹ ਸੰਗਤ ਦੇ ਕਿਲੇ ਵਿੱਚ ਰਹੋ। ਤੁਸੀਂ ਬਾਹਰ ਜਾਓਗੇ ਦੁਸ਼ਮਣ ਢਾ ਲੈਣਗੇ ਉਸ ਵੇਲੇ। ਬਸ ਇਹ ਅਵਸਥਾ ਸਾਜੀ, ਕੱਲਾ ਗਿਆ ਨਹੀਂ ਤੇ ਦੁਸ਼ਮਣ ਦੇ ਡਿੱਕੇ ਆਇਆ ਨਹੀਂ। ਇਸ ਸੁੱਖ ਤੋਂ ਬ੍ਰਹਮਾ ਡਰਿਆ, ਸ਼ਿਵ ਜੀ ਡਰਿਆ। ਕਹਿੰਦੇ ਐਸਾ ਜਿਹੜਾ ਸੁੱਖ ਹੈ ਤੇ ਤੂੰ ਮੈਨੂੰ ਸੁੱਖ ਦੀਆਂ ਗੱਲਾਂ ਕਰਦਾ। ਕਹਿੰਦੇ ਇਹ ਜਿਹੜਾ ਸੀ ਇਸ ਸੁੱਖ ਤੇ ਸ਼ਿਵ ਬ੍ਰਹਮ ਡਰਾਨਾ, ਇਹ ਜਿਹੜਾ ਸੁੱਖ ਇਹਦੇ ਕੋਲ ਬ੍ਰਹਮਾ ਤੇ ਸ਼ਿਵ ਜੀ ਦੋਨੇ ਡਰੇ ਹਨ। ਤੂੰ ਬੇਡਰ ਹੋ ਕੇ ਆਖੇ ਮੈਨੂੰ ਵੀ ਪ੍ਰੇਰਦਾ ਹੈ। ਸੋ ਸੁਖ ਹਮਹੁ ਸਾਚ ਕਰ ਜਾਨਾ। ਤੇ ਉਹ ਸੁਖਦਾਇਕ ਵਿਸ਼ਿਆਂ ਸੁਖ ਨੂੰ तमाम ਜੀਵਾਂ ਨੇ ਸੱਚ ਸੱਚਾ ਕਰਕੇ ਜਾਣਿਆ ਹੋਇਆ ਹੈ। ਸੰਕਾਦਿਕ ਨਾਰਦ ਮਨ ਸਿੱਖਾ। ਉਹ ਭਾਈ ਮਨ ਦੇ ਵਿੱਚ ਵਿਕਾਰ ਪੈਦਾ ਹੋ ਜਾਂਦੇ ਨੇ, ਇਸ ਕਰਕੇ ਉਹ तमाम ਜੀਵਾਂ ਨੇ ਜਿਹੜਾ ਇਹ ਸੁਖ ਮੰਨਿਆ ਹੋਇਆ ਹੈ, ਉਹਨਾਂ 'ਚ ਤੂੰ ਵੀ ਹੈ ਜਿਹੜਾ ਸਵਾਲ ਕਰਨ ਵਾਲਾ ਸੀ। ਕਹਿੰਦੇ ਦੇਖੋ ਸੰਕਾਦਿਕ, ਸਨਕ ਸਨੰਦਨ ਸਨਾਤਨ ਸੰਤ ਕੁਮਾਰ, ਬ੍ਰਹਮਾ ਦੇ 4 ਪੁੱਤਰ ਨੇ ਤੇ ਇਹਨਾਂ ਦਾ ਫਿਰ ਅੱਗੇ ਭਰਾ ਹੈ ਨਾਰਦ ਮੁਨੀ ਅਤੇ ਸ਼ੇਖਾ ਨਾਮ ਹੈ ਸ਼ੇਸ਼ਨਾਗ ਦਾ। ਇਹ ਜਿਹੜੇ ਹੈ ਸਾਰੇ ਜਣੇ ਜਿਨ੍ਹਾਂ ਦਾ ਨਾਮ ਲਿਆ, ਉਹਨਾਂ ਨੇ ਵੀ ਤਿੰਨ ਵੀ ਤਨ ਮਹਿ ਮਨ ਨਹੀਂ ਪੇਖਾ। ਉਹਨਾਂ ਸਾਰਿਆਂ ਨੇ ਤਨ ਸਰੀਰ ਦੇ ਮਹਿ ਵਿੱਚ ਅੰਤਸਕਰਨ ਨੂੰ ਇਕਾਗਰਤਾ ਰੂਪ ਨਹੀਂ ਦੇਖਿਆ। ਮਨ ਫੁਰਨਿਆਂ ਦੇ ਸ਼ਾਇਦ ਉਹਨਾਂ ਦਾ ਵੀ ਜਾਂਦਾ ਰਿਹਾ, ਇਕਾਗਰਤ ਹੋਇਆ ਨਹੀਂ ਦੇਖਿਆ। ਮਤਲਬ ਇਹ ਅੰਤਸਕਰਨ ਨੂੰ ਇਕਾਗਰ ਨਹੀਂ ਪੇਖਾ ਵੇਖਿਆ, ਕਿਤੇ ਨਾ ਕਿਤੇ ਉਹਦੇ 'ਚ ਦੋਸ਼ ਆਉਂਦਾ ਦੇਖਿਆ ਗਿਆ। ਸੰਕਾਦਿਕ ਜਿਹੜੇ ਸੀ ਇੱਕ ਵਾਰੀ ਬ੍ਰਹਮਾ ਦੇ ਕੋਲ ਗਏ, ਕਹਿਣ ਲੱਗੇ ਪਿਤਾ
ਤੇ ਉਹ ਕਹਿਣ ਲੱਗਿਆ, ਪੁੱਤਰੋ ਤੁਸੀਂ ਸ੍ਰਿਸ਼ਟੀ ਸਾਜੋ ਤੇ ਮੈਂ ਇਕਾਂਤ 'ਚ ਹੋ ਕੇ ਭਜਨ ਕਰ ਲਾਂ। ਕਹਿੰਦੇ ਜਿਹੜੀ ਇਕਾਂਤ ਤੂੰ ਚਾਹੁੰਦਾ ਫਿਰ ਅਸੀਂ ਨਹੀਂ ਆਨੰਦ ਮਾਣ ਲੱਗੇ, ਅਸੀਂ ਕਿਉਂ ਕਲੇਸ਼ 'ਚ ਪੈਣਾ ਹੈ। ਕਹਿੰਦੇ ਇੱਕ ਸਾਡਾ ਸਵਾਲ ਹੈ। ਕਹਿੰਦੇ ਦੱਸੋ। ਕਹਿੰਦੇ ਇੰਦਰੀਆਂ ਤੋਂ ਮਨ ਕਿਵੇਂ ਇਕਾਗਰ ਹੋ ਕੇ ਟਿਕ ਸਕਦਾ ਹੈ? ਇੰਦਰੀਆਂ ਦੇ ਨਾਲ ਚੰਚਲ ਰਹਿੰਦਾ ਹੈ, ਇੰਦਰੀਆਂ ਤੋਂ ਉੱਪਰ ਉੱਠ ਕਿਵੇਂ ਇਕਾਗਰ ਹੋ ਸਕਦਾ? ਬ੍ਰਹਮਾ ਨੂੰ ਉੱਤਰ ਨਾ ਆਇਆ। ਇਹਨਾਂ ਨੇ ਆਪਣੇ ਪਿਓ ਦਾ ਮਖੌਲ ਉਡਾਇਆ। ਕਹਿੰਦੇ ਹੈ ਤੂੰ ਸਾਡਾ ਪਿਤਾ? ਕਹਿੰਦੇ ਨਿੱਕਾ ਜਿਹਾ ਸਵਾਲ ਨਹੀਂ ਆਇਆ ਤੈਨੂੰ, ਲੋਕਾਂ 'ਚ ਵੱਡਾ ਬਣਿਆ ਹੋਇਆ। ਬ੍ਰਹਮਾ ਨੇ ਕਿਹਾ ਉਹ ਤਾਂ ਮਰਿਆਦਾ ਹੀ ਭੰਗ ਹੋ ਜੀ, ਕੱਲ ਨੂੰ ਕੋਈ ਬਾਪ ਦੀ ਦਾੜੀ ਨੂੰ ਹੋਰ ਹੱਥ ਪਾਊ, ਫਿਰ ਇਹ ਮੇਰੀ ਬੇਇੱਜ਼ਤੀ ਕਰ ਰਹੇ ਨੇ, ਕੱਲ ਨੂੰ ਇਹ ਤਾਂ ਮਰਿਆਦਾ ਬਣਾਈ ਹੈ ਪਿਤਾ ਦਾ ਸਤਿਕਾਰ ਹੋਵੇ। ਉਹਨੇ ਭਗਵਾਨ ਨੂੰ ਚੇਤੇ ਕੀਤਾ। ਭਗਵਾਨ ਨੂੰ ਇਹ ਗੱਲ ਪਹੁੰਚਦੀ ਨਹੀਂ ਕੋਈ ਮਾਤਾ ਪਿਤਾ ਦਾ ਨਿਰਾਦਰ ਕਰੇ। ਭਗਵਾਨ ਜੀ ਨੇ ਉਹ ਹੰਸ ਅਵਤਾਰ ਧਾਰਨ ਕਰਕੇ ਉਹਦੇ ਤੇ ਵੇਦਾਂ ਦੀਆਂ ਰੀਚਾਂ ਸਾਸ ਜੀ ਜਿਵੇਂ ਅੱਖਰ ਲਿਖੇ ਹੋਏ ਸ਼ਬਦ ਲਿਖਿਆ, ਬ੍ਰਹਮਾ ਨੂੰ ਗਿਆਨ ਕਰਾ ਦਿੱਤਾ। ਉਹ ਜਦੋਂ ਹੰਸ ਅਵਤਾਰ ਧਾਰ ਕੇ ਬੈਠਿਆ, ਸਨਕ ਸਨੰਦਨ ਕੋਲ ਗਏ। ਕਹਿੰਦੇ ਤੁਸੀਂ ਕੌਣ ਹੋ? ਉਹ ਕਹਿੰਦਾ ਤੁਹਾਡਾ ਸਵਾਲ ਹੀ ਗਲਤ ਹੈ, ਤੁਸੀਂ ਦੱਸੋ ਪਹਿਲਾਂ ਕੌਣ ਹੋ। ਉਹ ਕਹਿੰਦੇ ਅਸੀਂ ਬ੍ਰਹਮਾ ਦੇ ਪੁੱਤਰ ਤਿਆਗੀ ਵਿਰਾਗੀ ਬ੍ਰਖਤ। ਕਹਿੰਦੇ ਅੱਛਾ, ਤਿਆਗੀ ਵਿਰਾਗੀ ਬ੍ਰਖਤ ਬ੍ਰਹਮਾ ਦੇ ਪੁੱਤਰ। ਕਹਿੰਦੇ ਅੱਛਾ ਐਂ ਦੱਸੋ ਤੁਹਾਡਾ ਜਿਹੜਾ ਸਰੀਰ ਹੈ ਇਹ ਵੀ ਪੰਜਾਂ ਤੱਤਾਂ ਦਾ ਬਣਿਆ, ਜਿਹੜਾ ਮੇਰਾ ਸਰੀਰ ਬਣਿਆ ਇਹ ਵੀ ਪੰਜਾਂ ਤੱਤਾਂ ਦਾ ਬਣਿਆ, ਤੇ ਜੇ ਕਹੋ ਆਤਮਾ ਤੁਹਾਡੇ 'ਚ ਵੀ ਆਤਮਾ ਹੈ ਮੇਰੇ 'ਚ ਹੀ ਆਤਮਾ ਹੈ। ਤੁਹਾਨੂੰ ਸਵਾਲ ਨਹੀਂ ਕਰਨਾ, ਕਿਸੇ ਸਿਆਣੇ ਬੰਦੇ ਨੂੰ ਪੁੱਛ ਕੇ ਆਓ ਵੀ ਸਵਾਲ ਕਿਵੇਂ ਕਰੀਦਾ। ਉਹ ਉਹਨਾਂ ਦਾ ਹੰਕਾਰ ਨਿਵਰਤ ਕਰ ਦਿੱਤਾ। ਤਾਂ ਉਸ ਵੇਲੇ ਸਾਧ ਸੰਗਤ ਜਦੋਂ ਹੰਕਾਰ ਨਿਵਰਤ ਹੋਇਆ, ਫਿਰ ਉਹਨੇ ਕਿਹਾ, ਕਹਿਣ ਲੱਗੇ ਇੰਦਰੀਆਂ ਤੋਂ ਪਰੇ ਸ਼ਬਦ ਦੇ ਆਸਰੇ ਹੋ ਸਕਦਾ ਹੈ, ਸ਼ਬਦ ਦੁਆਰਾ ਇਕਾਗਰ ਹੋ ਸਕਦਾ, ਸ਼ਬਦ ਤੋਂ ਬਿਨਾਂ ਮਨ ਨਹੀਂ ਇਕਾਗਰ ਹੋ ਸਕਦਾ। ਇਹ ਬ੍ਰਹਮਾ ਨੂੰ ਗਿਆਨ ਕਰਾਇਆ। ਬ੍ਰਹਮਾ ਨੇ ਫਿਰ ਸਾਧ ਸੰਗਤ ਉਹਨਾਂ ਪੁੱਤਰਾਂ ਨੂੰ ਸਵਾਲ ਤਾ, ਉਹਨਾਂ ਦੀ ਬ੍ਰਹਮਾ ਦੀ ਇੱਜ਼ਤ ਰੱਖੀ ਭਗਵਾਨ ਨੇ, ਤੇ ਆਪ ਵੀ ਫਿਰ ਇਹ ਉਪਦੇਸ਼ ਦਿੱਤਾ। ਇਸ ਕਰਕੇ ਨਾਰਦ ਮੁਨੀਆ ਜਿਹੜਾ ਬਾਂਦਰ ਦਾ ਮੂੰਹ ਲਵਾ ਕੇ ਬਹਿ ਗਿਆ ਸੀ, ਕਹਿੰਦਾ ਮੈਂ ਵਿਸ਼ੇ ਜਿੱਤ ਲਏ। ਮੁਨੀ ਬੜੇ ਬੜੇ ਮੁਨੀਆਂ ਦਾ ਬੁਰਾ ਹਾਲ ਹੋਇਆ, ਇਕਾਗਰ ਨਹੀਂ ਹੋਇਆ ਮਨ। ਸ਼ੇਸ਼ ਨਾਗ ਨੂੰ ਹੋ ਗਿਆ ਵੀ ਮੈਂ ਨਾਮ ਰੱਖ ਕੇ ਅੰਤ ਪਾਊਂਗਾ, ਨਾਮ ਨਹੀਂ ਪਾ ਸਕਿਆ, ਅੰਤ ਨਹੀਂ ਪਾ ਸਕਿਆ। ਤੇ ਉਸ ਨੇ ਵੀ ਫਿਰ ਤਿੰਨ ਵੀ ਤਨ ਮਹਿ ਮਨ ਨਹੀਂ ਪੇਖਾ, ਇਕਾਗਰ ਹੋਇਆ ਮਨ ਨਹੀਂ ਦੇਖਿਆ, ਕਿਤੇ ਨਾ ਕਿਤੇ ਵਿਚਲਿਤ ਹੁੰਦਾ ਰਿਹਾ। ਫਿਰ ਭਗਵਾਨ ਨੂੰ ਬੇਨਤੀ ਕੀਤੀ, ਉਹ ਹੁਣ ਤੱਕ ਨਾਮਾਂ ਦਾ ਅੰਤ ਨਹੀਂ ਪਾ ਸਕਿਆ। ਏਕ ਜਿਹੀ ਗੁਣ ਕਵਨ ਬਖਾਨੇ ਤੇ ਸਹਿਸ ਬਣੀ ਸੇਖ ਅੰਤ ਨਾ ਜਾਣੇ। ਇਸ ਕਰਕੇ ਐਸਾ ਜੋ ਇਹ ਮਨ ਹੈ, ਤਿਨ ਵੀ ਤਨ ਮਹਿ ਮਨ ਨਹੀਂ ਪੇਖਾ, ਉਹਨਾਂ ਨੇ ਵੀ ਤਨ ਸਰੀਰ ਦੇ ਇਕਾਗਰ ਹੋਇਆ ਮਨ ਨਹੀਂ ਦੇਖਿਆ ਇਹਨਾਂ ਸਾਰਿਆਂ ਨੇ। ਇਸ ਮਨ ਕਾ ਕੋਈ ਖੋਜੋ ਭਾਈ, ਇਹ ਭਾਈ ਅੰਤਸਕਰਨ ਦੇ ਵਿੱਚ ਜਾਣੀ ਜਿਹੜਾ ਮਨ ਅੰਤਸਕਰਨ ਹੈ ਜਾਂ ਮਨ ਸ਼੍ਰੋਮਣੀ ਪਰਮੇਸ਼ਰ, ਇੱਥੇ ਮਨ ਦਾ ਅਰਥ ਹੈ ਸ਼੍ਰੋਮਣੀ ਪਰਮੇਸ਼ਰ ਜੋ ਸਾਰੀ ਜਗ੍ਹਾ ਸਮਾਇਆ ਹੋਇਆ। ਮਨ ਦੇ ਵਿੱਚ ਉਹਦੀ ਜੋਤ ਹੋਣ ਕਰਕੇ ਮਨ ਨੂੰ ਜੋਤ ਸਰੂਪ ਵੀ ਕਹਿ ਦਿੱਤਾ ਹੈ। ਉਹਨੂੰ ਕੋਈ ਖੋਜੋ, ਲੱਭਣਾ ਕਰੋ ਤੁਸੀਂ। ਤਨ ਛੂਟੇ ਮਨ ਕਹਾ ਸਮਾਏ, ਜਦੋਂ ਇਹ ਸਰੀਰ ਤਨ ਸਰੀਰ ਛੁੱਟ ਜਾਂਦਾ ਹੈ, ਮਰ ਜਾਂਦਾ ਹੈ, ਇਹ ਮਨ ਕਹਾਂ ਕਿੱਥੇ ਸਮਾਉਂਦਾ ਹੈ। ਅੱਗੋਂ ਵਿਸ਼ਈ ਪੁਰਸ਼ ਕਹਿੰਦਾ ਭਗਤ ਜੀ ਤੁਸੀਂ ਆਪ ਹੀ ਦੱਸਣਾ ਕਰੋ ਵੀ ਮੈਨੂੰ ਥੋੜੀ ਪਤਾ ਇਹਨਾਂ ਗੱਲਾਂ ਦਾ, ਤੁਸੀਂ ਦੱਸੋ। ਫੇਰ ਕਬੀਰ ਸਾਹਿਬ ਜੀ ਆਪ ਹੀ ਦੱਸਦੇ ਹਨ, ਗੁਰ ਪ੍ਰਸਾਦੀ ਜੈ ਦਿਓ ਨਾਮ। ਕਹਿੰਦੇ ਭਾਈ ਸੁਣ, ਜਿਨ੍ਹਾਂ ਨੇ ਇਕਾਗਰ ਕੀਤਾ ਉਹਨਾਂ ਦੀ ਸੁਣ ਲੈ। ਭਗਤ ਜੈਦੇਵ ਜੀ ਦਾ ਮਨ ਇਕਾਗਰ ਹੋਇਆ ਸ਼ਬਦ ਨਾਲ ਲਾ ਕੇ, ਜਾਂ ਫਿਰ ਨਾਮਦੇਵ ਜੀ ਦਾ ਮਨ ਇਕਾਗਰ ਹੋਇਆ ਭਗਤ ਜੀ ਦਾ। ਕਿਵੇਂ ਹੋਇਆ? ਗੁਰ ਪ੍ਰਸਾਦੀ, ਗੁਰੂ ਦੀ ਪ੍ਰਸਾਦੀ ਕਿਰਪਾ ਕਰਕੇ, ਤੇ ਇਹਨਾਂ ਭਗਤਾਂ ਦਾ ਮਨ ਜਿਹੜਾ ਹੈ ਉਹ ਫਿਰ ਇਕਾਗਰ ਹੋਇਆ। ਤੇ ਉਹਨਾਂ ਨੇ ਤਨ ਦੇ ਵਿੱਚ ਮਨ ਦੇਖਿਆ, ਪਰ ਪ੍ਰੇਮਾ ਭਗਤੀ ਦੁਆਰਾ ਦੇਖਿਆ। ਭਗਤ ਕੈ ਪ੍ਰੇਮ ਇਨੀ ਹੀ ਹੈ ਜਾਨਾ। ਭਗਤ ਕੈ ਪ੍ਰੇਮ ਦਾ ਮਤਲਬ ਪ੍ਰੇਮਾ ਭਗਤੀ, ਪ੍ਰੇਮਾ ਭਗਤੀ ਦੁਆਰਾ ਇਨ ਹੀ ਹੈ ਜਾਨਾ। ਇਸ ਕਰਕੇ ਪ੍ਰੇਮਾ ਭਗਤੀ ਦੁਆਰਾ ਮਨ ਦੀ ਮਤ ਛੱਡ ਕੇ ਇਕਾਗਰ ਚਿੱਤ ਹੋ ਕੇ ਬ੍ਰਹਮ ਵਿੱਚ ਲੀਨ ਹੋਣਾ ਇਹਨਾਂ ਨੇ ਜਾਣਨਾ ਕੀਤਾ ਹੈ। ਇਹਨਾਂ ਵਰਗੇ ਹੋਰ ਵੀ ਬਹੁਤ ਸਾਰੇ ਰਿਸ਼ੀਆਂ ਮੁਨੀਆਂ ਨੇ ਜਾਣਨਾ ਕੀਤਾ ਹੈ। ਇਸ ਮਨ ਕੋ ਨਹੀਂ ਆਵਨ ਜਾਣਾ। ਇਹ ਜੋ ਮਨ ਜੀਵ ਚੇਤਨ ਸਰੂਪ ਹੈ, ਜਿਹੜਾ ਇਹਦੇ 'ਚ ਜਿਹੜੀ ਚੇਤਨ ਸੱਤਾ ਹੈ ਉਹਨੂੰ ਆਉਣਾ ਜਾਣਾ ਨਹੀਂ ਹੈ। ਮਨ ਸ਼੍ਰੋਮਣੀ ਪ੍ਰਮਾਤਮਾ ਵਿੱਚ ਇਹਨੂੰ ਆਵਣ ਜਾਣਾ, ਆਉਣਾ ਜਾਣਾ, ਜੰਮਣਾ ਮਰਨਾ ਨਹੀਂ ਹੈ। ਆਤਮਾ ਨੂੰ ਥੋੜੀ ਜੰਮਣਾ ਮਰਨਾ ਹੈ,
ਇਹ ਤਾਂ ਸੂਖਮ ਸਰੀਰ ਨੂੰ ਹੈ, ਤਨ ਨੂੰ, ਆ ਜਿਹੜਾ ਅਸਥੂਲ ਸਰੀਰ ਹੈ ਇਹਨੂੰ ਮੈਂ, ਕਾਰਨ ਸਰੀਰ ਨੂੰ ਹੋਏਗਾ, ਪਰ ਉਹ ਤਾਂ ਜੋਤ ਸਰੂਪ ਹੈ। ਉਹਨੂੰ ਆਤਮਾ ਨੂੰ ਜਾਣਨਾ ਕਰ, ਤੇ ਉਹਨੂੰ ਜਾਣ ਕਰਕੇ ਉਹਦੇ ਚ ਆਉਣਾ ਜਾਣਾ ਨਹੀਂ। ਉਹ ਸ਼੍ਰੋਮਣ ਹੈ ਸਾਰਿਆਂ ਤੋਂ, ਜਿਹੜਾ ਪਰਮੇਸ਼ਰ ਦੀ ਅੰਸ਼ ਹੋਣ ਕਰਕੇ ਕਹੋ ਕਬੀਰੇ ਰਾਮ ਕੀ ਅੰਸ਼। ਜਿਸ ਕਾ ਭਰਮ ਗਿਆ ਤਿਨ ਸਾਚ ਪਛਾਨਾ, ਜਿਨ੍ਹਾਂ ਦਾ ਹਿਰਦੇ ਚੋਂ 5 ਪ੍ਰਕਾਰ ਦਾ ਭਰਮ, ਭੇਦ ਭਰਮ, ਕਰਤਤ ਭਰਮ, ਪੁਨ ਸੰਗ ਭਰਮ, ਵਿਕਾਰ ਭਰਮ, ਇਤਰ ਜਗ ਸੱਚ, ਪੰਚੋ ਭਰਮ ਸੰਸਾਰ, ਇਹ ਜਿਹੜੇ 5 ਪ੍ਰਕਾਰ ਦੇ ਭਰਮ ਨਾਸ ਹੋ ਗਏ ਜਿਹਦੇ, ਉਹਨਾਂ ਨੇ ਸੱਚ ਸਰੂਪ ਨੂੰ ਪਛਾਨਣਾ ਕੀਤਾ ਹੈ। ਇਸ ਮਨ ਕੋ ਰੂਪ ਨਾ ਰੇਖਿਆ ਕਾਈ, ਇਹ ਮਨ ਦੇ ਤਾਈਂ ਕਹਿੰਦੇ ਇਹ ਜਿਹੜਾ ਮਨ ਹੈ, ਇਸ ਮਨ ਕੋ ਦਾ ਅਰਥ ਹੈ ਦਾ, ਕਾਈ ਕੋਈ ਵੀ ਰੂਪ ਆਕਾਰ ਤੇ ਰੇਖਾ ਮੱਚ ਕੱਛ ਆਦ ਨਹੀਂ ਹੈ। ਹੁਕਮੇ ਹੋਇਆ ਹੁਕਮ ਬੂਝ ਸਮਾਈ, ਇਹ ਤਾਂ ਹੁਕਮ ਦੁਆਰਾ ਸ੍ਰਿਸ਼ਟੀ ਦੇ ਰਚਨ ਵਾਸਤੇ ਪੈਦਾ ਹੋਇਆ ਹੈ, ਤੇ ਗੁਰਾਂ ਦੇ ਹੁਕਮ ਵਿੱਚ ਉਹਨੂੰ ਹੁਕਮ ਨੂੰ ਬੁੱਝ ਕਰਕੇ, ਦੁਬਾਰੇ ਬੋਲੇ ਜੀ। ਹੁਕਮੇ ਹੋਇਆ ਹੁਕਮ ਬੂਝ ਸਮਾਈ, ਇਹ ਹੁਕਮ ਦੁਆਰਾ ਸ੍ਰਿਸ਼ਟੀ ਦੇ ਰਚਨ ਵਾਸਤੇ ਪੈਦਾ ਹੋਇਆ ਹੈ। ਗੁਰਾਂ ਦੁਆਰਾ ਹੁਕਮ ਨੂੰ ਬੂਝ ਸਮਝ ਕਰਕੇ, ਬੁੱਝ ਕਰਕੇ, ਜੋਤੀ ਸਰੂਪ ਸਮਝ ਕੇ, ਮਨ ਤੋਂ ਜੋਤ ਸਰੂਪ ਆਪਣਾ ਮੂਲ ਪਛਾਣ, ਪਰਮੇਸ਼ਰ ਦੇ ਵਿੱਚ ਹੀ ਸਮਾ ਜਾਂਦਾ ਹੈ, ਭੇਦ ਹੋ ਜਾਂਦਾ ਹੈ। ਇਸ ਮਨ ਕਾ ਕੋਈ ਜਾਣੈ ਭੇਉ, ਇਹ ਮਨ ਦਾ ਭਾਈ, ਇਸ ਮਨ ਦੇ ਅੰਦਰ ਹੀ ਸਾਰਾ ਸੰਸਾਰ ਹੈ। ਉਹ ਸ਼੍ਰੋਮਣੀ ਪਰਮੇਸ਼ਰ ਦੀ ਜੋਤ ਹੈ, ਇਹਦੇ ਅੰਦਰ ਮਨ ਦੇ ਵਿੱਚ ਹੈ ਨਾ ਜੋਤ। ਇਸ ਮਨ ਅੰਤਸ਼ ਕਰਨ ਦਾ ਕੋਈ ਭਿਓ ਭੇਦ ਜੇ ਕੋਈ ਜਾਣੇ ਜਾਣ ਲਵੇ, ਇਹ ਮਨ ਲੀਨ ਭਏ ਸੁਖ ਦੇਉ, ਤਾਂ ਫਿਰ ਇਹ ਮਨ ਇਕਾਗਰ ਹੋ ਕੇ ਗਿਆਨ ਦੁਆਰਾ ਬ੍ਰਹਮ ਵਿੱਚ ਲੀਨ ਅਭੇਦ ਹੋ ਜਾਏਗਾ, ਮਿਲ ਜਾਏਗਾ, ਜਿਸ ਕਰਕੇ ਫਿਰ ਸੁਖ ਦੇਉ। ਦੂਸਰਾ ਪਾਠ ਹੈ ਇਹ, ਫਿਰ ਜਿਹੜਾ ਮੁੱਖ ਪਾਠ ਸੁਖ ਦੇਉ ਇਕੱਠਾ ਹੀ ਕਰਨਾ ਹੈ। ਸੁਖ ਦੇਉ ਕੌਣ? ਸੁਖਦੇਵ ਮੁਨੀ ਆਦ, ਤੇ ਮਨ ਹਿਰਦੇ ਸ਼੍ਰੋਮਣੀ ਪਰਮੇਸ਼ਰ ਵਿੱਚ ਲੀਨ ਹੋ ਗਏ ਨੇ। ਸੁਖ ਤੇ ਦਿਓ, ਸੁਖ ਸਰੂਪ ਦਾ ਦਿਓ ਪ੍ਰਕਾਸ਼ ਹੋ ਜਾਵੇਗਾ। ਸੁਖਦੇਵ ਤਾਂ ਪਾਠਕ ਹੈ ਨਾ, ਸੁਖਦੇਵ ਹੈ ਉਹਦਾ ਨਾਮ। ਸੁਖ ਸਰੂਪ ਕੌਣ? ਵਾਹਿਗੁਰੂ ਹੈ, ਉਹਦਾ ਦਿਓ ਪ੍ਰਕਾਸ਼। ਦੂਸਰੇ ਅਰਥ ਵਿੱਚ ਅਲੱਗ-ਅਲੱਗ ਅਰਥ ਹੈ ਇਹਦਾ। ਸਰੂਪ ਦੀ ਸਿਖਿਆਤਾ ਹੋ ਜਾਏਗੀ। ਸੁਖਦੇਵ ਮੁਨੀ ਵਿਆਸ ਦਾ ਪੁੱਤਰ ਹੋਇਆ ਹੈ। ਬ੍ਰਾਹਮਣ ਪਣੇ ਦਾ ਬਹੁਤ ਹੰਕਾਰ ਸੀ। ਉਹਨੇ ਦੇਖਿਆ ਵੀ ਮੇਰਾ ਉਪਦੇਸ਼ ਨੂੰ ਕਾਟ ਨਹੀਂ ਕਰਨਾ, ਰਾਜੇ ਜਨਕ ਕੋਲ ਭੇਜਿਆ ਉਪਦੇਸ਼ ਲੈਣ। ਉੱਥੇ ਗਿਆ ਤੇ ਮਨ ਦੇ ਸੰਕਲਪ ਜਾ ਕੇ ਦੇਖ ਕੇ ਉਹ ਕਈ ਤਰ੍ਹਾਂ ਦੀਆਂ ਸਾਖੀਆਂ ਆਉਂਦੀਆਂ ਨੇ। ਰਾਣੀਆਂ ਦੀ ਗੱਲ ਵੀ ਆਉਂਦੀ ਆ ਵੀ ਸੁੱਖਾਂ 'ਚ ਦੇਖਿਆ ਸੀ। ਤੇ ਉਹ ਉਹਨਾਂ ਨੂੰ ਦੇਖ ਕੇ ਕਹਿੰਦਾ ਹੀਰਿਆਂ ਦੇ, ਬੜੇ ਬੜੇ ਮਣੀਆਂ ਦੇ, ਪੁਖਰਾਜ, ਨੀਲਮ ਤੇ ਹੀਰੇ ਜਵਾਹਰ ਆਦ, ਉਹਨਾਂ ਦੇ ਮਕਾਨ ਦੀਆਂ ਜੜਤਾਂ ਜੜੀਆਂ ਹੋਈਆਂ ਨੇ, ਸੋਨੇ ਦੇ ਥੰਮ। ਕਹਿੰਦਾ ਇਹ ਉਪਦੇਸ਼ ਮੈਨੂੰ ਕੀ ਹੋਊਗਾ, ਤਾਂ ਮਾਇਆ 'ਚ ਫਸਿਆ ਹੋਇਆ। ਇਹ ਉਹਨੇ ਫੁਰਨਾ ਕੀਤਾ। ਜਨਕ ਕਹਿਣ ਲੱਗਿਆ ਤੂੰ ਆਇਆ ਉਪਦੇਸ਼ ਲੈਣ, ਕਰਦਾ ਸ਼ੰਕਾ। ਕਹਿੰਦਾ ਇਹ ਜਿਹੜੇ ਥੰਮ ਸੋਨੇ ਦੇ ਨੇ ਮੇਰੇ ਛਾਤੀ 'ਚ ਤਾਂ ਨਹੀਂ ਗੱਡੇ ਹੋਏ, ਜ਼ਮੀਨ ਤੇ ਗੱਡੇ ਹੋਏ ਨੇ। ਤੂੰ ਆਪਣਾ ਕੰਮ ਕਰਦਾ ਜਾਂ ਤੂੰ ਸ਼ੰਕਾ ਕੀਤੀ ਹੈ ਉਪਦੇਸ਼ ਲੈਣ ਦੇ ਯੋਗ ਨਹੀਂ। ਨਾਰਦ ਮਿਲਿਆ, ਰੇਤੇ ਦੀਆਂ ਟੋਕਰੀਆਂ ਨਦੀ ਛੱਡਦਾ ਸੀ। ਕਹਿੰਦਾ ਪੁਲ ਬਣਦਾ। ਕਹਿੰਦਾ ਰੇਤੇ ਦੇ ਵੀ ਪੁਲ ਬੰਨੇ ਨੇ। ਕਹਿੰਦਾ ਫਿਰ ਗੁਰੂ ਤੇ ਸ਼ੰਕਾ ਕਰਨ ਵਾਲਿਆਂ ਦੀ ਕਲਿਆਣ ਵੀ ਹੋਈ ਆ ਕਦੇ? ਤੇਰੀਆਂ 12 ਕਲਾਂ ਵਿਰਾਗ ਦੀਆਂ ਖਤਮ ਹੋ ਗਈਆਂ। ਮੁੜ ਕੇ ਫੇਰ ਪਿਤਾ ਕੋਲ ਆਇਆ, ਮੇਰੇ ਕੋਲ ਆ। ਕਹਿੰਦੇ ਵੀ ਹੁਣ ਤਾਂ ਉੱਥੇ ਭਲਾ ਹੋਊਗਾ। ਤੇ ਇਉਂ ਸਾਸ ਨਹੀਂ ਉਹਦੀ ਪ੍ਰੀਖਿਆ ਕੀਤੀ। ਡੂਢੀ 'ਚ ਖੜਾ ਰਿਹਾ। ਕਹਿੰਦਾ ਤੂੰ ਵੀ ਫੋੜੀ ਇੱਥੇ ਰੱਖਿਆ, ਦਿਖਾ ਦਿੱਤਾ ਵੀ ਅੱਗ ਲੱਗੀ ਆ, ਡੂਢੀ ਤੱਕ ਆ ਗਈ। ਕਹਿੰਦਾ ਜੀ ਮੇਰੀ ਤੂੰ ਵੀ ਫੋੜੀ ਪਈ ਆ। ਕਹਿੰਦੇ ਤੂੰ ਉਪਦੇਸ਼ ਕੀ ਲਏਗਾ, ਤੇਰੀ ਸੁਰਤ ਤੂੰ ਵੀ ਫੋੜੀ 'ਚ, ਮੇਰੇ ਮਕਾਨ ਸੜ ਰਹੇ। ਮੈਨੂੰ ਯਾਦ ਕੇ ਜੋ ਕਲਾ ਵਰਤਾ ਦਿੱਤੀ ਸੀ। ਤੇ ਉਸ ਤੋਂ ਬਾਅਦ ਜਦੋਂ ਉਹਨੇ ਫਿਰ ਨਿਮਰਤਾ ਦੇ ਵਿੱਚ ਉਹਨੇ ਹੰਕਾਰ ਛੱਡ ਕੇ ਕਿਹਾ ਗੁਰਦੇਵ ਮੇਰੇ ਤੋਂ ਭੁੱਲ ਹੋ ਗਈ। ਕਹਿੰਦਾ ਫਿਰ ਤੂੰ ਮੇਰੀ ਜਿਹੜੀ ਪਰਖਣਾ ਕਰਨਾ ਚਾਹੁੰਦਾ ਸੀ ਵੀ ਮੈਂ ਮਾਇਆ 'ਚ ਖਿੱਚਤਾ ਜਾਂ ਨਹੀਂ, ਕਹਿੰਦੇ ਹੁਣ ਤੇਰੀ ਪਰਖਣਾ ਕਰੂੰ ਪਹਿਲਾਂ। ਕਹਿੰਦਾ ਜੀ ਉਪਦੇਸ਼ ਦੇ ਦਿਓ, ਪਰਖਣਾ ਭਾਵੇਂ 100 ਕਰ ਲਓ। ਕਹਿੰਦਾ ਇੱਕੋ ਹੀ ਕਰੂੰ। ਥਾਲੀ ਤੇਲ ਦੀ ਭਰਤੀ, ਜਾ ਸਾਰੇ ਸ਼ਹਿਰ 'ਚ ਗੇੜਾ ਕੱਢ ਕੇ ਆ, ਜੇ ਤੇਰਾ ਤੇਲ ਡੁੱਲ ਗਿਆ ਮੈਂ ਨਹੀਂ ਉਪਦੇਸ਼ ਦੇਣਾ, ਧਿਆਨ ਰੱਖੀ ਥਾਲੀ 'ਚ। ਕਹਿੰਦਾ ਜੀ ਠੀਕ ਹੈ। ਰਾਜੇ ਨੇ ਪ੍ਰਬੰਧ ਕਰਤਾ, ਕਿਤੇ ਨਾਟਕ ਚੇਟਕ ਤਮਾਸ਼ੇ, ਕਿਤੇ ਗਾਉਣ ਵਾਲੇ, ਕਿਤੇ ਭਲਵਾਨਾਂ ਦੀਆਂ ਕੁਸ਼ਤੀਆਂ, ਕਿਤੇ ਨਾਟਕ, ਕਿਤੇ ਕੁਛ, ਕਿਤੇ ਕੁਛ, ਕਿਤੇ ਕੁਛ। ਢੋਲ ਟਮੱਕੇ ਵੱਜਦੇ ਆ। ਸਾਰੇ ਸ਼ਹਿਰ 'ਚ ਗੇੜਾ ਦੇ ਕੇ ਵਾਪਸ ਆ ਗਿਆ। ਕਹਿੰਦੇ ਆ ਗਏ? ਕਹਿੰਦੇ ਆ ਗਿਆ। ਤੇਲ ਤਾਂ ਨਹੀਂ ਡੁੱਲਿਆ? ਕਹਿੰਦਾ ਨਹੀਂ ਜੀ ਤੇਲ ਨਹੀਂ ਡੁੱਲਣ ਦਿੱਤਾ। ਕਹਿੰਦੇ ਕੁਛ ਆਲੇ ਦਾਲੇ
ਕਹਿੰਦਾ ਜੀ ਕੰਨਾਂ 'ਚ ਤਾਂ ਆਵਾਜ਼ ਪੈਂਦੀ ਸੀ ਪਰ ਮੈਂ ਨਹੀਂ ਦੇਖਿਆ। ਕਹਿੰਦੇ ਕਿਉਂ? ਕਹਿੰਦੇ ਜੇ ਮੈਂ ਦੇਖਦਾ ਥਾਲੀ ਦੇ ਵਿੱਚੋਂ ਤੇਲ ਡੁੱਲ ਜਾਣਾ ਸੀ, ਮੇਰਾ ਮਨ ਥਾਲੀ 'ਚ ਇਕਾਗਰ ਰਿਹਾ। ਕਹਿੰਦੇ ਠੀਕ ਹੈ, ਹੁਣ ਤੂੰ ਉਪਦੇਸ਼ ਲੈਣ ਦਾ ਅਧਿਕਾਰੀ ਹੈ, ਪਰ ਮੈਂ ਜੱਗ ਕਰ ਰਿਹਾ, ਜੱਗ ਸੰਪੂਰਨ ਹੋਣ ਤੋਂ ਬਾਅਦ ਤੈਨੂੰ ਫਿਰ ਉਪਦੇਸ਼ ਦੇਵਾਂਗੇ। ਕਹਿੰਦਾ ਜੀ ਠੀਕ ਹੈ। ਕਹਿੰਦੇ ਉਹਨਾਂ ਚਿਰ ਉੱਥੇ ਖੜ ਜਾ ਕੰਧ ਤੋਂ ਪਰੇ। ਉਹ ਕੰਧ ਤੋਂ ਪਰੇ ਸਾਧ ਸੰਗਤ ਜੀ ਖੜ ਗਿਆ ਤੇ ਇਹਨਾਂ ਨੇ ਫਿਰ ਜਦੋਂ ਜੱਗ ਦੀਆਂ ਪੱਤਲਾਂ ਹੁੰਦੀਆਂ ਤੇ ਢੱਕ ਦੇ ਪੱਤੇ ਦੀਆਂ ਬਣੀਆਂ ਹੁੰਦੀਆਂ ਸੀ ਪੱਤਲਾਂ, ਜੂਠੀਆਂ ਪੱਤਲਾਂ ਉੱਕਣੇ ਸਿੱਟ ਦਿੰਦੇ ਸੀ, ਭਾਂਡੇ ਘੱਟ ਵਰਦੇ ਸੀ, ਬਾਅਦ ਚ ਅੱਗ ਲਾਣੀ ਚਲੋ ਕੰਮ ਨਿਬੜ ਜਾਂਦਾ ਸੀ ਜਦੋਂ ਬਹੁਤੇ ਵੱਡੇ ਜੱਗ ਹੁੰਦੇ। ਰਿਸ਼ੀ ਮੁਨੀ ਬ੍ਰਾਹਮਣ ਆਏ ਸਾਰੇ, ਜੂਠੀਆਂ ਪੱਤਲਾਂ ਰਾਜੇ ਨੇ ਜਾਣ ਕੇ ਉੱਥੇ ਜਿੱਥੇ ਖੂੰਜੇ 'ਚ ਖੜਾ ਸੀ ਉਹਦੇ ਉੱਪਰ ਸਟਾਤੀਆਂ। ਉਹ ਪੱਤਿਆਂ ਦੇ ਹੇਠ ਹੀ ਦਬ ਗਿਆ ਤੇ ਇੰਨਾ ਸਾਧ ਸੰਗਤ ਜੀ ਦਬ ਗਿਆ ਇਹ। ਤੇ ਬਾਅਦ ਵਿੱਚ ਜੱਗ ਸੰਪੂਰਨ ਹੋ ਗਿਆ। ਜੱਗ ਸੰਪੂਰਨ ਹੋਣ ਤੋਂ ਬਾਅਦ ਫਿਰ ਇਹਨੇ ਪੁੱਛਿਆ, ਕਹਿੰਦੇ ਭਾਈ ਇੱਥੇ ਸੁਖਦੇਵ ਆਇਆ ਸੀ, ਉਹ ਕਿੱਥੇ ਹੈ? ਉਹ ਜਦੋਂ ਪਤਾ, ਕਹਿੰਦਾ ਜੀ ਉਹ ਤਾਂ ਪੱਤਲਾਂ ਦੇ ਹੇਠ, ਜੂਠੀਆਂ ਪੱਤਲਾਂ ਦੇ ਹੇਠ, ਪੱਤਿਆਂ ਦਾ ਭਾਰ ਨਹੀਂ ਹੁੰਦਾ, ਨਹੀਂ ਤਾਂ ਵਜਨ ਦੇ ਹੇਠ ਨੁਕਸਾਨ ਵੀ ਹੋ ਜਾਂਦਾ ਸਰੀਰ ਦਾ। ਕਹਿੰਦੇ ਭਾਈ ਪੱਤਿਆਂ 'ਚੋਂ ਕੱਢੋ। ਪੱਤਿਆਂ 'ਚੋਂ ਕੱਢਿਆ, ਫਿਰ ਉਹਨੂੰ ਨਲਾਇਆ, ਨਲਾ ਕੇ ਉਹਨੂੰ ਕਹਿੰਦੇ ਲੈ ਹੁਣ ਤੂੰ ਬ੍ਰਾਹਮਣਪਣੇ ਦਾ ਤੇਰੇ ਅੰਦਰ ਹੰਕਾਰ ਮਿਟ ਗਿਆ, ਤੈਨੂੰ ਹੁਣ ਉਪਦੇਸ਼ ਦੇਣੇ ਆ। ਹੁਣ ਤੂੰ ਐ ਦੱਸ ਵੀ ਜਿਵੇਂ ਥਾਲੀ ਦੇ ਕੇ ਭੇਜਿਆ ਸੀ, ਮਨ ਨਹੀਂ ਸੀ ਡੋਲਿਆ, ਤੇਰਾ ਮਨ ਹੁਣ ਇੱਥੇ ਡੋਲਿਆ ਤਾਂ ਨਹੀਂ? ਕਹਿੰਦਾ ਨਾ ਜੀ, ਪੂਰਾ ਇਕਾਗਰ ਰਿਹਾ। ਮਹਾਰਾਜ ਸਾਹਿਬ ਨੇ ਫਿਰ ਫਰਮਾਨ ਕੀਤਾ, ਕਹਿੰਦੇ ਜੂਠਨ ਜੂਠ ਪਈ ਸਿਰ ਉਪਰ, ਖਿਨ ਮਨੁਆ ਤਿਲ ਨਾ ਡੁਲਾਵੇ ਗੋ, ਜਨਕ ਜਨਕ ਬੈਠੇ ਸਿੰਘਾਸਨ, ਨੌ ਮੁਨੀ ਧੂਰ ਲੈ ਲਾਵੇ ਗੋ। ਇਹ ਸਾਧ ਸੰਗਤ ਜੀ ਫਰਮਾਨ ਕੀਤਾ ਹੈ। ਇਸ ਕਰਕੇ ਫਿਰ ਇਹਨੂੰ ਉਪਦੇਸ਼ ਦਿੱਤਾ। ਐਸਾ ਜਿਹੜਾ ਸੁਖਦੇਵ ਸੀ, ਉਹਨੇ ਵੀ ਫਿਰ ਸੁਖਦੇਵ ਮੁਨੀ ਨੇ ਪਰਮੇਸ਼ਰ ਦੇ ਰੰਗ ਵਿੱਚ ਆਪਣੇ ਮਨ ਨੂੰ ਲੀਨ ਕਰ ਲਿਆ ਸੀ। ਉਹਦਾ ਮਨ ਇਉਂ ਲੀਨ ਹੋਇਆ ਸੀ, ਪਰ ਗੁਰੂ ਦੁਆਰਾ ਹੋਇਆ ਸੀ, ਗੁਰੂ ਤੋਂ ਬਿਨਾਂ ਤਾਂ ਨਹੀਂ ਕਰ ਸਕਿਆ ਕੁਝ ਵੀ। ਫਿਰ ਉਹਨੇ ਕਿੱਡੇ ਕਿੱਡੇ ਰਾਜਿਆਂ ਨੂੰ, ਪ੍ਰੀਸ਼ਤ ਵਰਗਿਆਂ ਨੂੰ ਉਪਦੇਸ਼ ਦਿੱਤਾ ਹੈ ਸੁਖਦੇਵ ਮੁਨੀ ਨੇ, ਭਗਤ ਪ੍ਰਮਾਣ ਬਣੇ। ਇਤਿਆਦਿਕ ਫਿਰ ਕਹੇ ਹਨ। ਅੱਗੇ ਦੱਸਦੇ ਹਨ ਜੀ, ਜੀਉ ਏਕ ਅਰ ਸਗਲ ਸਰੀਰਾ। ਇਹ ਭਾਈ ਅਰ ਔਰ ਸਗਲ ਸਾਰੇ ਸਰੀਰਾਂ ਦੇਹਾਂ ਦੇ ਵਿੱਚ ਜੀਉ, ਜੀਵ ਚੇਤਨ ਸੱਤਾ ਤੇ ਇੱਕੋ ਹੀ ਹੈ ਨਾ। ਜੀਉ ਏਕ, ਜਿਹੜੀ ਚੇਤਨ ਸੱਤਾ ਇੱਕ ਅਖੰਡ ਸਰੂਪ ਵਾਹਿਗੁਰੂ ਦੀ ਹੈ, ਉਹ ਮਨਾਂ ਦੇ ਅੰਦਰ, ਜੀਵਾਂ ਦੇ ਅੰਦਰ ਵੀ, ਔਰ ਸਾਰਿਆਂ ਧਰਤੀ ਦੇ ਜ਼ਰਰੇ ਜ਼ਰਰੇ ਦੇ ਵਿੱਚ ਵੀ ਜੀਉ ਏਕ ਚੇਤਨ ਸੱਤਾ ਅਰ ਸਗਲ ਸਰੀਰਾ। ਸਰੀਰ ਬਹੁਤੇ ਨੇ, ਚੇਤਨ ਸੱਤਾ ਇੱਕੋ ਹੀ ਹੈ। ਇਸ ਮਨ ਕੋ ਰਵ ਰਹੇ ਕਬੀਰਾ। ਤੇ ਇਹ ਜਿਹੜਾ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ, ਇਸ ਨੂੰ ਅਸੀਂ ਮਨ ਕਹਿੰਦੇ ਹਾਂ, ਇਹਨੂੰ ਅਸੀਂ ਮਨ ਕਹਿੰਦੇ ਹਾਂ। ਇਹਦੇ ਕਉ ਤਾਈ ਤਾਂ ਅਸੀਂ ਰਬ ਉਚਾਰਨ ਕਰ ਰਹੇ ਹਾਂ। ਕੀ ਭਾਵ? ਜਿਵੇਂ ਸੂਰਜ ਇੱਕ ਹੁੰਦਾ ਤੇ ਉਹਦਾ ਪ੍ਰਤੀਬਿੰਬ ਲੱਖਾਂ ਘੜਿਆਂ ਦੇ ਵਿੱਚ ਇੱਕੋ ਹੀ ਦਿਸੀ ਜਾਂਦਾ ਹੈ। ਘੜੇ ਵੱਖਰੇ ਵੱਖਰੇ ਨੇ, ਸੂਰਜ ਤਾਂ ਨਹੀਂ ਵੱਖਰੇ ਵੱਖਰੇ, ਪ੍ਰਤੀਬਿੰਬ ਵੱਖਰਾ ਵੱਖਰਾ ਦਿਸਦਾ ਹੈ। ਲੱਖਾਂ ਸੂਰਜ ਦਿਸਦੇ ਨੇ ਪਰ ਲੱਖਾਂ ਸੂਰਜ ਨਹੀਂ ਹੈ, ਪ੍ਰਤੀਬਿੰਬ ਲੱਖਾਂ ਨੇ। ਇਸੇ ਪ੍ਰਕਾਰ ਦੇਹਾਂ ਰੂਪੀ ਘੜਿਆਂ ਦੇ ਵਿੱਚ ਪਾਣੀ ਰੂਪ ਅੰਤਸ਼ਕਰਨ ਹੈ, ਜਿਹੜਾ ਕਾਮਨਾ ਰੂਪ ਪਾਣੀ ਭਰਿਆ ਹੈ, ਅੰਤਸ਼ਕਰਨ ਕਾਮਨਾ ਦਾ ਭਰਿਆ ਹੈ। ਉਹ ਸੂਰਜ ਦੀ ਨਾਲ ਇੱਕ ਹੀ ਬ੍ਰਹਮ ਦਾ ਪ੍ਰਤੀਬਿੰਬ ਹੈ, ਆਭਾਸ ਪੈ ਰਿਹਾ ਉਹਦਾ। ਭਗਤ ਕਬੀਰ ਜੀ ਕਥਨ ਕਰਦੇ ਨੇ, ਮਨ ਸ਼੍ਰੋਮਣੀ ਪਰਮਾਤਮਾ ਨੂੰ ਅਸੀਂ ਉਚਾਰਨ ਕਰ ਰਹੇ ਹਾਂ। ਸੋ ਇਸ ਕਰਕੇ ਸਾਧ ਸੰਗਤ ਜੀ, ਭਗਤ ਕਬੀਰ ਸਾਹਿਬ ਨੇ ਫਿਰ ਉਹ ਵਿਸ਼ਈ ਦਾ, ਵਿਸ਼ੇਪਣ ਦਾ ਜਿਹੜੀ ਉਸਤਤ ਕਰਦਾ ਸੀ, ਉਹ ਛਡਾਉਣਾ ਕੀਤੀ ਸੀ। ਗੌੜੀ ਗੁਆਰੇਰੀ। ਤੇ ਗੁਆਰੇ ਦੀ ਗੌੜੀ ਦੇ ਵਿੱਚ ਹੀ ਭਗਤ ਕਬੀਰ ਸਾਹਿਬ ਜੀ ਨੇ ਅੱਗੇ ਸਾਧ ਸੰਗਤ ਜੀ ਸ਼ਬਦ ਉਚਾਰਨ ਕੀਤਾ ਹੈ। ਸੁਣੋ ਜੀ, ਅਹਨਿਸ ਏਕ ਨਾਮ ਜੋ ਜਾਗੇ। ਇਹ ਭਾਈ ਜਿਹੜੇ ਅਵਿਦਿਆ ਦੀ ਨੀਂਦ ਹਟ ਗਈ ਆ ਜਿਨ੍ਹਾਂ ਦੀ, ਜੋ ਜਿਹੜੇ ਅਹਨਿਸ ਰਾਤ ਦਿਨ ਏਕ ਨਾਮ ਹੈ ਅਦਵੈਤ ਸਰੂਪ ਪਰਮੇਸ਼ਰ ਦਾ, ਪਰਮੇਸ਼ਰ ਦੇ ਨਾਮ ਵਿੱਚ ਜਾਗਦੇ ਹਨ ਜਿਹੜੇ। ਕੇਤਕ ਸਿੱਧ ਭਏ ਲਿਵ ਲਾਗੇ। ਉਹ ਲਿਵ ਬਿਰਤੀ, ਇਕਾਗਰ ਰੂਪ ਬਿਰਤੀ ਜਿਹੜੀ ਹੈ, ਉਹਦੇ ਲੱਗੇ ਜਾਣ ਕਰਕੇ ਕੇਤਕ ਕਿੰਨੇ ਸਿੱਧੀਆਂ ਆਦਿਕ ਦੇ ਮਾਲਕ ਭਏ ਹੋ ਗਏ ਨੇ, ਜਾਂ ਫਿਰ ਇਹ ਕਹੋ ਵੀ ਸਿੱਧ ਮੁਕਤੀ ਨੂੰ ਪ੍ਰਾਪਤ ਹੋ ਗਏ ਹਨ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਆ, ਸਾਧਕ ਸਿੱਧ ਸਗਲ ਮੁਨ ਹਾਰੇ। ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾ ਸਾਧਕ ਸਾਧਨਾ ਕਰਨ ਵਾਲੇ ਤੇ ਸਾਧਕ ਪੁਣੇ ਦਾ ਹੰਕਾਰ ਕਰਨ ਵਾਲੇ,
ਸਿੱਧ ਸਿੱਧੀਆਂ ਦੇ ਬਲ ਕਰਕੇ ਸਗਲ ਸਾਰੇ ਮਨ ਮੁਨੀ ਜਨ। ਉਹ ਆਪਣੇ ਜ਼ੋਰ ਵੱਲੋਂ ਹਾਰ ਚੁੱਕੇ ਹਨ ਸਾਰੇ। ਏਕ ਨਾਮ ਕਲਪ ਤਰ ਤਾਰੇ। ਇਹਨੂੰ ਭਾਈ ਕਲਪ ਕਹਿ ਕੇ ਤਰ ਕਹਿਣਾ ਹੈ। ਜਿਸ ਤਰ੍ਹਾਂ ਸੁਣਿਆ ਤੁਸੀਂ, ਕਲਪੱਤਰ ਨਾ ਬਣ ਜਾਏ, ਕਲਪ ਤਰ। ਤਰ ਬਿਰਸ਼ ਦਾ ਨਾਮ ਹੈ, ਕਲਪਨਾ ਪੂਰੀ ਕਰਨ ਵਾਲਾ। ਸਵਰਗ ਦਾ ਬਿਰਸ਼ ਹੈ, ਉਹ ਅੱਖਰ ਇਕੱਠੇ ਨੇ। ਇਉਂ ਪਰਮੇਸ਼ਰ ਦਾ ਨਾਮ ਕਲਪਤਰ, ਕਲਪ ਬਿਰਸ਼ ਦੀ ਨਿਆਈ ਹੈ, ਸਭ ਕਾਮਨਾ ਪੂਰੀਆਂ ਕਰਨ ਵਾਲਾ ਹੈ। ਅਤੇ ਤਾਰੇ ਤੇ ਜਹਾਜ਼ ਦੀ ਨਿਆਈ ਸੰਸਾਰ ਤੋਂ ਤਾਰਨ ਵਾਲਾ ਹੈ, ਇਹ ਉਹਦੀ ਸ਼ਕਤੀ ਹੈ। ਤੇ ਕਲਪਤਰ ਤੇ ਇਉਂ ਉੱਚੇ ਸਰੂਪ ਵਿੱਚ ਚੜਾਉਣ ਦੀ ਨਿਆਈਆਂ। ਕਲ ਨਾਮ ਸੁੰਦਰ ਦਾ ਹੁੰਦਾ ਹੈ, ਕਲ ਸੁੰਦਰ, ਪੱਤਰ ਵਿਮਾਨ ਦੀ ਨਿਆਈ, ਉਹਦੇ ਤੇ ਚਾੜਨ ਵਾਲਾ ਹੈ। ਵਿਮਾਨਾਂ 'ਚ ਬਿਠਾ ਕੇ ਲੈ ਕੇ ਜਾਂਦੇ ਨੇ ਉਸ ਨੂੰ। ਤੇ ਇਉਂ ਪਾਠ ਕਲਪਤਰ ਹੀ ਕਰਨਾ ਹੈ। ਅੱਗੇ ਦੱਸਦੇ ਹਨ ਜੀ, ਜੋ ਹਰ ਹਰੇ ਸੋ ਹੋਏ ਨਾ ਆਨਾ। ਜਿਹੜੇ ਹਰ ਹਰੀ ਪਰਮੇਸ਼ਰ ਦੇ ਨਾਮ ਹਰੇ ਹਰੇ ਭਰੇ ਹੋਏ, ਜਿਹੜੇ ਪਰਮੇਸ਼ਰ ਦਾ ਨਾਮ ਸਭ ਨੂੰ ਹਰੇ ਭਰੇ ਕਰਨ ਵਾਲੇ ਨਾ, ਹਰ ਹਰੀ ਦੇ ਨਾਮ ਕਰਕੇ ਹਰੇ ਹਰੇ ਭਰੇ ਹੋ ਗਏ। ਭਗਤੀ ਦੀਆਂ ਹਰਿਆਵਲਾਂ ਚੜ੍ਹ ਗਈਆਂ, ਪ੍ਰੇਮ ਦੀਆਂ ਸ਼ੁਭ ਗੁਣਾਂ ਦੀਆਂ ਹਰਿਆਵਲਾਂ ਆ ਗਈਆਂ ਨੇ। ਜੋ ਹਰ ਪਰਮੇਸ਼ਰ ਦੇ ਨਾਮ ਕਰਕੇ ਹਰੀ ਦਾ ਸਰੂਪ ਹੀ ਹੋ ਗਏ ਹਨ ਜਿਹੜੇ, ਸੋ ਉਹ ਜਿਹੜੇ ਨੇ ਆਨਾ ਦਵੈਤ ਰੂਪ ਪ੍ਰਪੰਚ ਵਿੱਚ ਜੰਮਣ ਮਰਨ ਵਾਲੇ ਜੀਵ ਭਾਵ ਨੂੰ ਉਹ ਨਾ ਆਨਾ, ਤੇ ਉਹ ਜੀਵ ਭਾਵ ਦੇ ਵਿੱਚ ਨਹੀਂ ਆਉਂਦੇ ਦੁਬਾਰੇ, ਜਾਂ ਆਨ ਦਵਾਦ ਨੂੰ ਪ੍ਰਾਪਤ ਉਹ ਨਹੀਂ ਹੁੰਦੇ ਹਨ। ਸੋ ਹੋਏ ਨਾ, ਉਹ ਦਵੈਸ਼ ਦੇ ਵਿੱਚ ਦਵੈਸ਼ ਨੂੰ ਪ੍ਰਾਪਤ ਨਹੀਂ ਹੁੰਦੇ ਹਨ। ਕਹੈ ਕਬੀਰ RAM ਨਾਮ ਪਛਾਨਾ। ਭਗਤ ਕਬੀਰ ਜੀ ਕਥਨ ਕਰਦੇ ਨੇ। ਇਸ ਕਰਕੇ ਅਸੀਂ RAM ਪਰਮੇਸ਼ਰ ਦੇ ਨਾਮ ਨੂੰ ਪਛਾਨਾ, ਸਿਆਣਨਾ ਕੀਤਾ ਹੈ ਜੇ। ਗੌੜੀ ਭੀ ਸੋਰਠ ਭੀ। ਹੁਣ ਇਹਦੇ ਵਿੱਚ ਇਹ ਸ਼ਬਦ ਦੇ ਵਿੱਚ ਗੌੜੀ ਰਾਗਣੀ ਵੀ ਹੈ, ਸੋਰਠ ਰਾਗਣੀ ਵੀ ਹੈ। ਦੋਨੇ ਰਾਗਣੀਆਂ, ਦੋਨਾਂ ਨੂੰ ਮੇਲ ਦਿੱਤਾ, ਇਕੱਠਿਆਂ ਕਰ ਦਿੱਤਾ, ਇਕੱਠਿਆਂ ਕਰਕੇ ਉਚਾਰਨ ਕਰਦੇ ਨੇ। ਭਾਵ ਇਹ ਹੈ ਵੀ ਸ਼ਬਦ ਚਾਹੇ ਗੌੜੀ ਰਾਗ ਦੇ ਵਿੱਚ ਗਾ ਲੈਣ ਰਾਗੀ ਸਿੰਘ, ਚਾਹੇ ਸੋਠ ਰਾਗ ਦੇ ਵਿੱਚ ਗਾ ਲੈਣ, ਇਹ ਹਦਾਇਤ ਕਰ ਦਿੱਤੀ। ਕਾਂਸੀ ਵਿੱਚ ਭਗਤ ਕਬੀਰ ਜੀ, ਉਹਨਾਂ ਦਾ ਇੱਕ ਸੇਵਕ ਸੀ, ਉਹ ਭਗਤ ਜੀ ਦੇ ਨਾਲ ਮਿਲ ਕੇ ਪ੍ਰਭੂ ਦੀ ਭਗਤੀ ਕਰਿਆ ਕਰਦਾ। ਪ੍ਰਲਬਧ ਅਨੁਸਾਰ ਕਿਤੇ ਘਰ 'ਚ ਗਰੀਬੀ ਆ ਗਈ ਬਹੁਤ ਜ਼ਿਆਦੇ, ਧਨ ਪਦਾਰਥ ਨਾਸ ਹੋ ਗਿਆ। ਲੋਕ ਕਹਿਣ ਤੇ ਕੀ ਲੈ ਲਿਆ ਕਬੀਰ ਦੇ ਕੋਲ, ਆਪ ਭੁੱਖਾ ਮਰਦਾ ਸੀ, ਤੂੰ ਵੀ ਭੁੱਖਾ ਮਰਦਾ ਹੈ। ਉਹ ਕਹਿੰਦਾ ਹੁਣ ਕੀ ਕਰਾਂ, ਚਲੋ ਇਹ ਤਾਂ ਕਰਮਾਂ ਦੀ। ਉਹ ਕਹਿੰਦੇ ਨਹੀਂ, ਜੇ ਤੂੰ ਸ਼ਿਵ ਜੀ ਦੀ ਉਪਾਸਨਾ ਕਰੇ, ਉਹ ਬਹੁਤ ਛੇਤੀ ਵਰ ਦਿੰਦਾ ਹੈ। ਸ਼ਿਵ ਜੀ ਦੀ ਉਪਾਸਨਾ ਕਰ ਤੂੰ, ਪਦਾਰਥ ਤੈਨੂੰ ਮਿਲ ਜਾਣਗੇ। ਉਹ ਸ਼ਿਵ ਜੀ ਦਾ ਉਪਾਸਕ ਬਣ ਗਿਆ। ਪ੍ਰਲਬਧ ਅਨੁਸਾਰ ਪਦਾਰਥ ਆ ਕੇ ਪ੍ਰਾਪਤ ਹੋ ਗਏ, ਉਹਦਾ ਨਿਸ਼ਚਾ ਸ਼ਿਵ ਜੀ ਤੇ ਵੱਜ ਗਿਆ। ਇੱਕ ਦਿਨ ਭਗਤ ਕਬੀਰ ਜੀ ਨੂੰ ਅਚਾਨਕ ਮਿਲ ਗਿਆ। ਉਹ ਕਹਿਣ ਲੱਗੇ, ਤੂੰ ਅੱਗੇ ਰੋਜ਼ ਆਉਂਦਾ ਹੁੰਦਾ ਸੀ, ਹੁਣ ਕਦੇ ਵੀ ਨਹੀਂ ਆਇਆ। ਉਹ ਕਹਿੰਦਾ, ਜੀ ਮੈਂ ਤਾਂ ਗਰੀਬੀ ਦੇ ਕਾਰਨ ਸ਼ਿਵ ਜੀ ਦੀ ਉਪਾਸਨਾ ਕਰਨ ਲੱਗ ਗਿਆ, ਉਹਦੇ ਨਾਲ ਫਿਰ ਮੈਨੂੰ ਪਦਾਰਥ ਬੜੇ ਮਿਲ ਗਏ ਆ। ਸ਼ਿਵ ਦੀ ਉਪਾਸਨਾ ਕਰਦੇ ਆ, ਇਸ ਕਰਕੇ ਮੈਨੂੰ ਬਹੁਤ ਸਾਰੇ ਪਦਾਰਥ ਪ੍ਰਾਪਤ ਹੋ ਗਏ। ਇਹ ਸੁਣ ਕੇ ਕਬੀਰ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਪਰ ਇਹਦੇ ਚ ਮਹਾਰਾਜ ਸਾਹਿਬ ਨੇ ਦਸਮ ਗ੍ਰੰਥ ਦੇ ਵਿੱਚ ਲਿਖਿਆ ਹੈ, ਕਹਿੰਦੇ ਰੁਦਰ ਭਗਤ ਜਗ ਮਹਿ ਸੁਖ ਦੇ ਦਿਵਸ ਸਦਾ ਭਰੈ। ਕਹਿੰਦੇ ਇਹ ਤਾਂ ਗੱਲ ਠੀਕ ਹੈ, ਸੋਠ ਹੈ ਇਹ ਵੀ ਜਿਹੜਾ ਰੁਦਰ ਸ਼ਿਵ ਜੀ ਦਾ ਭਗਤ ਹੈ, ਉਹ ਸੁਖ ਦੇ ਦਿਵਸ ਸਦਾ ਭਰੈ, ਉਹਦੇ ਦਿਨ ਸੁੱਖਾਂ ਨਾਲ ਭਰ ਜਾਂਦੇ ਨੇ, ਪਦਾਰਥਾਂ ਨਾਲ। ਮਰੈ ਫਿਰ ਆਵੈ ਜਾਹੇ, ਫਲ ਕੁਛ ਲਹੇ ਨਾ ਮੁਕਤ ਕੋ। ਮੁਕਤੀ ਨਹੀਂ ਹੁੰਦੀ ਉਹਦੀ। ਤੇ ਜਿਹੜੇ ਰੱਬ ਦੇ ਭਗਤ ਨੇ, ਉਹ ਰਾਜੇ ਪ੍ਰੀਸ਼ਤ ਨੂੰ ਕਿਹਾ ਸੀ ਸੁਖਦੇਵ ਨੇ, ਉਹਦਾ ਪ੍ਰਸੰਗ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਜਿਹੜਾ ਕ੍ਰਿਸ਼ਨ ਅਵਤਾਰ ਹੈ, ਉਹਦੇ 'ਚ ਇਹ ਪ੍ਰਸੰਗ ਆਉਂਦਾ ਸਾਰਾ। ਕਹਿੰਦੇ ਸੁਨ ਭੂਪਤ ਜਾ ਜਗਤ ਮੈਂ, ਦੁਖੀ ਰਹਿਤ ਹਰ ਸੰਤ, ਅੰਤ ਲਹਿਤ ਹੈ ਮੁਕਤ ਫਲ, ਪਾਵਤ ਹੈ ਭਗਵੰਤ। ਕਹਿੰਦੇ ਭਾਵੇਂ ਦੁਖੀ ਹੋ ਰਹਿਣ, ਪਦਾਰਥ ਨਾ ਹੋਵੇ, ਪਰ ਮੁਕਤੀ ਮਿਲ ਜਾਂਦੀ ਹੈ ਉਹਨਾਂ ਨੂੰ। ਕਬੀਰ ਸਾਹਿਬ ਜੀ ਉਸੇ ਭਾਵ ਦੇ ਵਿੱਚ ਉਹਨੂੰ ਫਿਰ ਦੱਸਣਾ ਕਰਦੇ ਹਨ ਕਿ ਸੁਣੋ ਜੀ, ਰੇ ਜੀ ਨਿਲਾਜ ਲਾਜ ਤੋਹਿ ਨਾਹੀ। ਕਬੀਰ ਸਾਹਿਬ ਕਹਿੰਦੇ ਉਹ ਬੇਸ਼ਰਮਾ, ਨਿਲੱਜ ਜਿਹਨੂੰ ਲੱਜਾ ਨਾ ਹੋਵੇ, ਸ਼ਰਮ ਨਾ ਹੋਵੇ। ਰੇ ਹੇ ਨਿਲੱਜ, ਲੱਜਿਆ ਤੋਂ ਰਹਿਤ। ਇਹ ਅਦਕ ਸਹਿਤ ਪਾਠ ਹੈ ਭਾਈ, ਨਿਲੱਜ ਕਰਨਾ, ਨਿਲਜ ਨਾ ਬਣ ਜਾਏ। ਹੇ ਨਿਲੱਜ ਲੱਜਿਆ ਤੋਂ ਰਹਿਤ ਜੀਵ, ਤੂੰ ਬੜਾ ਸ਼ਰਮ ਤੋਂ ਰਹਿਤ ਹੋ ਗਿਆ। ਤੋਹੇ ਤੈਨੂੰ ਲਾਜ ਸ਼ਰਮ ਕੋਈ ਆਈ ਨਹੀਂ, ਜਿਹੜਾ ਪਰਮਾਤਮਾ ਨੂੰ ਛੱਡ ਦਿੱਤਾ ਤੈਂ। ਤੈਨੂੰ ਉਸ ਵੇਲੇ ਇੰਨੀ ਦੇਰ ਹੋ ਗਈ ਤੂੰ ਪਰਮਾਤਮਾ ਦੀ ਭਗਤੀ ਕਰਦੇ ਨੂੰ, ਪਰਮੇਸ਼ਰ ਨੂੰ ਛੱਡ ਕੇ ਤੂੰ ਠਾਕਰ ਛੋੜ ਚੇਰੀ ਕੋ ਸਿਮਰੈ, ਮਨਮੁਖ ਅੰਧ ਗਿਆਨ।
ਤੇ ਹਰ ਕੀ ਭਗਤ ਕਰੇ ਤੇ ਨਿਧ ਨਿਗੁਰੇ ਪਸ਼ੂ ਸਮਾਨਾ। ਤੇ ਇਸ ਕਰਕੇ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆ ਕਾ ਦਾਤਾਰੇ, ਉਹਨੂੰ ਛੱਡ ਦਿੱਤਾ ਤਾਂ। ਕਬੀਰ ਸਾਹਿਬ ਕਹਿੰਦੇ ਲਾਹਨਤ ਹੈ ਤੇਰੇ ਐਸੇ ਪਦਾਰਥਾਂ ਦੇ ਬਦਲੇ ਤੂੰ ਰੱਬ ਨੂੰ ਛੱਡਿਆ। ਜਿਹਨੇ ਮੁਕਤੀ ਦੇਣੀ ਹੈ, ਇਹਨਾਂ ਨੇ ਮੁਕਤੀ ਥੋੜੀ ਦੇਣੀ ਹੈ। ਸ਼ਿਵ ਸ਼ਿਵ ਕਰਦੇ ਜੋ ਨਰ ਧਿਆਵੈ, ਬਲਦ ਚਲਾ ਡੌਰੂ ਟਮਕਾਵੈ। ਵੱਧ ਤੋਂ ਵੱਧ ਬਲਦ ਬਣ ਜਾਏਗਾ, ਤੇਰੇ ਤੇ ਸਵਾਰੀ ਕਰਿਆ ਕਰੂ। ਇਸ ਕਰਕੇ ਤਾੜਨਾ ਕੀਤੀ ਕਬੀਰ ਜੀ ਨੇ। ਹਰ ਤਜ ਕਤ ਕਾਹੂ ਕੇ ਜਾਹੀ, ਹਰ ਹਰੀ ਪਰਮੇਸ਼ਰ ਨੂੰ ਤਜ ਤਿਆਗ ਕੇ ਕਤ ਕਿਸ ਵਾਸਤੇ ਕਾਹੂ, ਕਿਸੇ ਦੇਵੀ ਦੇਵਤੀ ਦੀ ਉਪਾਸਨਾ ਕਰਨ ਲਈ ਜਾਂਦਾ ਹੈ। ਨਾ ਜਾਣ ਤੂੰ ਇਹ ਗਲਤ ਰਸਤਾ ਹੈ ਤੇਰਾ। ਰਹਾਉ ਅਸਾਈ ਦੇ ਕੇ ਕਹਿੰਦੇ ਨੇ ਜਾ ਕੋ ਠਾਕੁਰ ਉੱਚਾ ਹੋਈ, ਇਹ ਭਾਈ ਜੀ ਦਾ ਠਾਕਰ ਮਾਲਕ ਸਭ ਤੋਂ ਉੱਚਾ ਹੋਵੇ। ਪਰਮਾਤਮਾ ਤੋਂ ਉੱਚਾ ਕੋਈ ਨਹੀਂ। ਅਤ ਉੱਚਾ ਤਾ ਕਾ ਦਰਬਾਰਾ, ਉਦੋਂ ਵੱਡਾ ਕੋਈ ਨਹੀਂ ਹੈ। ਉਹਦਾ ਦਰਬਾਰ ਵੀ ਵੱਡਾ ਤੇ ਆਪ ਵੀ ਵੱਡਾ ਹੈ। ਸੋ ਜਨ ਪਰ ਘਰ ਜਾਤ ਨਾ ਸੋਹੀ, ਉਹ ਜਨ ਪੁਰਸ਼ ਭਾਈ ਪਰਾਏ ਘਰਾਂ ਦੇ ਵਿੱਚ ਦੋ ਭਾਵ ਦੇਵੀ ਦੇਵਤਿਆਂ ਦੀ ਉਪਾਸਨਾ ਕਰਦਾ, ਚੰਗਾ ਨਹੀਂ ਲੱਗਦਾ। ਤੂੰ ਚੰਗਾ ਨਹੀਂ ਕੀਤਾ ਹੈ, ਸੋਭਾ ਨਹੀਂ ਹੈ। ਲੋਕ ਪਰਲੋਕ ਦੇ ਵਿੱਚ ਇਹ ਸੋਭਾ ਨਹੀਂ ਹੋਏਗੀ। ਦੇਵੀ ਦੇਵਿਆ ਪੂਜੇ ਭਾਈ, ਕਿਆ ਮੰਗੋ ਕਿਆ ਦੇ, ਕੀ ਲਏਗਾ ਕੀ ਦੇਣਗੇ ਇਹ। ਸੋ ਸਾਹਿਬ ਰਹਿਆ ਭਰਪੂਰ, ਉਹ ਮਾਲਕ ਪਰਿਪੂਰਨ ਹੋ ਰਿਹਾ, ਲਵਾਲਾ ਭਰਿਆ ਸਾਰੀ ਜਗ੍ਹਾ ਹੈ। ਸਦਾ ਸੰਗ ਨਾਹੀ ਹਰ ਦੂਰ, ਉਹ ਸਦਾ ਹਮੇਸ਼ਾ ਸੰਗ ਸਾਥ ਹੈ, ਨਾਲ ਹੈ। ਹਰੀ ਪਰਮੇਸ਼ਰ ਆਪਣੇ ਤੋਂ ਕਦਾਚਿਤ ਦੂਰ ਨਹੀਂ ਹੈ। ਕਵਲਾ ਚਰਨ ਸ਼ਰਨ ਹੈ ਜਾ ਕੇ, ਇਹ ਭਾਈ ਜਾਂ ਜਿਸ ਪਰਮੇਸ਼ਰ ਦੇ ਚਰਨਾਂ ਕਮਲਾਂ ਵਿੱਚ ਸਰਨ ਓਟ ਵਿੱਚ ਉਹਨਾਂ ਦੇ ਕਵਲਾ ਲక్ష్ਮੀ ਮਾਇਆ ਬੈਠੀ ਹੈ ਦਾਸੀ ਹੋ ਕੇ। ਪਾਸ ਬੈਠੀ ਬੀਬੀ ਕਵਲਾ ਦਾਸੀ, ਕੋਲ ਬੈਠੀ ਰਹਿੰਦੀ ਹੈ, ਚਰਨ ਝੱਸਦੀ ਰਹਿੰਦੀ ਹੈ। ਕਹ ਜਨ ਕਾ ਨਾਹੀ ਘਰ ਤਾਕੇ, ਕਹਿੰਦੇ ਜਿਹਦੀ ਲక్ష్ਮੀ, ਤੂੰ ਪਦਾਰਥਾਂ ਵਾਸਤੇ ਸ਼ਿਵ ਜੀ ਦੀ ਉਪਾਸਨਾ ਕਰਦਾ ਹੈ, ਜਿਹਦੇ ਲక్ష్ਮੀ ਚਰਨ ਝੱਸਦੀ ਹੈ ਉਹਨੂੰ ਛੱਡਿਆ ਤੇ ਮਾਲਕ ਨੂੰ। ਜਿਹੜਾ ਉਹਨੂੰ ਜਪਦਾ ਲక్ష్ਮੀ ਤਾਂ ਆਪੇ ਚਲੀ ਜਾਂਦੀ ਹੈ ਉਹਦੇ, ਵੀ ਮੇਰੇ ਮਾਲਕ ਦੀ ਸੇਵਾ ਕਰਦਾ। ਜਿਵੇਂ ਪਤੀ, ਜਿਹੜੀ ਪਤੀ ਵਰਤਾ ਔਰਤ ਹੈ, ਉਹ ਪਤੀ ਦੀ ਸ਼ੋਭਾ ਸੁਣ ਕੇ ਖਿੜ ਜਾਂਦੀ ਹੈ ਵੀ ਮੇਰੇ ਪਤੀ ਦੀ ਮਹਿਮਾ ਹੋ ਰਹੀ। ਇਸੇ ਤਰ੍ਹਾਂ ਲక్ష్ਮੀ ਪ੍ਰਸੰਨ ਹੋ ਜਾਂਦੀ ਹੈ ਉਹਦੇ ਤੇ, ਰਿੱਧ ਸਿੱਧੀ ਆਉਂਦੀ ਹੈ, ਰਿੱਧ ਸਿੱਧ ਰੂਪ ਹੋ ਕਰਕੇ ਲక్ష్ਮੀ ਆ ਜਾਂਦੀ ਹੈ। ਇਸ ਕਰਕੇ ਪੁੱਛਾ, ਇਹ ਦੱਸ ਉਹਦੇ ਘਰ ਕੀ ਨਹੀਂ ਹੈ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਘਰ ਦਾ ਤੇਰੇ ਸਭ ਕੁਝ ਹੈ। ਪਰਾਲਬ ਅਨੁਸਾਰ ਜਿਸ ਦੇ ਸੋ ਪਾਵੇ, ਤੂੰ ਰੱਬ ਨੂੰ ਛੱਡ ਦਿੱਤਾ ਹੈ। ਇਸ ਕਰਕੇ ਉਹਦੇ ਘਰ ਗ੍ਰਹਿ ਦੇ ਵਿੱਚ ਦੱਸ ਕੀ ਨਹੀਂ ਹੈ। ਭਾਵ ਧਰਮ, ਅਰਥ, ਕਾਮ, ਮੋਖ। ਉਹ ਤਾਂ ਚਾਰ ਪਦਾਰਥ ਆਪਣੇ ਪਿਆਰਿਆਂ ਨੂੰ ਵੀ ਸਮਰੱਥਾ ਦੇ ਦਿੰਦਾ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ। ਤੂੰ ਐਸਾ ਕਿਉਂ ਕੀਤਾ ਹੈ। ਸਭ ਕੋ ਕਹੈ ਜਾਸ ਕੀ ਬਾਤਾ, ਜਾਸ ਜਿਸ ਪਰਮੇਸ਼ਰ ਦੇ ਜਸ ਦੀਆਂ ਬਾਤਾਂ ਗੱਲਾਂ ਨੂੰ ਸਾਰੇ ਵੇਦ ਸ਼ਾਸਤਰ ਰਿਸ਼ੀ ਮੁਨੀ ਪੈਗੰਬਰ ਦੇਵਤੇ ਸਭ ਕੋ ਸਾਰੇ ਕੋਈ ਕਹਿ ਕਹਿੰਦੇ ਹਨ। ਸੋ ਸਮਰੱਥ ਨਿਜ ਪਤ ਹੈ ਦਾਤਾ, ਇਹ ਭਾਈ ਉਹ ਪਰਮੇਸ਼ਰ ਸਮਰੱਥ ਸਰਬ ਸ਼ਕਤੀਮਾਨ ਹੈ, ਨਿਜ ਆਪ ਹੀ ਸਾਰਿਆਂ ਦਾ ਪਤ ਪਤੀ ਹੈ ਅਤੇ ਸਭਨਾਂ ਨੂੰ ਦਾਤਾਂ ਦੇਣ ਵਾਲਾ ਹੈ। ਕਹੈ ਕਬੀਰ ਪੂਰਨ ਜਗ ਸੋਈ, ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ, ਸੋਈ ਉਹ ਪੁਰਖ ਜਗ ਸੰਸਾਰ ਦੇ ਵਿੱਚ ਕਹਿੰਦੇ ਪੂਰਨ ਪੂਰੇ ਹਨ ਜੇ ਗੁਣਾ ਕਰਕੇ। ਜਾ ਕੇ ਹਿਰਦੈ ਅਵਰ ਨਾ ਹੋਈ, ਜਿਨ੍ਹਾਂ ਦੇ ਹਿਰਦੇ ਅੰਤਸ਼ਕਰਨ 'ਚ ਪਰਮੇਸ਼ਰ ਦੀ ਓਟ ਤੋਂ ਬਿਨਾਂ ਅਵਰ ਹੋਰ ਕੋਈ ਦੇਵੀ ਦੇਵਤੇ ਦੀ ਪੂਜਾ ਨਹੀਂ ਹੈ। ਇਹ ਫਿਰ ਸਾਧ ਸੰਜੀ ਉਹਨੂੰ ਮੁੜ ਕੇ ਉਪਾਸਕ ਬਣਾਇਆ ਪਰਮੇਸ਼ਰ ਦਾ। ਐਡੀ ਸਮਰੱਥਾ ਦੇ ਮਾਲਕ ਸੀ ਕਬੀਰ ਸਾਹਿਬ। ਤੇ ਭਗਤ ਕਬੀਰ ਸਾਹਿਬ ਜੀ, ਇਹ ਅੱਗੇ ਸਾਧ ਸੰਜੀ ਜਿਹੜਾ ਸ਼ਬਦ ਹੈ, ਕਬੀਰ ਸਾਹਿਬ ਜੀ ਦੇ ਘਰ ਦੇ ਪਾਸ ਇੱਕ ਪਰਿਵਾਰ ਵਿੱਚੋਂ ਨਾ, ਤੇ ਉਹਨਾਂ ਦਾ ਬੱਚਾ ਗੁਜ਼ਰ ਗਿਆ, ਪੁੱਤਰ ਚੜਾਈ ਕਰ ਗਿਆ ਕਿਸੇ ਦਾ। ਦੁਖਾਂਤ ਹੈ ਬਹੁਤ ਵੱਡਾ ਇਹ। ਉਹ ਮਰੇ ਬੱਚੇ ਨੂੰ ਮੋਹ ਕਰਕੇ ਨਾ ਬਰਲਾਪ ਕਰ ਕਰਕੇ ਰੋਣ, ਪੁੱਤਾ ਤੇਰੇ ਬਿਨਾਂ ਅਸੀਂ ਕਿਵੇਂ ਜੀਵਾਂਗੇ, ਕੰਧਾਂ 'ਚ ਟੱਕਰਾਂ ਮਾਰਨ। ਉਹ ਕਹਿਣ ਤੋਂ ਵੀ ਚੁੱਪ ਨਾ ਕਰਨ। ਅਖੀਰ ਲੋਕਾਂ ਨੇ ਕਿਹਾ, ਗਵਾਂਢੀ ਵੀ ਬੇਚੈਨ ਹੋ ਗਏ। ਕਬੀਰ ਨੂੰ ਬੇਨਤੀ ਕੀਤੀ, ਕਬੀਰ ਜੀ ਤੁਸੀਂ ਕਿਰਪਾ ਕਰਕੇ ਇਹਨਾਂ ਨੂੰ ਨਾ ਉਪਦੇਸ਼ ਦਿਓ। ਵਿਚਾਰਿਆਂ ਦਾ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ, ਬੱਚਾ ਤਾਂ ਜਿਉਂਦਾ ਨਹੀਂ ਹੋਣਾ, ਪਰ ਹੁਣ ਇਹ ਸਾਨੂੰ ਗਵਾਂਢੀਆਂ ਨੂੰ ਵੀ ਪਰੇਸ਼ਾਨ ਕਰਦਾ, ਰੋ ਰੋ ਕੇ ਧਾਹਾਂ ਮਾਰ ਮਾਰ ਕੇ। ਕਬੀਰ ਸਾਹਿਬ ਜੀ ਨੇ ਫਿਰ ਉਹਨੂੰ ਉਪਦੇਸ਼ ਦੇਣ ਵਾਸਤੇ ਉਹਨੂੰ ਪਿਆਰ ਦੇ ਨਾਲ ਉਹਨੂੰ ਦੱਸਣਾ ਕਰ ਰਹੇ ਹਨ। ਕਹਿਣਗੇ, ਸੁਣ ਭਾਈ, ਕੌਣ ਕੋ ਪੂਤ ਪਿਤਾ ਕੋ ਕਾ ਕੋ, ਇਹ ਭਾਈ ਕੌਣ ਕਿਹੜਾ, ਕੋ ਕਿਸੇ ਦਾ, ਪੂਤ ਨਾਮ ਹੈ ਪੁੱਤਰ ਦਾ, ਪੁੱਤਰ ਕਿਸੇ ਦਾ ਕੌਣ ਹੈ।
ਕਿਸੇ ਦਾ ਕੋਈ ਪਿਤਾ ਬਾਪ ਕੌਣ ਹੈ? ਕੌਣ ਕੋ ਪੂਤ ਪਿਤਾ ਕੋ ਕਾ ਕੋ, ਕੌਣ ਕਿਸੇ ਦਾ ਪਿਤਾ, ਕੌਣ ਕਿਸੇ ਦਾ ਪੁੱਤਰ। ਕੌਣ ਮਰੈ ਕੋ ਦੇ ਸੰਤਾਪ, ਕੌਣ ਕਿਹੜਾ ਮਰਦਾ ਹੈ, ਕਿਹੜਾ ਭਲੀ ਪ੍ਰਕਾਰ ਦੁੱਖ ਦੇ ਦਿੰਦਾ ਹੈ। ਭਾਵ ਕੀ ਹੈ? ਪ੍ਰਲਬਧ ਅਨੁਸਾਰ ਇਕੱਠੇ ਹੋਏ ਤੇ ਮੋਹ ਦਾ ਸਾਰਿਆਂ ਨੂੰ ਦੁੱਖ ਚਿੰਬੜਿਆ ਹੋਇਆ, ਮੋਹ ਕਰਕੇ ਤੂੰ ਦੁਖੀ ਹੋ ਰਿਹਾ। ਬਿਰਖਾ ਹੇਠ ਤੇ ਜਾ ਸਭ ਜਨਤੇ ਇਕੱਠੇ, ਇੱਕ ਤੱਤੇ ਇੱਕ ਬੋਲੇ ਮਿੱਠੇ, ਅਸਤ ਉਦੋਤ ਪਿਆ ਉੱਠ ਚਾਲੇ ਜਿਉਂ ਜਿਉਂ ਔਦ ਬਿਹਾਣੀਆਂ। ਤੇ ਇਸ ਕਰਕੇ ਸਾਧ ਸੰਗਤ ਜੀ ਐਸਾ ਇਹ ਪ੍ਰਮਾਣ ਮਹਾਰਾਜ ਨੇ ਵੀ ਦਿੱਤਾ ਹੈ। ਇਸ ਫਿਰ ਕੌਣ ਹੈ ਕਿਸੇ ਦਾ? ਅੱਗੇ ਦੱਸਦੇ ਹਨ, ਹਰ ਠਗ ਜਗ ਕਾ ਠਗੌਰੀ ਲਾਈ। ਕਹਿੰਦੇ ਜੀ ਹੈ ਕੀ ਫਿਰ ਇਹ? ਕਹੇ ਮਾਇਆ ਦੀ ਸ਼ਕਤੀ ਕਰਕੇ ਠੱਗ ਠੱਗਣ ਵਾਲੇ ਹਰੀ ਪਰਮੇਸ਼ਰ ਨੇ ਜਗਤ ਨੂੰ ਮਾਇਆ ਦੀ ਮੋਹ ਰੂਪ ਜਿਹੜੀ ਠਗੌਰੀ ਨਾਲ ਠੱਗ ਬੂਟੀ ਲਾ ਦਿੱਤੀ ਹੈ। ਇਹ ਉਸ ਠੱਗ ਨੇ ਲਾਈ ਹੈ। ਰੱਬ ਨੂੰ ਕਿੱਡਾ ਖੁੱਲਾ ਖਲਾਸਾ ਭਗਤ ਹੈ। ਕਹਿੰਦੇ ਉਹਨੇ ਠੱਗੀ ਮਾਰੀ ਹੈ ਜੀਵਾਂ ਦੇ ਨਾਲ, ਪਰਮਾਤਮਾ ਨੇ। ਹਰ ਕੇ ਵਿਯੋਗ ਕੈਸੇ ਜੀਓ ਮੇਰੀ ਮਾਈ। ਸੰਤ ਜਨ ਸੀ ਬੈਠੇ ਨਾਲ, ਕਹਿੰਦੇ ਮੇਰੀ ਮਾਈ, ਮੇਰੇ ਮਾਤਾ ਪਿਤਾ ਦੀ ਨਿਆਈ। ਸੰਤ ਜਨੋ ਹਰ ਪਰਮੇਸ਼ਰ ਦੇ ਵਿਯੋਗ, ਕਹਿੰਦੇ ਜਿਵੇਂ ਇਹ ਪੁੱਤਰ ਦੇ ਵਿਛੋੜੇ ਵਿੱਚ ਤੜਫਦਾ, ਕਹਿੰਦੇ ਮੈਂ ਰੱਬ ਦੇ ਵਿਛੋੜੇ 'ਚ ਤੜਫਦਾ। ਉਹਦੇ ਮੇਥੋਂ ਕਿਸੇ ਪ੍ਰਕਾਰ ਕਿਵੇਂ ਜੀਵਾਂਗਾ, ਮੈਂ ਰੱਬ ਤੋਂ ਬਿਨਾਂ ਬਚ ਨਹੀਂ ਸਕਦਾ। ਪਰਮੇਸ਼ਰ ਨਾਲ ਪ੍ਰੇਮ ਪਾ ਕੇ ਹੁਣ ਸਾਤੋਂ ਉਹ ਤੋਂ ਬੈਗ ਰਿਹਾ ਨਹੀਂ ਜਾਂਦਾ ਹੈ। ਤੋ ਇਸ ਕਰਕੇ ਅੱਗੇ ਦੱਸਦੇ ਹਨ ਜੇ ਰਹਾਉ ਅਸਥਾਈ ਦੇ ਕੇ ਫਰਮਾਉਂਦੇ ਆ, ਕੌਣ ਕੋ ਪੁਰਖ ਕੌਣ ਕੀ ਨਾਰੀ। ਇਹ ਜੀਵ ਨਿਸ਼ਚੈ ਕਰ, ਕੌਣ ਕਿਹੜਾ ਕੋ ਕਿਸੇ ਦਾ ਪੁਰਖ ਪਤੀ ਹੈ, ਕੌਣ ਕਿਹੜੀ ਕਿਸੇ ਦੀ ਨਾਰੀ ਇਸਤਰੀ ਹੈ। ਇਹ ਤਤ ਲਿਹੋ ਸਰੀਰ ਵਿਚਾਰੀ। ਇਸ ਤਤ ਸਿਧਾਂਤ ਨੂੰ, ਜਥਾਰਥ ਗੱਲ ਨੂੰ ਆਪਣੇ ਸਰੀਰ ਤਨ ਵਿੱਚ ਵਿਚਾਰ ਕਰਕੇ ਦੇਖ ਲਓ। ਲਿਹੋ ਲੈਣਾ ਕਰੋ ਇਹ ਉਪਦੇਸ਼। ਕਹੇ ਕਬੀਰ ਠੱਗ ਸਿਓ ਮਨ ਮਾਨਿਆ। ਕਬੀਰ ਸਾਹਿਬ ਜੀ ਕਹਿੰਦੇ ਮੈਂ ਪਰਮੇਸ਼ਰ ਨੇ ਮਾਇਆ ਰੂਪੀ ਠੱਗ ਬੂਟੀ ਪਾਈ ਹੈ ਨਾ, ਉਸ ਪਰਮੇਸ਼ਰ ਰੂਪ ਠੱਗ ਸਿਓ ਮੇਰਾ ਨਾਲ ਮਨ ਹਿਰਦਾ ਮੰਨ ਗਿਆ। ਭਾਵ ਸਾਡਾ ਜਿਹੜਾ ਚਿੱਤ ਉਹਦੇ ਨਾਲ ਲੱਗਿਆ ਹੋਇਆ ਹੈ। ਮਾਏ ਦੇ ਮੋਹ ਰੂਪੀ ਠਗੌਲੀ ਠੱਗ ਬੂਟੀ ਗਈ ਚਲੀ ਗਈ। ਹੁਣ ਠੱਗ ਬੂਟੀ ਗਈ ਚਲੀ ਗਈ, ਕਿਉਂ? ਉਹਦੇ ਨਾਲ ਮਨ ਮੰਨ ਗਿਆ। ਅਸੀਂ ਪਰਮੇਸ਼ਰ ਰੂਪ ਠੱਗ ਨੂੰ ਪਹਿਚਾਨ ਲਿਆ। ਉਹਨੂੰ ਵੀ ਤੂੰ ਹੀ ਠੱਗੀ ਲਾ ਰਿਹਾ ਜੀਵਾਂ ਦੇ, ਅਗਿਆਨ ਤੈਂ ਪਾਇਆ, ਮਾਇਆ ਤੈਂ ਪਾਈ ਹੈ। ਇਸ ਕਰਕੇ ਪਛਾਣ ਲਿਆ, ਸਮਝ ਲਿਆ ਹੈ। ਇਸੇ ਪ੍ਰਕਾਰ ਜੀ ਗਈ ਠਗੌਰੀ ਠੱਗ ਪਹਿਚਾਨਿਆ। ਗਈ ਠਗੌਰੀ ਠੱਗ ਪਹਿਚਾਨਿਆ। ਤੇ ਜਿਹੜੀ ਠਗੌਰੀ ਠੱਗ ਬੂਟੀ ਕੀ ਸੀ? ਮਾਇਆ ਸੀ। ਠੱਗ ਬੂਟੀ ਲਾਈ ਸੀ ਨਾ ਉਸਨੇ। ਜਦੋਂ ਸਾਡੇ ਅੰਦਰ ਤੋਂ ਮਾਇਆ ਦੇ ਮੋਹ ਰੂਪੀ ਠਗੌਰੀ ਠੱਗ ਬੂਟੀ ਚਲੀ ਗਈ ਜੀ, ਅੰਦਰ ਤੇ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸਭ ਸੱਚੇ ਸਵਾਰਿਆ। ਤਦ ਅਸੀਂ ਉਸ ਪਰਮੇਸ਼ਰ ਨੂੰ, ਪਰਮੇਸ਼ਰ ਰੂਪ ਠੱਗ ਨੂੰ ਪਹਿਚਾਨ ਲਿਆ, ਸਮਝ ਲਿਆ। ਕਿੱਡਾ ਬੜੇ ਹੌਸਲੇ ਦੀ ਗੱਲ ਹੈ। ਰੱਬ ਨੂੰ ਠੱਗ ਕੇ ਹੈ। ਕਬੀਰ ਜੀ ਤੁਸੀਂ ਰੱਬ ਨੂੰ ਠੱਗ ਕੇ ਦਿੱਤਾ। ਕਹਿੰਦਾ ਠੱਗ ਨਾ ਕਹਾਂ ਹੋਰ ਕੀ ਕਹਾਂ, ਜੀਵਾਂ ਨੂੰ ਠੱਗੀ ਮਾਇਆ ਦੁਆਰਾ ਉਸੇ ਨੇ ਤਲਾਈ ਹੋਈ ਹੈ। ਇਹ ਪ੍ਰੇਮ ਦੀਆਂ ਗੱਲਾਂ ਨੇ ਸਾਧ ਸੰਗਤ ਜੀ। ਅੰਦਰ ਤੇ ਪ੍ਰੇਮ ਹੋਵੇ, ਉਹ ਕਿਤੇ ਰੁੱਖਾ ਬਚਨ ਵੀ ਸਾਧ ਸੰਗਤ ਜੀ ਕਹਿ ਦੇਵੇ ਨਾ, ਤੇ ਪਰਮਾਤਮਾ ਅੰਦਰ ਤੋਂ ਸਮਝਦੇ ਵੀ ਅੰਦਰ ਤੋਂ ਪ੍ਰੀਤੀ ਨਾਲ ਸਾਡੀ ਹੋਵੇ ਪ੍ਰੀਤੀ, ਤੇ ਉਹਨੂੰ ਦੱਸ ਦਈਏ ਵੀ ਉਹ ਅੰਦਰੋਂ ਨਫ਼ਰਤ ਨਹੀਂ ਕਰਦਾ। ਕਹਿੰਦਾ ਵੀ ਕੋਈ ਗੱਲ ਨਹੀਂ, ਅੰਦਰ ਤੇ ਪ੍ਰੇਮ ਹੈ ਨਾ। ਕਬੀਰ ਸਾਹਿਬ ਪ੍ਰੇਮ ਦੇ ਭਿੱਜੇ ਹੋਏ ਬਚਨ ਕਰਦੇ ਹੋ। ਦੂਸਰੇ ਅਰਥ ਰਾਹੀਂ ਇਹ ਪ੍ਰਸ਼ਨਾਂ ਤੇ ਉੱਤਰਾਂ ਦੇ ਵਿੱਚ ਫਰਮਾਨ ਕਰਦੇ ਹਨ। ਵਿੱਚੇ ਪ੍ਰਸ਼ਨ ਵਿੱਚੇ ਉੱਤਰ ਹਨ ਜੀ। ਫਰਮਾਉਂਦੇ ਨੇ, ਕੌਣ ਕੋ ਪੂਤ ਪਿਤਾ ਕੋ ਕਾ ਕੋ। ਕਹਿੰਦੇ ਹੈ ਮਹਾਰਾਜ ਕਬੀਰ ਜੀ, ਦੁਨੀਆ ਵਿੱਚ ਕੌਣ ਕੋ ਕਿਹੜਾ ਪੂਤ ਪਵਿੱਤਰ ਹੈ। ਇੱਥੇ ਪੂਤ ਦਾ ਅਰਥ ਪਵਿੱਤਰ ਕਰਨਾ। ਕਹਿੰਦੇ ਪਵਿੱਤਰ ਕੌਣ ਹੈ? ਪੁੱਤਰ। ਹੇ ਭਾਈ, ਜਿਹੜਾ ਸਭ ਦਾ ਪਿਤਾ ਬਾਪ ਪਰਮੇਸ਼ਰ ਹੈ, ਜਿਸ ਨੂੰ ਉਸ ਦੇ ਮਿਲਣ ਦੀ ਕਾਂ ਕੋ, ਇੱਥੇ ਅੱਖਰ ਇਕੱਠੇ, ਉਹ ਤਾਂ ਅਸੀਂ ਨਾ ਅਲੱਗ-ਅਲੱਗ ਪਾਠ ਹੋਕਣੇ, ਕਾ ਕੋਈ ਕਰਨਾ ਪਏ। ਇੱਥੇ ਕਾਂ ਕੋ ਕਾਂਖਾ, ਜਿਨ੍ਹਾਂ ਨੂੰ ਕਾਂਖਾ ਹੈ, ਇੱਛਾ ਹੈ, ਭਾਵ ਲੱਗੀ ਹੋਈ ਹੈ ਕਿ ਮੈਂ ਉਹਨੂੰ ਮਿਲਣਾ ਹੈ। ਉਹ ਕਹਿੰਦੇ ਕੋਈ ਹੈ ਜਿਹੜਾ ਪਵਿੱਤਰ ਹੋਇਆ। ਐਸਾ ਅਰਥ ਇਹਦੇ ਵਿੱਚੋਂ ਹੈ। ਕੌਣ ਮਰੈ ਕੋ ਦੇ ਸੰਤਾਪ। ਮਹਾਰਾਜ ਜੰਮਦਾ ਮਰਦਾ ਕੌਣ ਹੈ? ਉੱਤਰ ਇਹਦੇ ਵਿੱਚ ਹੈ, ਜਿਹੜਾ ਕੋ ਕਿਸੇ ਨੂੰ ਦੁੱਖ ਦੇ ਦਿੰਦਾ ਹੈ, ਜੀਵਾਂ ਦਾ ਘਾਤ ਕਰਦਾ ਹੈ, ਆਪਣੇ ਸਵਾਦ ਵਾਸਤੇ ਵੱਢ ਕੇ ਖਾਂਦਾ ਹੈ, ਜਾਂ ਜੀਵਾਂ ਦੇ ਦੂਸਰੇ ਦਾ ਧਨ ਲੁੱਟਦਾ ਹੈ, ਉਹ ਜੰਮਦਾ ਤੇ ਮਰਦਾ ਹੈ। ਤੇ ਇਹ ਮਹਾਰਾਜ
ਇਹ ਤੁਸੀਂ ਫਿਰ ਹੁਣ ਇੱਕ ਗੱਲ ਦੱਸੋ ਵੀ ਰੱਬ ਨੂੰ ਠੱਗ ਹੀ ਕਹਿ ਦਿੱਤਾ ਤੁਸੀਂ, ਹੱਦੇ ਹੋ ਗਈ ਹੈ। ਉਹਨੂੰ ਠੱਗ ਕਿਉਂ ਕਿਹਾ ਹੈ? ਇਹਦੇ ਉੱਤਰ ਵਿੱਚ ਕਹਿੰਦੇ ਹਨ, ਹਰ ਠੱਗ ਜਗ ਕਾ ਠਗੌਰੀ ਲਾਈ। ਉਹ ਕਹਿੰਦਾ ਮੈਂ ਉਸ ਜਗ ਜਗਤ ਨੂੰ ਮਾਇਆ ਦੇ ਮੋਹ ਰੂਪੀ ਠਗੌਰੀ ਠੱਗ ਬੂਟੀ ਜੀ ਨੇ ਲਾਈ ਹੈ। ਜੀਵ ਲੁੱਟੇ ਜਾ ਰਹੇ ਨੇ, ਫਿਰ ਮੈਂ ਉਹਨੂੰ ਹਰ ਪਰਮੇਸ਼ਰ ਨੂੰ ਠੱਗ ਠੱਗੀ ਨਹੀਂ ਕਰਨ ਵਾਲਾ ਕਹਾਂ, ਹੋਰ ਕੀ ਕਹਾਂ ਮੈਂ ਉਹਨੂੰ? ਮੈਂ ਤਾਂ ਉਹਨੂੰ ਕਿਹਾ ਵੀ ਮਾਇਆ ਤਾਂ ਤਹੀਂ ਲਾਈ ਹੈ ਨਾ। ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਦਰ ਤੋਂ ਧਿਆਨ ਦੇ ਵਿੱਚ ਨੇ, ਤੇ ਉਹਨੂੰ ਸਾਧ ਸੰਜੀ ਕਿਤੇ ਕਿਤੇ ਬਾਜੀਗਰ ਕਿਹਾ ਭਗਤਾਂ ਨੇ ਵੀ ਤੂੰ ਬਾਜੀਗਰ ਹੈ, ਬਾਜੀ ਬਾਈ ਹੋਈ ਹੈ। ਇਹ ਉਸ ਭਾਵ ਨੂੰ ਸਮਝਣਾ ਹੈ। ਜੇ ਹਰ ਕੇ ਵਿਯੋਗ ਕੈਸੇ ਜੀਆਉ ਮੇਰੀ ਮਾਈ। ਕਹਿੰਦੇ ਮਹਾਰਾਜ ਪਰਮੇਸ਼ਰ ਦੇ ਨਾਲੋਂ ਵਿਯੋਗ ਵਿਛੋੜਾ ਕੈਸੇ, ਕਿਵੇਂ ਹੋ ਗਿਆ ਜੀਵ ਦਾ? ਕਹਿੰਦੇ ਭਾਈ ਇਹ ਵਿਛੋੜਾ ਤਾਂ ਹੋਇਆ ਹੈ, ਇਹ ਮਾਈ ਕਿਹਨੂੰ ਹੈ? ਮਾਇਆ ਦਾ ਅਰਥ ਹੈ ਮਾਇਆ ਈਸ਼ਵਰ ਦੀ ਸੀ, ਪਰ ਇਹਨੇ ਜੀਵ ਨੇ ਮੇਰੀ ਆਪਣੀ ਸਮਝ ਲਈ ਵੀ ਮਾਇਆ ਮੇਰੀ ਹੈ। ਇਸ ਕਰਕੇ ਹਰੀ ਦੇ ਨਾਲੋਂ ਇਹਦਾ ਵਿਛੋੜਾ ਹੋ ਗਿਆ। ਵਿਛੜ ਚੁੱਕੇ ਨੇ ਜੀਵ, ਤਾਂ ਵਿਛੋੜਾ ਹੋਇਆ ਹੈ। ਰਹਾਉ ਅਸਾਈ ਦੇ ਕੇ ਕਹਿੰਦੇ ਨੇ, ਕੌਣ ਕੋ ਪੁਰਖ ਕੌਣ ਕੀ ਨਾਰੀ। ਇਹ ਮਹਾਰਾਜ ਕਬੀਰ ਜੀ ਸੰਸਾਰ ਵਿੱਚ ਕੌਣ ਕਿਹੜਾ ਕੋਈ ਪੁਰਖ ਮਰਦ ਸੂਰਵੀਰ ਬਹਾਦਰ ਕੌਣ ਹੈ? ਪੁਰਖ ਸੂਰਵੀਰ ਬਹਾਦਰ ਪੁਰਖ ਕੌਣ ਹੈ? ਉੱਤਰ ਇਹ ਕਹਿੰਦੇ ਜਿਨ੍ਹਾਂ ਨੇ ਇਹ ਮਾਇਆ ਨੂੰ ਅਗਨੀ ਦੀ ਨਿਆਈ ਦਗਧ ਕਰਨ ਵਾਲੀ ਭਾਵ ਦੁੱਖ ਦੇਣ ਵਾਲੀ ਸਮਝ ਕੇ ਜਿਨ੍ਹਾਂ ਨੇ ਤਿਆਗ ਦਿੱਤਾ ਹੈ, ਉਹ ਸੂਰਵੀਰ ਤੇ ਬਹਾਦਰ ਹਨ। ਜੇ ਇਆ ਤਤ ਲਿਹੋ ਸਰੀਰ ਵਿਚਾਰੀ। ਮਹਾਰਾਜ ਇਹ ਮਨੁੱਖਾ ਸਰੀਰ ਦੇ ਧਾਰਨ ਦਾ ਕੀ ਫਲ ਹੈ? ਧਾਰਨ ਕੀਤਾ ਸਾਰਿਆਂ ਨੇ। ਮਨੁੱਖਾ ਸਰੀਰ ਦੇ ਧਾਰਨ ਦਾ ਫਲ ਦੱਸੋ, ਜਗਿਆਸੂ ਨੇ ਪੁੱਛਿਆ। ਉੱਤਰ ਕਹਿੰਦੇ ਇਆ ਇਸ ਸਰੀਰ ਤਨ ਧਾਰੇ ਦਾ ਇਹੀ ਫਲ ਹੈ ਜੋ ਤਤ ਸਿਧਾਂਤ ਰੂਪ ਨੂੰ ਹਿਰਦੇ ਦੇ ਵਿੱਚ ਤਤ ਮਿਥਿਆ ਦਾ ਵਿਵੇਚਨ ਕਰਕੇ ਆਤਮਾ ਨੂੰ ਚੇਤਨ ਸਰੂਪ ਕਰਕੇ ਵਿਚਾਰ ਲੈਹੋ ਲੈਣਾ ਕਰੋ। ਇਹੀ ਅਸਲੀ ਸਿਧਾਂਤ ਹੈ, ਇਹੀ ਅਸਲੀ ਇਹਦਾ ਮਨੁੱਖਾ ਸਰੀਰ ਨੂੰ ਧਾਰਨ ਦਾ ਫਲ ਹੈ। ਜੇ ਸਿਧਾਂਤ ਰੂਪੀ ਫਲ ਹੈ। ਕਹੇ ਕਬੀਰ ਠੱਗ ਸਿਓ ਮਨ ਮਾਨਿਆ। ਕਬੀਰ ਸਾਹਿਬ ਜੀ ਕਥਨ ਕਰਦੇ ਹੈ, ਭਾਈ ਜਿਸ ਈਸ਼ਵਰ ਨੇ ਮਾਇਆ ਦਾ ਮੋਹ ਪਾ ਕੇ ਠੱਗੀ ਮਾਰਨੀ ਕੀਤੀ ਹੈ, ਸਾਡਾ ਉਸ ਠੱਗ ਰੂਪ ਈਸ਼ਵਰ ਦੇ ਨਾਲ, ਸਿਉਂ ਦਾ ਅਰਥ ਹੈ ਨਾਲ, ਮਨ ਹਿਰਦਾ ਮੰਨ ਗਿਆ ਹੈ। ਗਈ ਠਗੌਰੀ ਠੱਗ ਪਹਿਚਾਨਿਆ। ਇਸ ਕਰਕੇ ਮਾਇਆ ਦੇ ਮੋਹ ਵਾਲੀ ਠਗੌਰੀ ਠੱਗ ਬੂਟੀ ਸਾਡੇ ਸਰੀਰ ਚੋਂ ਗਈ, ਨਿਵਰਤ ਹੋ ਗਈ। ਅਸੀਂ ਪਰਮੇਸ਼ਰ ਰੂਪ ਠੱਗ ਦੇ ਤਾਂ ਹੀ ਪਹਿਚਾਨ ਲਿਆ ਅਪਰੋਕਸ਼ ਬ੍ਰਹਮ ਗਿਆਨ ਦੁਆਰਾ। ਇਹ ਉਸੇ ਦੀ ਇੱਕ ਬਾਜੀ ਪਾਈ ਹੋਈ ਹੈ। ਸੇ ਅਬ ਮੋਕੋ ਭਏ ਰਾਜਾ ਰਾਮ ਸਹਾਈ। ਭਗਤ ਕਬੀਰ ਜੀ ਕਹਿੰਦੇ ਨੇ ਹੁਣ ਸਾਨੂੰ ਰਾਜਾ ਪ੍ਰਕਾਸ਼ ਰੂਪ ਰਾਮ ਪਰਮੇਸ਼ਰ ਸਹਾਈ ਸਹਾਇਤਾ ਕਰਨ ਵਾਲਾ ਪਏ ਹੋਇਆ ਹੈ। ਸਾਡੀ ਉਹ ਜੰਮਣ ਮਰਨ ਤੋਂ ਜਨਮ ਮਰਨ ਕੱਟ ਪਰਮਗਤ ਪਾਈ। ਉਹਨੇ ਜੰਮਣਾ ਤੇ ਮਰਨਾ ਸਾਡਾ ਕੱਟ ਦਿੱਤਾ, ਆਵਾਗਨ ਕੱਟ ਦਿੱਤਾ। ਅਸੀਂ ਪਰਮਗਤੀ ਕੀ ਹੈ? ਕੈਵਲ ਮੋਕਸ਼। ਪਰਮਗਤ ਇਹੀ ਹੈ, ਇਹ ਕੈਵਲ ਮੋਕਸ਼ ਪਾ ਲਈ ਹੈ, ਪ੍ਰਾਪਤ ਕਰ ਲਈ ਹੈ। ਰਹਾਉ ਅਸਾਈ ਦੇ ਕੇ ਫਰਮਾਉਂਦੇ ਆ ਜੀ, ਸਾਧੂ ਸੰਗਤ ਦਿਓ ਰਲਾਏ। ਪਰਮੇਸ਼ਰ ਨੇ ਸਾਨੂੰ ਸਾਧੂ ਮਹਾਤਮਾ ਦੀ ਸੰਗਤ ਸੰਗ ਵਿੱਚ ਰਲਾ ਦਿੱਤਾ ਹੈ, ਮੇਲ ਦਿੱਤਾ ਹੈ। ਜੀ ਪੰਜ ਦੂਤ ਤੇ ਲਿਓ ਛਡਾਏ। ਸੰਗਤ ਦੇ ਪ੍ਰਤਾਪ ਕਰਕੇ ਪੰਜ ਜਿਹੜੇ ਦੂਤ ਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇੱਕ ਸੰਗਤ ਤੋਂ ਸਾਨੂੰ ਛਡਾ ਲਿਆ। ਕਾਮ ਕ੍ਰੋਧ ਔਰ ਲੋਭ ਮੋਹ ਬਿਨ ਸਜਾਏ ਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਇਹ ਕਿਰਪਾ ਹੋ ਗਈ ਹੈ। ਅੰਮ੍ਰਿਤ ਨਾਮ ਜਪੋ ਜਪ ਰਸਨਾ। ਕਹਿੰਦੇ ਮਹਾਰਾਜ ਸੰਗਤ ਵਿੱਚੋਂ ਤੁਹਾਨੂੰ ਕੀ ਉਪਾ ਮਿਲਿਆ? ਸੰਗਤ ਦੇ ਵਿੱਚੋਂ ਉਹ ਦੱਸੋ। ਉੱਤਰ ਕਹਿੰਦੇ ਅੰਮ੍ਰਿਤ ਨਾਮ ਜਪੋ ਜਪ ਰਸਨਾ। ਹੇ ਭਾਈ ਸਾਨੂੰ ਸੰਗਤ ਵਿੱਚ ਗੁਰੂ ਨੇ ਇਹ ਉਪਾ ਦੱਸਿਆ, ਪਰਮੇਸ਼ਰ ਦੇ ਅੰਮ੍ਰਿਤ ਮਿਰਤੂ ਤੋਂ ਰਹਿਤ ਕਰਨ ਵਾਲੇ ਨਾਮ ਨੂੰ ਰਸਨਾ ਜੀਭਾ ਦੇ ਨਾਲ ਜਪੋ ਜਪਣਾ ਕਰੋ। ਅਸੀਂ ਜਪਦੇ ਹਾਂ ਜੀ, ਗੁਰੂ ਸਾਹਿਬ ਨੇ ਜੋ ਦਿੱਤਾ ਹੈ ਨਾਮ। ਅਮੋਲ ਦਾਸ ਕਰ ਲੀਨੋ ਆਪਣਾ। ਗੁਰੂ ਜੀ ਨੇ ਸਾਨੂੰ ਅਮੋਲ ਬੇਕੀਮਤਾ ਦਾਸ ਸੇਵਕ ਸਮਝ ਕੇ ਆਪਣਾ ਸਰੂਪ ਹੀ ਕਰ ਲਿਆ ਹੈ। ਹੁਣ ਪਰਮੇਸ਼ਰ ਦਾ ਸਰੂਪ ਹੀ ਹੋ ਗਏ ਹਾਂ। ਸਤਿਗੁਰ ਕੀਨੋ ਪਰ ਉਪਕਾਰ। ਗੁਰੂ ਦਾ ਸਰੂਪ ਹੋ ਗਏ,
ਤੇ ਪਰਉਪਕਾਰ, ਪਰਾਏ ਦੇ ਭਲੇ ਨੂੰ ਉਪਕਾਰ ਕਹਿੰਦੇ। ਉਪਕਾਰ ਭਲਾ, ਪਰ ਪਰਾਇਆਂ ਦਾ। ਸਾਡੇ ਸਤਿਗੁਰੂ ਗੁਰੂ ਨਾਨਕ ਦੇਵ ਜੀ, ਸਾਡੇ ਸਤਿਗੁਰੂ ਰਾਮਾਨੰਦ ਜੀ, ਇਹ ਬੜਾ ਭਾਰੀ ਪਰਉਪਕਾਰ ਕੀਤਾ। ਵਿਸ਼ੇਸ਼ ਕਰਕੇ ਇਹ ਇਸ ਪਰਉਪਕਾਰ ਕਰਕੇ ਸਾਨੂੰ ਕਾਢ ਲੀਨ ਸਾਗਰ ਸੰਸਾਰ। ਅਖੇ ਕਿਹੜਾ ਪਰਉਪਕਾਰ ਕੀਤਾ ਹੈ ਜੋ ਸਾਨੂੰ ਸੰਸਾਰ ਸਮੁੰਦਰ ਜਿੱਥੇ ਸੰਸਾਰ ਡੁੱਬ ਰਿਹਾ ਹੈ, ਕਿਰਪਾ ਦ੍ਰਿਸ਼ਟੀ ਕਰਕੇ ਮੁਕਤੀ ਰੂਪੀ ਕਿਨਾਰੇ ਤੇ ਕੱਢ ਕੇ ਲਾ ਦਿੱਤਾ ਹੈ। ਚਰਨ ਕਮਲ ਸਿਓ ਲਾਗੀ ਪ੍ਰੀਤ। ਸਾਡੇ ਮਹਾਰਾਜ ਦੇ ਚਰਨ ਪੂਜਨੀਕ ਜੋ ਕਮਲ ਕੌਲ ਫੁੱਲ ਵਾਂਗ ਨਿਰਲੇਪ ਹਨ, ਉਹਨਾਂ ਸਿਓ ਨਾਲ ਸਾਡੀ ਪ੍ਰੀਤੀ ਲੱਗੀ ਹੋਈ ਹੈ। ਤੇ ਇਸ ਕਰਕੇ ਅਸੀਂ ਨਿਤਾ ਪ੍ਰਤੀ ਗੋਬਿੰਦ ਵਸੈ ਨਿਤਾ ਨਿਤ ਚੀਤ। ਨਿਤਾ ਪ੍ਰਤੀ ਸਾਡੇ ਚਿੱਤ ਵਿੱਚ ਗੋਬਿੰਦਾਂ ਦੇ ਬਿੰਦ ਜਾਣਨ ਯੋਗ ਪਰਮੇਸ਼ਰ ਵਸੈ ਵਸਦਾ ਹੈ। ਮਾਇਆ ਤਪਤ ਬੁਝਿਆ ਅੰਗਿਆਰ। ਅਗਨੀ ਰੂਪ ਮਾਇਆ ਕਰਕੇ ਜੋ ਪਦਾਰਥਾਂ ਨੂੰ ਭੋਗਣ ਦੀ ਇੱਛਾ ਰੂਪੀ ਤਪਤ ਤਪਸ਼ ਅਤੇ ਪਾਪਾਂ ਰੂਪੀ ਅੰਗਿਆਰ, ਅੱਗ ਦਾ ਗੋਲਾ, ਇਹ ਜਿਹੜਾ ਸੀ, ਪਰ ਇਹ ਸਾਨੂੰ ਇਹਦੇ ਵਿੱਚ ਨਾਮ ਰੂਪੀ ਜਲ ਦੇ ਪੈਣ ਕਰਕੇ ਕੋਲੇ ਜਿੰਨੇ ਮਰਜ਼ੀ ਦਗਦਾ ਕਰਦੇ ਹੁਣ ਪਾਣੀ ਪਾਵੋ ਬੁਝ ਜਾਂਦੇ ਨੇ। ਨਾਮ ਰੂਪੀ ਜਲ ਕਰਕੇ ਇਹ ਫਿਰ ਬੁਝਿਆ ਅੰਗਿਆਰ ਬੁਝ ਗਿਆ ਹੈ। ਇਹ ਅੰਗਿਆਰ ਜਿਹੜਾ ਹਿਰਦਾ ਤਪਦਾ ਸੀ, ਅੱਗ ਦਾ ਅੰਗਿਆਰ ਹੀ ਬਣਿਆ ਪਿਆ ਸੀ, ਵਿਸ਼ਿਆਂ ਦਾ ਤਪਾਇਆ ਪਿਆ ਸੀ। ਮਨ ਸੰਤੋਖ ਨਾਮ ਆਧਾਰ। ਪਰਮੇਸ਼ਰ ਦੇ ਨਾਮ ਦਾ ਆਧਾਰ ਆਸਰਾ ਲੈਣ ਕਰਕੇ ਮਨ ਹਿਰਦੇ ਸੰਤੋਖ ਸਬਰ ਆ ਗਿਆ ਹੈ। ਜਲ ਥਲ ਪੂਰ ਰਹੇ ਪ੍ਰਭ ਸੁਆਮੀ। ਜਲ ਪਾਣੀ ਵਾਲੀ ਜਗ੍ਹਾ, ਥਲ ਖੁਸ਼ਕ ਜਗ੍ਹਾ, ਸਾਰੀ ਥਾਈਂ ਜਾਂ ਜਲਾਂ ਦੀ ਨਿਆਈ ਪ੍ਰੇਮੀ ਪ੍ਰੇਮ ਕਰਨ ਵਾਲਿਆਂ ਦੇ ਹਿਰਦਿਆਂ, ਜੇ ਥਲ ਦੀ ਨਿਆਈ ਖੁਸ਼ਕ ਸਕਾਮੀਆਂ ਦੇ ਹਿਰਦੇ, ਉਹ ਸੁਆਮੀ ਮਾਲਕ ਪ੍ਰਭੂ ਉਹ ਪੂਰ ਰਿਹਾ। ਪ੍ਰਭ ਸੁਆਮੀ ਉਹ ਪਰਿਪੂਰਨ ਲਵਾਲਾ ਭਰਿਆ ਹੋਇਆ ਹੈ। ਜਤ ਪੇਖੋ ਤਤ ਅੰਤਰ ਜਾਮੀ। ਅਸੀਂ ਤਾਂ ਜਤ ਜਿੱਥੇ ਵੀ ਪੇਖੋ ਦੇਖਦੇ ਹਾਂ, ਤਤ ਉਸੇ ਹੀ ਥਾਂ ਅੰਤਰਜਾਮੀ, ਅੰਦਰ ਦੀ ਜਾਣਨ ਵਾਲਾ ਪਰਮੇਸ਼ਰ ਹੀ ਹੈ, ਉਹ ਤੋਂ ਬਿਨਾਂ ਕੋਈ ਨਹੀਂ ਹੋਰ। ਆਪਣੀ ਭਗਤ ਆਪ ਹੀ ਦਿਰੜਾਈ। ਅਗੇ ਫਕੀਰ ਜੀ ਬੜੀ ਭਗਤੀ ਕੀਤੀ ਤੁਸੀਂ, ਕਹਿੰਦਾ ਨਾ ਭਾਈ, ਪਰਮੇਸ਼ਰ ਨੇ ਕਿਰਪਾ ਕਰਕੇ ਆਪਣੀ ਭਗਤੀ, ਪ੍ਰੇਮਾ ਭਗਤੀ ਆਪ ਹੀ ਕਰਾ ਲਈ ਹੈ। ਇਹ ਸਾਨੂੰ ਨਿਸ਼ਚਾ ਦਿੱਤਾ ਹੈ, ਸਾਨੂੰ ਇਹ ਜਿਹੜੀ ਦ੍ਰਿੜ ਕਰਾ ਦਿੱਤੀ ਹੈ, ਪੱਕੀ ਕਰਾ ਦਿੱਤੀ ਹੈ, ਇਹ ਵਾਹਿਗੁਰੂ ਦੀ ਕਿਰਪਾ ਹੈ। ਪੂਰਬ ਲਿਖਤ ਮਿਲਿਆ ਮੇਰੇ ਭਾਈ। ਹੇ ਮੇਰੇ ਸਾਡੇ ਭਾਈ ਭਰਾਵੋ, ਇਹ ਤਾਂ ਪੂਰਬਲੇ ਲਿਖਤ ਲਿਖੇ ਹੋਏ ਨਿਸ਼ਕਾਮ ਕਰਮਾਂ ਦੇ ਅਨੁਸਾਰ ਸਾਨੂੰ ਇਹ ਜਨਮ ਦੇ ਵਿੱਚ ਪਰਮੇਸ਼ਰ ਮਿਲਿਆ। ਇਹ ਲਿਖਿਆ ਹੋਇਆ ਸੀ ਵੀ ਇਹ ਜਨਮ 'ਚ ਕਬੀਰ ਤੈਨੂੰ ਮਿਲਾਂਗੇ। ਉਹ ਪੂਰਬਲੇ ਲੇਖਾਂ ਦੇ ਅਨੁਸਾਰ ਲਿਖਿਆ ਹੋਇਆ, ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਈਸ਼ਵਰ ਨੇ ਲੇਖ ਲਿਖ ਦਿੱਤਾ ਸੀ ਮਿਲਣ ਦਾ। ਜਿਸ ਕਿਰਪਾ ਕਰੇ ਤਿਸ ਪੂਰਨ ਸਾਜ। ਕਹਿੰਦੇ ਜਿਸ ਉੱਪਰ ਆਪ ਕਿਰਪਾ ਦ੍ਰਿਸ਼ਟੀ ਕਰ ਦੇਵੇ, ਤਿਸ ਉਸ ਦੇ ਪੂਰਨ ਕਾਜ ਕੇਰਨ ਗਿਆਨ ਦੇ, ਸ਼ੁਭ ਗੁਣਾਂ ਦੇ ਸਾਧਨ ਰੂਪੀ ਇਹ ਜਿਹੜੀ ਸਾਜ ਸਮਗਰੀ ਦੇਣਾ ਕੀਤੀ ਹੈ, ਇਹ ਸਾਜਨਾ ਕੀਤੀ ਹੈ, ਜਿਹਦੇ ਤੇ ਉਹ ਕਿਰਪਾ ਕਰ ਦੇਵੇ, ਉਹਦੀ ਕਿਰਪਾ ਨਾਲ ਮਿਲਦਾ ਸਭ ਕੁਛ ਹੈ। ਕਬੀਰ ਕੋ ਸੁਆਮੀ ਗਰੀਬ ਨਿਵਾਜ। ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਡਾ ਸੁਆਮੀ ਮਾਲਕ ਹੈ ਨਾ ਜਿਹੜਾ, ਉਹ ਗਰੀਬਾਂ ਨੂੰ ਨਿਵਾਜਣ ਵਾਲਾ ਹੈ। ਇਸ ਕਰਕੇ ਉਹਦਾ ਨਾਮ ਗਰੀਬ ਨਿਵਾਜ ਹੈ। ਨਿਵਾਜ ਨਾ ਵਡਾਉਣ ਦਾ ਹੁੰਦਾ ਹੈ, ਗਰੀਬਾਂ ਨੂੰ ਨਿਵਾਜਦਾ ਵਡਿਆਉਂਦਾ ਹੈ। ਜਲ ਹੈ ਸੂਤਕ ਥਲ ਹੈ ਸੂਤਕ ਓਪਤ ਹੋਈ। ਕਾਂਸੀ ਦੇ ਵਿੱਚ ਕਿਸੇ ਦੇ ਘਰ ਉਹਨਾਂ ਨੇ ਲੰਗਰ ਬ੍ਰਾਹਮਣਾਂ ਨੂੰ, ਸਾਧੂਆਂ ਨੂੰ, ਪੰਡਤਾਂ ਨੂੰ, ਸਾਰਿਆਂ ਨੂੰ ਬੁਲਾਇਆ। ਉਹਨਾਂ ਨੇ ਭਗਤ ਕਬੀਰ ਸਾਹਿਬ ਜੀ ਨੂੰ ਕਿਹਾ, ਉਹ ਕਹਿੰਦੇ ਬਾਹਮਣਾਂ ਨੇ ਰੋਟੀ ਨਹੀਂ ਖਾਣੀ, ਕਹਿੰਦੇ ਚਲੋ ਤੁਸੀਂ ਬਾਅਦ ਦੇ ਵੀ ਛਕ ਲਿਓ, ਆ ਤਾਂ ਜਾਓ। ਕਬੀਰ ਸਾਹਿਬ ਜੀ ਵੀ ਚਲੇ ਗਏ ਬੇਨਤੀ ਮੰਨ ਕੇ। ਅਜੇ ਪ੍ਰਸ਼ਾਦਾ ਛਕਣ ਦੀ ਪੰਗਤੀ ਲੱਗੀ ਹੋਈ ਸੀ, ਇਹਨੇ ਨੂੰ ਦਾਈ ਨੇ ਆ ਕੇ ਵਧਾਈਆਂ ਦੇ ਦਿੱਤੀਆਂ। ਸੰਤਾਂ ਮਹਾਂਪੁਰਸ਼ਾਂ ਨੂੰ ਬੜੀ ਖੁਸ਼ੀ ਦੀ ਗੱਲ ਹੈ ਜੀ, ਜਿਹਦੇ ਘਰ ਪ੍ਰਸ਼ਾਦਾ ਛਕ ਰਹੇ ਹੋ ਇਹਨਾਂ ਦੇ ਘਰ ਪੁੱਤਰ ਪੈਦਾ ਹੋਇਆ ਹੈ, ਵਧਾਈਆਂ ਹੋਣ ਜੀ। ਸੁਣਦਿਆਂ ਸਾਰ ਬ੍ਰਾਹਮਣ ਕਹਿੰਦੇ ਸੂਤਕ ਹੈ, ਸੂਤਕ ਹੋ ਗਿਆ, ਸੂਤਕ ਹੋ ਗਿਆ। ਉਹਨਾਂ ਜਿਵੇਂ ਕਾਂ ਰੌਲਾ ਪਾਉਂਦੇ ਨੇ, ਐਂ ਕਾਂ ਕਾਂ ਕਰਨੀ ਸ਼ੁਰੂ ਕਰਦੀ। ਉੱਠ ਕੇ ਖੜੇ ਹੋ ਗਏ, ਪ੍ਰਸ਼ਾਦਾ ਉੱਥੇ ਹੀ ਰਹਿ ਗਿਆ, ਪਰੋਸਿਆ ਹੋਈ ਰਹਿਣ ਦਿੱਤਾ। ਭਗਤ ਕਬੀਰ ਜੀ ਉੱਥੇ ਬੈਠੇ ਸੀ। ਕਹਿੰਦੇ ਬ੍ਰਾਹਮਣੋ ਹੁਣ ਤੁਸੀਂ ਉੱਠ ਖੜੇ ਹੋ। ਕਬੀਰ ਸਾਹਿਬ ਨੇ ਆਪਣੇ ਪ੍ਰੇਮੀਆਂ ਦੀ ਪੰਗਤ ਲਾ ਦਿੱਤੀ ਤੇ ਆਪ ਛਕਣ ਲੱਗ ਗਏ। ਹੁਣ ਇੱਕ ਤਾਂ ਪੰਡਤਾਂ ਨੂੰ ਭੁੱਖ ਲੱਗੀ ਹੋਈ, ਤੇ ਦੂਜਾ ਹੁਣ ਭੋਜਨ ਨਾ ਮਿਲਣ ਕਰਕੇ, ਸੂਤ ਕਰਕੇ ਕ੍ਰੋਧ ਆ ਗਿਆ, ਫਿਰ ਗੁੱਸਾ ਆ ਗਿਆ। ਇੱਕ ਭੁੱਖ ਲੱਗੀ ਹੈ, ਦੂਜਾ ਗੁੱਸਾ ਆ ਗਿਆ। ਕਬੀਰ ਨੂੰ ਕਹਿੰਦੇ ਤੂੰ ਐਡਾ ਵੱਡਾ ਸਾਧੂ ਕਹਾਉਣਾ, ਚਰਚਾ ਕਰਦੇ ਵਿੱਚ ਜਿੱਤ ਲੈਣਾ ਸਾਰਿਆਂ ਨੂੰ,
ਭੋਜਨ ਖਾਣ ਲੱਗਿਆ ਸੂਤਕ ਵੀ ਨਹੀਂ ਦੇਖਿਆ ਤੂੰ, ਉਕਣੇ ਖਾ ਗਿਆ। ਕਬੀਰ ਸਾਹਿਬ ਜੀ ਨੇ ਕਿਹਾ, ਪੰਡਤੋ ਤੁਸੀਂ ਦੱਸੋ ਸਾਰੇ ਬ੍ਰਹਮੰਡ ਵਿੱਚ ਸੂਤਕ ਹੈ ਕਿੱਥੇ ਨਹੀਂ? ਸੂਤਕ ਤਾਂ ਜਿਹੜਾ ਸੂਤਕ ਦਾ ਨਾਮ ਕੀ ਹੈ? ਇਹ ਸੂਤ ਨਾਮ ਪੁੱਤਰ ਦਾ ਹੈ। ਕਾ ਨਾਮ ਜਿਹੜਾ ਨਾ, ਕਾ ਨਾਮ ਇਹ ਪੈਦਾ ਹੋਣ ਦਾ ਹੈ। ਕਾ ਪੈਦਾ ਹੋਇਆ, ਸੂਤ ਪੁੱਤਰ। ਕਹਿੰਦੇ ਤੁਹਾਨੂੰ ਅਸੀਂ ਪੁੱਛਦੇ ਹਾਂ ਵੀ ਤੁਹਾਡੇ ਕਹਿਣੇ ਅਨੁਸਾਰ ਸੂਤਕ ਹੈ ਕਿੱਥੇ ਨਹੀਂ, ਪੈਦਾ ਕਿਹੜੀ ਚੀਜ਼ ਨਹੀਂ ਹੋ ਰਹੀ, ਸਿੱਧ ਕਰਕੇ ਦਿਖਾਓ। ਕਬੀਰ ਸਾਹਿਬ ਜੀ ਕਹਿਣ ਲੱਗੇ ਮੈਂ ਸਿੱਧ ਕਰਦਾ, ਤੁਸੀਂ ਸੁਣੋ। ਹੁਣ ਪੰਡਤਾਂ ਨੇ ਕਿਹਾ ਸੀ ਨਾ ਸਿੱਧ ਕਰਕੇ ਦਿਖਾ, ਕਿੱਥੇ ਆ ਸੂਤਕ? ਉਸ ਵੇਲੇ ਕਬੀਰ ਸਾਹਿਬ ਨੇ ਪਾਵਨ ਸ਼ਬਦ ਉਚਾਰਿਆ, ਬੋਲੋ ਜੀ ਸ਼ੁਰੂ ਤੋਂ। ਜਲ ਹੈ ਸੂਤਕ, ਥਲ ਹੈ ਸੂਤਕ। ਪੰਡਤੋ ਜਲ ਪਾਣੀ ਦੇ ਵਿੱਚ ਵੀ ਸੂਤਕ ਅਸ਼ੁੱਧੀ ਹੈ, ਥਲ ਖੁਸ਼ਕ ਜਗ੍ਹਾ ਦੇ ਵਿੱਚ ਵੀ ਸੂਤਕ ਅਸ਼ੁੱਧੀ ਹੈ। ਅਤੇ ਫਿਰ ਅੱਗੇ ਹੋਰ ਦੱਸਦੇ ਹਨ, ਸੂਤਕ ਊਪਤ ਹੋਈ। ਖੇਤੀ ਦੀ ਓਪਤ ਉਤਪਤੀ, ਉਹਦੇ ਸਮੇਂ ਵੀ ਸੂਤਕ ਅਸ਼ੁੱਧੀ ਹੋ ਜਾਂਦੀ ਹੈ। ਇਹ ਸਾਰੀ ਜਗ੍ਹਾ ਸੂਤਕ ਹੈ। ਫਿਰ ਬੋਲੋ ਜੀ ਜਲ ਹੈ। ਜਲ ਹੈ ਸੂਤਕ, ਥਲ ਹੈ ਸੂਤਕ। ਭਾਵ ਜਦੋਂ ਜਲਾਂ ਪਾਣੀ ਦੇ ਵਿੱਚ ਡੱਡੀਆਂ ਮੱਛੀਆਂ ਵਿੱਚੇ ਜੰਮਦੀਆਂ ਨੇ, ਸੂਤਕ ਹੋ ਗਿਆ। ਉੱਥੀ ਮਰ ਗਈਆਂ, ਪਾਤਕ ਹੋ ਗਿਆ। ਉਸੇ ਜਲ ਦੇ ਵਿੱਚ ਸੂਤਕ ਹੋ ਜਾਂਦਾ, ਉੱਥੀ ਪਾਤਕ ਹੋ ਜਾਂਦਾ। ਨਾਲੇ ਸਾਰੀ ਸ੍ਰਿਸ਼ਟੀ ਜਲ ਤੋਂ ਹੀ ਪੈਦਾ ਹੋਈ ਹੈ, ਜਲ ਦੇ ਵਿੱਚ ਹੀ ਸੂਤਕ ਹੈ। ਥਲਾਂ ਵਿੱਚ ਖੁਸ਼ਕ ਟਿੱਡੀਆਂ, ਕਕਲੀਆਂ, ਪਿਪਲੀਆਂ ਜਿਹੜੀਆਂ ਉੱਥੋਂ ਜੰਮਦੀਆਂ ਨੇ, ਉੱਥੇ ਮਰ ਜਾਂਦੇ। ਉੱਥੇ ਧਰਤੀ 'ਚ ਵੀ ਖੁਸ਼ਕ ਜਗ੍ਹਾ ਵੀ ਸੂਤਕ ਹੈ, ਥਲਾਂ ਵਿੱਚ ਵੀ ਸੂਤਕ ਹੈ। ਅੱਗੇ ਦੱਸਦੇ ਹਨ, ਸੂਤਕ ਓਪਤ ਹੋਈ। ਉਤਪਜ ਖਾਣੀ ਦੁਆਰਾ ਸਾਰੀ ਸ੍ਰਿਸ਼ਟੀ ਖੇਤੀ ਪੈਦਾ ਹੁੰਦੀ ਹੈ, ਉੱਥੇ ਵੀ ਸੂਤਕ ਹੈ। ਉੱਥੇ ਵੀ ਜਨਮ ਹੋ ਰਿਹਾ, ਉੱਥੇ ਵੀ ਮਰਨ ਹੋ ਰਿਹਾ ਹੈ। ਜਨਮੇ ਸੂਤਕ, ਮੂਏ ਫੁਨ ਸੂਤਕ। ਇਸ ਪਰ ਤੁਸੀਂ ਜਨਮੇ ਜੰਮਣ ਵਾਲੇ ਨੂੰ ਸੂਤਕ ਸਮਝਦੇ ਹੋ, ਫੁਨ ਪੁਨਾ ਮੂਏ ਮਰੇ ਹੋਏ ਨੂੰ ਪਾਤਕ ਸਮਝਦੇ ਹੋ। ਇਸ ਪ੍ਰਕਾਰ ਸੂਤਕ ਪਾਤਕ ਕਹਿ ਕੇ ਤੁਸੀਂ ਤਾਂ ਇਹ ਜਿਹੜਾ ਹੈ ਸੂਤਕ ਪਰਜ ਬਿਗੋਈ। ਉਹ ਸੂਤਕ ਕਹਿ ਕੇ ਤੁਸੀਂ ਪਰਜਾ ਹੀ ਵਿਗਾੜ ਦਿੱਤੀ, ਤੁਸੀਂ ਬ੍ਰਹਮ ਨੂੰ ਖਰਾਬ ਹੀ ਕਰ ਦਿੱਤੀ ਹੈ ਤੁਸੀਂ। ਕਹੋ ਰੇ ਪੰਡਿਆ ਕੌਣ ਪਵਿੱਤਾ। ਰੇ ਹੇ ਪੰਡਿਆ, ਪੰਡਤੋਂ ਵਿਦਵਾਨੋਂ, ਇਸ ਪ੍ਰਕਾਰ ਕਹੋ ਦੱਸੋ ਕਿ ਸੂਤਕ ਤੋਂ ਬਿਨਾਂ ਕੌਣ ਕਿਹੜਾ ਥਾਂ ਪਵਿੱਤਾ ਪਵਿੱਤਰ ਕਿਹੜਾ ਹੈ? ਇਹ ਤੁਸੀਂ ਮੈਨੂੰ ਦੱਸਣਾ ਕਰੋ। ਐਸਾ ਗਿਆਨ ਜਪੋ ਮੇਰੇ ਮੀਤਾ। ਹੇ ਮੇਰੇ ਸਾਡੇ ਮਿੱਤਾ ਮਿੱਤਰੋ ਬ੍ਰਾਹਮਣੋ, ਅਜਿਹਾ ਗਿਆਨ ਬੋਧ ਜਾਣ ਕਰਕੇ ਇੱਕ ਪਰਮੇਸ਼ਰ ਨੂੰ ਜਪੋ, ਜਪਣਾ ਕਰੋ। ਇਹ ਸੂਤਕ ਦੇ ਤੁਸੀਂ ਵਹਿਮਾਂ ਚ ਨਾ ਪਵੋ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਨੇ, ਨੈਨਹੁ ਸੂਤਕ ਬੈਨਹੁ ਸੂਤਕ। ਲੋਕ ਕਹਿੰਦੇ ਨੈਨੋ ਅੱਖਾਂ ਦੇ ਵਿੱਚ ਬਗਾਨਾ ਰੂਪ ਦੇਖਣੇ ਹੋ, ਇਹ ਸੂਤਕ ਨਹੀਂ ਹੈ। ਅੱਖਾਂ ਮੈਲੀਆਂ ਹੋ ਜਾਂਦੀਆਂ ਨੇ, ਇਹਨਾਂ ਅੱਖਾਂ ਦਾ ਸੂਤਕ ਹੈ। ਬੈਨੋ ਬਚਨਾਂ ਦਾ ਨਾਲ, ਇਹ ਕਿਹੜਾ ਸੂਤਕ ਹੈ? ਬੈਨੋ ਬਚਨਾਂ ਦੇ ਨਾਲ ਆਪਣੀ ਉਸਤਤੀ ਤੇ ਕਿਸੇ ਦੀ ਨਿੰਦਿਆ ਕਰੀ ਜਾਣੀ, ਇਹ ਬਚਨਾਂ ਦਾ ਸੂਤਕ ਹੈ। ਨਿੰਦਿਆ ਕਰਦੇ ਹੋ। ਤੇ ਅੱਗੇ ਫਿਰ ਕਹਿੰਦੇ ਨੈਨੋ ਸੂਤਕ ਬਹਿਨੋ ਸੂਤਕ। ਅੱਗੇ ਦੱਸੋ ਜੀ ਸੂਤਕ ਬੋਲੋ। ਸੂਤਕ ਸ਼ਰਵਣੀ ਹੋਈ। ਸ਼ਰਵਣੀ ਕੰਨਾਂ ਦੇ ਨਾਲ ਜੋ ਆਵਾਜ਼ ਸੁਣਦੇ ਹੋ, ਇਹ ਵੀ ਸੂਤਕ ਅਸ਼ੁੱਧੀ ਪੈਦਾ ਹੁੰਦੀ ਹੈ। ਜਿਹੜੀ ਆਵਾਜ਼ ਸੁਣਦੇ ਹੋ, ਨਿੰਦਿਆ ਦੀ ਸੁਣਦੇ ਹੋ ਆਵਾਜ਼, ਤੇ ਅੱਖਾਂ, ਜਾਂ ਫਿਰ ਇਉਂ ਕਹੋ ਆਵਾਜ਼ ਜਨਮੀ ਤੇ ਆਵਾਜ਼ ਖਤਮ ਹੋ ਗਈ, ਇਹ ਵੀ ਸੂਤਕ ਪਾਤਕ ਹੋ ਗਿਆ। ਕੰਨਾਂ ਦੇ ਵਿੱਚ ਆਵਾਜ਼ ਪਈ ਤੇ ਖਤਮ ਹੋ ਗਈ। ਅੱਖਾਂ ਦੀਆਂ ਪਲਕਾਂ ਹਿੱਲਣ ਦੇ ਨਾਲ ਜਨਮ ਹੋਇਆ ਨਿਗਾਹ ਦਾ, ਫੇਰ ਪਲਕਾਂ ਬੰਦ ਹੋ ਗਈਆਂ, ਦ੍ਰਿਸ਼ਟੀ ਇਹ ਵੀ ਜੰਮੀ ਤੇ ਮਰੀ। ਬਚਨਾਂ ਦੇ ਨਾਲ ਆਵਾਜ਼ ਪੈਦਾ ਹੋਇਆ, ਬਚਨ ਸਮਾਪਤ ਹੋ ਗਿਆ। ਕੰਨਾਂ ਵਿੱਚ ਬਾਤ ਪੈਦਾ ਹੁੰਦੀ ਹੈ, ਇਹ ਸਭ ਸੂਤਕ ਪਾਤਕ ਨਹੀਂ ਹੈ। ਮਨ ਕਾ ਸੂਤਕ ਲੋਭ ਹੈ, ਵੱਡਾ ਸੂਤਕ ਤਾਂ ਇਹ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ। ਜੇਵਾ ਸੂਤਕ ਕੂੜ, ਝੂਠ ਬੋਲਣਾ। ਜੀਭ ਦਾ ਸੂਤਕ ਅੱਖੀਂ ਸੂਤਕ ਵੇਖਣਾ, ਪਰ ਤ੍ਰੈ ਪਰਤਨ ਰੂਪ। ਕੰਨੀ ਸੂਤਕ ਕੰਨ ਪੈ, ਲਾਇ ਤਵਾਰੀ ਖਾਹੇ। ਇਸ ਪ੍ਰਕਾਰ ਇਹ ਸਾਰੇ ਸੂਤਕ ਕਹੇ ਹਨ। ਉਠਤ ਬੈਠਤ ਸੂਤਕ ਲਾਗੈ। ਉੱਠਣ ਲੱਗਿਆ, ਬੈਠਣ ਲੱਗਿਆ, ਅਨੇਕਾਂ ਸੂਖਮ ਕੀੜੇ ਆਦਿ ਜੀ ਜੰਤ ਮਰਦੇ ਜੰਮਦੇ, ਉਹ ਸਾਰਾ ਸੂਤਕ ਹੀ ਲੱਗ ਰਿਹਾ ਹੈ। ਸੂਤਕ ਪਰੈ ਰਸੋਈ। ਬੜੇ ਬੜੇ ਬਰੀਕ ਜਰਮ ਜਿਹੜੇ ਨੇ ਰਸੋਈ ਦੇ ਵਿੱਚ ਹੁੰਦੇ ਨੇ, ਤੇ ਉਹ ਸਾਰੇ ਸੂਤਕ ਪਾਤੇ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਉਹਨਾਂ ਵੀ ਤਾਂ ਹੈ। ਸੂਤਕ ਕਿਉਂ ਕਰ ਰੱਖਿਆ? ਸੂਤਕ ਪਵੈ ਰਸੋਏ। ਇਸ ਕਰਕੇ ਸਾਰੀ ਜਗ੍ਹਾ ਉਹ ਤੁਸੀਂ ਗੋਹਾ ਫੇਰਦੇ ਹੋ, ਉਹਦੇ 'ਚ ਜੀਵ ਨਹੀਂ ਹੈ। ਸੂਤਕ ਪੈ ਰਿਹਾ, ਉਹਦੇ ਵਿੱਚ ਵੀ ਗੋਹਾ ਰੂਪ ਹੋ ਕੇ। ਫਾਸਨ ਕੀ ਵਿਧ ਸਭ ਕੋ ਜਾਣੈ। ਸੰਸਾਰ ਦੇ ਕਰਮ ਕਾਂਡਾਂ ਵਿੱਚ ਫਸਣ ਦੀ ਵਿਧੀ ਤਾਂ ਤੁਸੀਂ ਬੜੀ ਜਾਣਦੇ ਹੋ ਬ੍ਰਾਹਮਣੋ, ਪਰ ਮੈਂ ਤੁਹਾਨੂੰ ਇਹ ਪੁੱਛਦਾ ਹਾਂ,
ਕਦੇ ਛੁੱਟਣ ਦੀ ਵੀ ਜਾਣੀ ਹੈ ਕਿ ਨਹੀਂ? ਛੂਟਨ ਕੀ ਇੱਕ ਕੋਈ, ਪਰ ਸੰਸਾਰ ਦੇ ਵਿੱਚ ਛੁੱਟਣ ਭਾਵ ਮੁਕਤ ਹੋਣ ਦੀ ਇਹ ਜਿਹੜੀ ਵਿਧੀ ਕੋਈ ਇੱਕ ਅੱਧਾ ਹੀ ਜਾਣਦਾ ਹੈ, ਸਾਰੇ ਨਹੀਂ ਜਾਣਦੇ ਹੈ। ਇਹ ਤੁਸੀਂ ਜਿਹੜੀਆਂ ਛੁੱਟਣ ਦੀਆਂ ਵਿਧੀਆਂ ਨੇ ਤੁਹਾਨੂੰ ਇਹ ਤਾਂ ਫਟਣ ਦੀਆਂ ਹੀ, ਛੁੱਟਣ ਦੀ ਵਿਧੀ ਨਹੀਂ ਹੈ। ਇਸ ਕਰਕੇ ਤੁਸੀਂ ਫਸਣ ਦੀਆਂ ਵਿਧੀਆਂ ਕਰ ਰਹੇ ਹੋ। ਕਹਿ ਕਬੀਰ RAM ਹਿਰਦੈ ਵਿਚਾਰੈ। ਕਬੀਰ ਸਾਹਿਬ ਜੀ ਕਥਨ ਕਰਦੇ ਨੇ, ਹੇ ਭਾਈ ਜਿਹੜੇ RAM ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਵਿਚਾਰਦੇ ਹਨ, ਸੂਤਕ ਤਨੈ ਨਾ ਹੋਈ। ਉਹਨਾਂ ਗੁਰਮੁਖਾਂ ਨੂੰ ਕਦੇ ਵੀ ਸੂਤਕ ਅਸ਼ੁੱਧੀ ਅਪਵਿੱਤਰਤਾ ਨਹੀਂ ਹੁੰਦੀ ਹੈ। ਇਸ ਕਰਕੇ ਪੰਡਤਾਂ ਨੂੰ ਉਪਦੇਸ਼ ਦਿੱਤਾ। ਸਮਾਂ ਹੋ ਗਿਆ, ਸਾਧ ਸੰਗਤ ਜੀ ਇੱਥੇ ਸਮਾਪਤੀ ਕਰੀਏ। ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਖਿਮਾ ਕਰਨ। ਗਰੀਬ ਨਵਾਜ਼ ਸਤਿਗੁਰੂ ਸਭ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ। ਇਉਂ ਕਬੀਰ ਸਾਹਿਬ ਜੀ ਦੇ ਬੜੇ ਮਹਿੰਗੇ ਸ਼ਬਦ ਉਚਾਰਨ ਪੱਖ ਤੋਂ ਵੀ ਅਰਥ ਭਾਵ ਤੋਂ ਵੀ ਬੜਾ ਗੁੱਝਾ ਗਿਆਨ ਹੈ। ਆਨੰਦ ਮਾਣਦੇ ਰਹੋ। ਆਓ ਹੁਣ ਇੱਥੇ ਸਮਾਪਤੀ ਕਰੀਏ ਜੀ। ਫਾਸਨ ਕੀ ਵਿਦ ਸਭ ਕੋ ਜਾਣੈ, ਛੂਟਨ ਕੀ ਇੱਕ ਕੋਈ। ਕਹਿ ਕਬੀਰ RAM ਹਿਰਦੈ ਵਿਚਾਰੈ, ਸੂਤਕ ਤਨੈ ਨਾ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।